ਪ੍ਰਗਟ ਜੀ ਮੈਂ ਸਵਾਲ ਪੁੱਛ ਲਵਾਂ ਪਹਿਲਾਂ? ਹਾਂਜੀ ਹਾਂਜੀ, ਜ਼ਰੂਰ ਡਾਕਟਰ ਸਾਹਿਬ ਤੁਸੀਂ। ਅੱਛਾ, ਤੁਸੀਂ ਕਹਾਣੀ ਦੀ ਤਕਨੀਕ ਬਾਰੇ ਚਲੋ ਗੱਲਬਾਤ ਹੋ ਰਹੀ ਹੈ। ਮੈਂ ਨਾ ਇੱਕ ਮੇਰੇ ਮਨ ਦੇ ਵਿੱਚ ਸਵਾਲ ਸੀਗਾ, ਉਹ ਐਕਚੁਅਲੀ ਮੇਰਾ ਸਵਾਲ ਨਹੀਂ ਨਾ ਕਿਸੇ ਸਟੂਡੈਂਟ ਦੁਆਰਾ ਹੀ ਵੱਖ-ਵੱਖ ਪ੍ਰੋਗਰਾਮਾਂ 'ਚ ਸਾਡੇ ਮਹਿਮਾਨ ਕਹਾਣੀਕਾਰਾਂ ਤੋਂ ਪੁੱਛਿਆ ਗਿਆ ਸਵਾਲ ਸੀ। ਮੈਂ ਉਹ ਇਸ ਲਈ ਦੁਹਰਾ ਰਿਹਾ ਕਿਉਂਕਿ ਸਾਨੂੰ ਲੱਗਦਾ ਕਿ ਜਿਹੜੇ ਸਟੂਡੈਂਟ ਸਾਡੇ ਨਾਲ ਵੱਧ ਜੁੜੇ ਹੁੰਦੇ ਆ, ਉਹ ਨਵੇਂ ਲਿਖਣ ਵਾਲੇ ਜਿਹੜੇ ਲੇਖਕ ਖ਼ਾਸ ਤੌਰ 'ਤੇ ਉਹਨਾਂ ਦੇ ਮਨ ਦੇ ਵਿੱਚ ਇਹ ਹਮੇਸ਼ਾ ਇਹ ਰਹਿੰਦਾ ਕਿ ਇੱਕ ਕਹਾਣੀ ਨੂੰ ਲਿਖਣ ਦੇ ਲਈ ਜਿਹੜਾ ਕਹਾਣੀਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਖ਼ਾਸ ਕਿਤਾਬ ਪੜ੍ਹਨੀ ਪੈਂਦੀ ਹੈ। ਜਿਹੜੀਆਂ ਟੈਕਨੀਕਸ ਤੇ ਕਹਾਣੀ ਦੇ ਪਲੋਟ ਬਾਰੇ, ਕਹਾਣੀ ਆਰੰਭ ਕਿਵੇਂ ਕਰਨੀ ਆ, ਉਸ ਨੂੰ ਕਿਹੜੇ ਮੋੜ ਤੋਂ ਕਿੱਧਰ ਨੂੰ ਲੈ ਕੇ ਜਾਣਾ। ਵੈਸੇ ਤਾਂ ਚਲੋ ਅਸੀਂ ਸਮਝਦੇ ਹਾਂ ਕਿ ਇਹ ਗੱਲਾਂ ਬਾਏ ਨੈਚੁਰਲੀ ਆਪਣੇ ਆਪ ਤਜਰਬੇ ਨਾਲ ਆ ਜਾਂਦੀਆਂ, ਪਰ ਕੋਈ ਖ਼ਾਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਤੁਸੀਂ ਸਾਡੇ ਉਹਨਾਂ ਪਾਠਕਾਂ ਨਾਲ ਸਾਂਝੀ ਕਰੋ ਕਿ ਜਿਹੜੇ ਸਿੱਖਣਾ ਚਾਹੁੰਦੇ ਆ ਕਹਾਣੀ ਲਿਖਣੀ, ਉਹ ਲਿਖਣਾ ਚਾਹੁੰਦੇ ਆ, ਕਹਾਣੀਕਾਰ ਬਣਨਾ ਚਾਹੁੰਦੇ ਨੇ, ਪਰ ਉਹਨਾਂ ਦੇ ਸਾਹਮਣੇ ਕੋਈ ਮਾਡਲ ਨਹੀਂ ਉਸਦਾ ਰਿਹਾ। ਤੁਸੀਂ ਇਸ ਨਜ਼ਰੀਏ ਤੋਂ ਉਹਨਾਂ ਨੂੰ ਕੋਈ 2-4 ਸੁਝਾਅ ਜ਼ਰੂਰ ਦਿਓ। ਹਾਂਜੀ, ਵੇਖੋ ਮੈਨੂੰ ਐਂ ਲੱਗਦਾ ਆ ਕਿ ਜੇ ਕਹਾਣੀ ਪੜ੍ਹ ਕੇ, ਜੇ ਕਹਾਣੀ ਲਿਖ ਕੇ, ਜੇ ਕਹਾਣੀ ਦੇ ਮੋੜ ਘੋੜ ਸਮਝਦੇ ਕਹਾਣੀ ਆਪਾਂ ਲਿਖਣੀ ਹੁੰਦੀ ਤਾਂ ਡਾਕਟਰ ਹਰਭਜਨ ਸਿੰਘ ਹੁਣਾਂ ਨੇ ਕਿੰਨਾ ਸੋਹਣੀਆਂ ਗੱਲਾਂ ਕੀਤੀਆਂ, ਖਾਮੋਸ਼ੀ ਦਾ ਜਜ਼ੀਰਾ, ਪਿਆਰ ਤੇ ਪਰਿਵਾਰ ਦੇ ਵਿੱਚ। ਤਾਂ ਫਿਰ ਉਹਨਾਂ ਨੇ ਕਹਾਣੀ ਕਿਉਂ ਨਹੀਂ ਲਿਖ ਲਈ, ਹੈ ਨਾ? ਮਤਲਬ ਮੈਂ ਇੱਥੇ ਕਿ ਉਹਨਾਂ ਨੂੰ ਛੁਟਿਆ ਨਹੀਂ ਰਹੀ, ਮੈਂ ਜਸਟ ਇਹ ਕਹਿ ਰਹੀ ਹਾਂ ਕਿ ਉਹਨਾਂ ਨੂੰ ਨਿੱਕੀ ਤੋਂ ਨਿੱਕੀ ਗੱਲ ਦਾ ਵੇਰਵਾ ਉਹਨਾਂ ਦੇ ਕੋਲ ਮੌਜੂਦ ਆ, ਉਹਨਾਂ ਕੋਲ ਤੱਤ ਹੈਗੇ ਆ, ਉਹਨਾਂ ਕੋਲ ਕਹਾਣੀ ਕਹਿਣੀ ਕਿਵੇਂ ਆ, ਉਹ ਕਹਾਣੀ ਦੀ ਤਹਿ ਤੱਕ ਅੰਦਰ ਚਲੇ ਜਾਂਦੇ ਹੈਗੇ ਆ। ਫਿਰ ਉਹਨਾਂ ਨੇ ਕਹਾਣੀ ਇਸੇ ਤਰ੍ਹਾਂ ਹੀ ਸਾਡੇ ਹੋਰ ਵੀ ਬਹੁਤ ਸਾਰੇ ਆਲੋਚਕ ਹੈਗੇ ਆ ਜਿਹੜੇ ਜਿਵੇਂ ਤੁਸੀਂ ਜੋਗਿੰਦਰ ਰਾਹੀ ਵੇਖ ਲਓ ਕਿ ਉਹਨਾਂ ਨੇ ਕਹਾਣੀ ਦੇ ਉੱਪਰ ਵੀ ਕੰਮ ਕੀਤਾ, ਨਾਵਲ ਦੇ ਉੱਤੇ ਵੀ ਕੰਮ ਕੀਤਾ, ਜਾਂ ਜਿਹੜੇ ਹੋਰ ਲੋਕ ਜਿਹੜੇ ਆ ਉਹ ਕੰਮ ਕਰ ਰਹੇ ਹੈਗੇ ਆ। ਔਰ ਇਸ ਲਈ ਮੈਨੂੰ ਇਹ ਲੱਗਦਾ ਹੁੰਦਾ ਆ ਕਿ ਕਹਾਣੀ ਕਾਰ ਜਦੋਂ ਲਿਖਦਾ ਹੈਗਾ ਆ ਤਾਂ ਉਹ ਐ ਨਹੀਂ ਕਰਦਾ ਕਿ ਮੈਨੂੰ ਪਤਾ ਲੱਗੇ, ਜਾਂ ਉਹ ਕਹਾਣੀ ਸਿਰਜਣ ਦੇ ਲਈ ਕੋਈ ਉਸ ਬਾਬਤ ਕਿਤਾਬਾਂ ਨਹੀਂ ਪੜ੍ਹਦਾ। ਕਹਾਣੀ ਆਪਣੇ ਆਪ ਮੁਹਾਰੇ ਹੀ ਤੁਹਾਡੇ ਅੰਦਰੋਂ ਜਿਹੜੀ ਹੈ ਉਹ ਆਉਂਦੀ ਹੈਗੀ ਹੈ। ਹੁਣ ਇਸੇ ਤਰ੍ਹਾਂ ਇਸੇ ਲਈ ਹਰ ਲੇਖਕ ਜਿਹੜਾ ਹੈ ਉਹ ਕ੍ਰਿਟਿਸਿਜ਼ਮ ਨਹੀਂ ਕਰ ਸਕਦਾ, ਹਰ ਕ੍ਰਿਟਿਕ ਜਿਹੜਾ ਹੈ ਉਹ ਸਟੋਰੀ ਰਾਈਟਰ ਨਹੀਂ ਹੋ ਸਕਦਾ ਹੈ। ਮੈਂ ਨਹੀਂ ਕਹਿੰਦੀ ਬਲਦੇਵ ਧਾਲੀਵਾਲ ਹੋਣੀ ਉਹ ਕ੍ਰਿਟਿਕ ਵੀ ਪੰਜਾਬੀ ਦੇ ਕਹਾਣੀ ਦੇ ਤਗੜੇ ਹੈਗੇ ਆ, ਉਹਨਾਂ ਨੇ ਬਹੁਤ ਸੋਹਣੀਆਂ ਕਹਾਣੀਆਂ ਵੀ ਲਿਖੀਆਂ ਹੈਗੀਆਂ, ਪਰ ਜਦੋਂ ਉਹ ਕਹਾਣੀ ਲਿਖਦੇ ਹੋਣਗੇ, ਜਿਵੇਂ ਮੈਂ ਵੀ ਆਲੋਚਨਾ ਕਰਦੀ ਹਾਂ ਤਾਂ ਕਹਾਣੀ ਵੀ ਲਿਖਦੀ ਹੈਗੀ ਆ, ਪਰ ਆਲੋਚਨਾ ਦੇ ਜਿਹੜੇ ਟੂਲ ਹੈਗੇ ਆ ਉਹ ਸਾਡੇ ਕੋਲ ਨਿਸ਼ਚਿਤ ਆ ਕਿ ਆ ਕੰਮ ਕਰਨਾ, ਇਹਦੇ ਨਾਲ ਆ ਫੜਨਾ ਹੈ ਗੱਲ। ਪਰ ਜਿਹੜੀ ਕਹਾਣੀ ਹੈ ਉਹਦੇ ਵੀ ਤੱਤ ਸਾਨੂੰ ਦਿੱਤੇ ਹੋਏ ਆ ਕਿ ਸੰਖੇਪਤਾ ਹੋਣੀ ਚਾਹੀਦੀ ਹੈ, ਸੰਕੇਤਕਤਾ ਹੋਣੀ ਚਾਹੀਦੀ ਹੈ, ਪਾਤਰ ਥੋੜੇ ਹੋਣੇ ਚਾਹੀਦੇ ਆ। ਉਹ ਥੋੜੀਆਂ ਬਹੁਤ ਗੱਲਾਂ ਤਾਂ ਦਿਮਾਗ 'ਚ ਹੁੰਦੀਆਂ ਆ, ਪਰ ਹੁਣ ਕਿਰਪਾਲ ਕਜ਼ਾਕ ਹੋ ਰਹੀਆਂ ਜਦੋਂ ਕਹਾਣੀ ਲਿਖਣ ਬੈਠੇ, ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕੋਈ ਕਹਾਣੀ ਦੀ ਕਿਤਾਬ ਪੜ੍ਹੀ ਹੋਏਗੀ। ਇਸੇ ਤਰ੍ਹਾਂ ਬਹੁਤ ਸਾਰੇ ਪ੍ਰੇਮ ਪ੍ਰਕਾਸ਼ ਹੋ ਰਹੀਆਂ ਜਾਂ ਹੋਰ ਜਿੰਨੇ ਵੀ ਤੁਸੀਂ ਲੇਖਕ ਕਹਾਣੀ ਆਪਣੀਆਂ ਕਹਾਣੀਆਂ ਲਿਖਣ ਕਰਕੇ ਜਿਨ੍ਹਾਂ ਨੂੰ ਪ੍ਰਸਿੱਧੀ ਮਿਲੀ, ਸਾਡੇ ਕੋਲ ਸੁਖਪਾਲ ਥਿੰਦੂ ਹੋਰੀ ਵੀ ਮੌਜੂਦ ਹੈਗੇ ਆ, ਔਰ ਤ੍ਰਿਪਤਾ ਕੇ ਸਿੰਘ ਹੋਣਾ ਨੇ ਵੀ PhD ਕੀਤੀ ਆ। ਪਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਹ ਕਹਾਣੀਆਂ ਦੀਆਂ ਕਿਤਾਬਾਂ, ਪਹਿਲਾਂ ਕਹਾਣੀ ਦੀ ਜਿਹੜਾ ਕ੍ਰਿਟਿਸਿਜ਼ਮ ਹੈਗਾ, ਜਿਵੇਂ ਤਨਵੰਤ ਕੌਰ ਹੋਣਾ ਨੇ ਬਹੁਤ ਸੋਹਣੀਆਂ ਕਿਤਾਬਾਂ ਲਿਖੀਆਂ, ਕਿ ਉਹਨਾਂ ਨੇ ਉਹ ਕਿਤਾਬਾਂ ਪੜ੍ਹੀਆਂ ਹੋਣਗੀਆਂ। ਕਹਾਣੀ ਆਪਣੇ ਆਪ ਜਿਹੜਾ ਹੈਗਾ ਆ, ਕੋਈ ਪਾਤਰ, ਕੋਈ ਘਟਨਾ ਜਿਹੜੀ ਹੈ ਤੁਹਾਨੂੰ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਉਹ ਫਿਰ ਘਟਨਾਵਾਂ ਜਿਹੜੀਆਂ ਹਨ ਵਰਕਿਆਂ ਤੇ ਫੈਲਣ ਲੱਗ ਪੈਂਦੀਆਂ ਹਨ। ਮੇਰਾ ਖਿਆਲ ਹੈ ਫਿਰ ਇਸ ਨਾਲ ਹੀ ਇੱਕ ਛੋਟਾ ਜਿਹਾ ਜੁੜਦਾ ਸਵਾਲ ਇਹ ਵੀ ਬਣ ਜਾਂਦਾ ਕਿ ਜਦੋਂ ਅਸੀਂ ਉਸ ਕਹਾਣੀ ਦੀ ਪਰਖ ਪੜਚੋਲ ਕਰਨੀ ਹੁੰਦੀ ਹੈ, ਉਹਨੂੰ ਕਿਸੇ ਆਲੋਚਕ ਨੇ ਪਰਖਣਾ ਹੁੰਦਾ, ਤਾਂ ਫਿਰ ਉਸ ਉੱਪਰ ਉਸ ਤਰ੍ਹਾਂ ਦੇ ਮਾਪਦੰਡ ਜਾਂ ਉਸ ਤਰ੍ਹਾਂ ਦੀਆਂ ਬੰਦਿਸ਼ਾਂ ਇੰਨੀਆਂ ਨਹੀਂ ਲਗਾਉਣੀਆਂ ਚਾਹੀਦੀਆਂ। ਕਹਾਣੀ ਨੂੰ ਇੱਕ ਸੁਤੰਤਰ ਜਾਂ ਉਸ ਵਜੋਂ ਸਮਝਣਾ ਚਾਹੀਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਇੱਕ ਆਲੋਚਕ ਉਸ ਕਹਾਣੀ ਨੂੰ ਪਰਖੇਗਾ ਜਿਹੜੀ ਮਤਲਬ ਇੱਕ ਤਰ੍ਹਾਂ ਦੇ ਵਹਾਅ ਦੇ ਵਿੱਚੋਂ ਉਪਜੀ ਆ, ਮਨ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਨਹੀਂ ਵੇਖੋ,
ਇਸ ਤਰੀਕੇ ਵੇਖੋ, ਮੈਂ ਤੁਹਾਨੂੰ ਪਹਿਲੀ ਗੱਲ ਕਹੀ ਹੈ ਕਿ ਜਿਹੜੀ ਆਲੋਚਨਾ ਹੈਗੀ ਆ ਉਹਦੇ ਕੋਲ ਟੂਲਸ ਹੈਗੇ ਆ, ਜਿਵੇਂ ਸਪੋਜ਼ ਆਪਾਂ ਕਹਿੰਦੇ ਕਿ ਪੇਂਡੂ ਰਹਿਤਲ ਨਾਲ ਜੁੜਿਆ ਹੈਗਾ ਆ ਬੰਦਾ, ਔਰ ਉਹ ਇਹ ਨਹੀਂ ਹੈ ਕਿ ਹਰ ਕਹਾਣੀ ਜਿਹੜੀ ਉਹ ਪੇਂਡੂ ਰਹਿਤਲ ਨਾਲ ਹੀ ਹੈਗੀ ਆ, ਹਰ ਕਹਾਣੀ ਦਾ ਆਪਣਾ ਇੱਕ ਕਥਾ ਸ਼ਾਸਤਰ ਵੀ ਹੈਗਾ ਹੁੰਦਾ ਆ। ਔਰ ਇਸ ਲਈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਆਲੋਚਕ ਜਿਹੜਾ ਹੈਗਾ ਆ ਉਸ ਕਈ ਵਾਰੀ ਆਪਾਂ ਆਰੋਪਿਤ ਕਰ ਦਿੰਦੇ ਨਾ ਕਿ ਕਿਸੇ ਥਾਂ ਤੇ ਵੀ ਆਹ ਚੀਜ਼ ਉਹਦੇ ਵਿੱਚ ਹੈ ਵੀ ਨਹੀਂ ਆ, ਤਾਂ ਉਹ ਪਾਉਣ ਦੀ ਆਪਾਂ ਆਲੋਚਨਾ ਵੀ ਕਰਦੇ ਗਏ ਕਿ ਆਹ ਗੱਲ ਹੈਗੀ ਆ, ਉਹ ਭਾਵੇਂ ਨਾ ਵੀ ਹੋਵੇ। ਤਾਂ ਉਹ ਬਹੁਤ ਸਾਰੇ, ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਬਹੁਤ ਸਾਰੇ ਆਲੋਚਕ ਇਸ ਤਰ੍ਹਾਂ ਹੀ ਕਰਦੇ ਆ ਕਿ ਜੇ ਔਰਤ ਨੇ ਕਹਾਣੀ ਲਿਖੀ ਆ ਤਾਂ ਇਹਦੇ ਵਿੱਚ ਨਾਰੀਵਾਦ ਦੀ ਗੱਲ ਹੈਗੀ ਆ, ਆਹ ਹੈਗਾ ਉਹ ਹੈਗਾ। ਤਾਂ ਉਹ ਉਦੋਂ ਲੋਕ ਕਰਦੇ ਆ ਜਦੋਂ ਉਹਨਾਂ ਨੇ ਕਿਤਾਬਾਂ ਨਹੀਂ ਪੜ੍ਹੀਆਂ, ਕਹਾਣੀਆਂ ਦਾ ਪਾਠ, ਕਹਾਣੀ ਦੀ ਪੁਸਤਕਾਂ ਨਹੀਂ, ਕਥਾ ਪੁਸਤਕਾਂ ਨਹੀਂ ਪੜ੍ਹੀਆਂ ਹੁੰਦੀਆਂ। ਜਦੋਂ ਉਹ ਕਹਾਣੀ ਨੂੰ ਸਾਰੀਆਂ ਕਹਾਣੀਆਂ ਨੂੰ ਪੜ੍ਹਨਗੇ ਤਾਂ ਇੱਕ ਲੇਖਕ ਨੇ ਜੇ 9 ਕਹਾਣੀਆਂ ਲਿਖੀਆਂ ਤਾਂ ਹੋ ਸਕਦਾ ਹੈ ਹਰ ਕਹਾਣੀ ਦੇ ਵਿੱਚ ਇੱਕ ਨਵਾਂ ਵਿਜ਼ਨ ਜਿਹੜਾ ਹੈ ਉਸਨੇ ਦਿੱਤਾ ਹੋਵੇ, ਇੱਕ ਨਵੀਂ ਗੱਲ ਕੀਤੀ ਹੋਵੇ, ਇੱਕ ਨਵਾਂ ਜਿਹਨੂੰ ਤੁਸੀਂ ਆਪਾਂ ਕਹਿ ਦਿੰਦੇ ਆ ਕਿ ਆਹ ਵਾਲਾ ਵਾਦ ਹੈ ਤਾਂ ਆਹ ਵਾਲਾ ਵਾਦ ਹੈ, ਉਸ ਤਰੀਕੇ ਨਾਲ ਵੀ ਆਪਾਂ ਗੱਲ ਜਿਹੜੀ ਹੈ ਕਰ ਸਕਦੇ ਹੈਗੇ ਆ। ਜੀ ਮੈਡਮ ਜੀ, ਬੜੀ ਵਧੀਆ ਗੱਲ ਕਰੀ ਤੁਸੀਂ। ਇੱਕ ਤਾਂ ਮੈਂ ਇੱਥੇ ਸਾਡੇ ਨਾਲ ਜੁੜੇ ਆ ਮੈਡਮ ਦੀਪ ਤੇ ਬਬੂਤਾ ਜੀ, ਉਹਨਾਂ ਦਾ ਮੈਂ ਸਵਾਗਤ ਕਰਨਾ ਚਾਹੁੰਦਾ ਸਾਡੀ ਪੂਰੀ ਟੀਮ ਵੱਲੋਂ ਕਿ ਉਹ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ। ਹਾਂਜੀ ਦੀਪਤੀ ਬਬੂਤਾ ਜੀ, ਸਤਿ ਸ਼੍ਰੀ ਅਕਾਲ। ਇੱਥੇ ਜਿਵੇਂ ਮੈਡਮ ਤੁਸੀਂ ਦੱਸ ਰਹੇ ਸੀ, ਮੇਰੇ ਇੱਕ ਗੱਲ ਪ੍ਰੋਫੈਸਰ ਕਿਸ਼ਨ ਸਿੰਘ ਦੀ ਚੇਤੇ ਆ ਗਈ। ਜਿਵੇਂ ਪ੍ਰੋਫੈਸਰ ਕਿਸ਼ਨ ਸਿੰਘ ਜੀ ਕਹਿੰਦੇ ਆ ਵੀ ਜਿਹੜਾ ਕੋਈ ਵਾਦ ਆ ਉਹ ਠੋਸਿਆ ਨਹੀਂ ਜਾ ਸਕਦਾ, ਲੇਖਕ ਵੱਲੋਂ ਧੱਕੇ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਲੇਖਕ ਦਾ ਕੰਮ ਆ ਜ਼ਿੰਦਗੀ ਦੀ ਤੋਰ ਨੂੰ ਪੇਸ਼ ਕਰਨਾ। ਕੋਈ ਮੈਥ ਕੇ ਜਿਹੜਾ ਲੇਖਕ ਆ ਉਹ ਕ੍ਰਾਂਤੀਕਾਰੀ ਨਹੀਂ ਬਣ ਸਕਦਾ ਜਾਂ ਕ੍ਰਾਂਤੀਕਾਰੀ ਲਿਖ ਨਹੀਂ ਸਕਦਾ। ਅਸਲ ਲੇਖਕ ਉਹੀ ਹੈ ਜਿਹੜਾ ਜ਼ਿੰਦਗੀ ਦੀ ਤੋਰ ਨੂੰ ਪੇਸ਼ ਕਰਦਾ, ਤੇ ਜ਼ਿੰਦਗੀ ਦੀ ਤੋਰ ਦੇ ਜਿਹੜੇ ਚੰਗੇ ਪੱਖ ਆ ਉਹ ਖੁਦ ਜਿਹੜੇ ਉੱਭਰਦੇ ਆਉਂਦੇ ਆ ਤੇ ਸਮਾਜ ਦੇ ਵਿੱਚ ਬਦਲਾਅ ਨੂੰ ਅਸੀਂ ਪ੍ਰਤੱਖ ਕਰ ਸਕਦੇ ਹਾਂ। ਅਗਲਾ ਜਿਹੜਾ ਸਵਾਲ ਹੈ ਜੀ, ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਜੀ ਜੁੜੇ ਆ, ਉਹਨਾਂ ਦਾ ਸਵਾਲ ਮੈਂ ਚਾਹੂੰਗਾ ਖੁਦ ਮੁਖਾਤਬ ਹੋਣ ਤੁਹਾਨੂੰ। ਬਲਵਿੰਦਰ ਚਹਿਲ ਜੀ। ਹਾਂਜੀ ਮੈਮ, ਜਿਵੇਂ ਤੁਸੀਂ ਪਾਤਰਾਂ ਦੀ ਗੱਲ ਕੀਤੀ ਸੀ ਕਿ ਪਾਤਰ ਬੜੇ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਰ, ਆ ਰਹੀ ਹੈ। ਓਕੇ, ਤੁਸੀਂ ਪਾਤਰਾਂ ਦੀ ਗੱਲ ਕੀਤੀ ਸੀ ਕਿ ਜਿਹੜੇ ਪਾਤਰ ਹੁੰਦੇ ਆ ਇਹ ਬੜੇ ਸਟਰੋਂਗ ਹੁੰਦੇ ਆ, ਕਈ ਵਾਰ ਲੇਖ ਤੋਂ ਬਾਹਰੇ ਵੀ ਹੋ ਜਾਂਦੇ ਆਗੇ, ਇਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਸੀ। ਤਾਂ ਮੈਨੂੰ ਗੱਲ ਯਾਦ ਆ ਰਹੀ ਸੀ ਕਿ ਇੱਕ ਵਾਰ ਲਿਊ ਟੋਲਸਟਾਏ ਜਿਹੜਾ ਸਾਡਾ ਬਹੁਤ ਵੱਡਾ ਨਾਵਲਕਾਰ ਸੀ, ਤੁਹਾਨੂੰ ਪਤਾ, ਜੰਗ ਤੇ ਅਮਨ ਵਾਲਾ, ਉਹਦੇ ਜੰਗ ਜਾਮਨ, ਤਾਂ ਉਹ ਇੱਕ ਵਾਰ ਜਦੋਂ ਜੰਗ ਜਾਮਨ ਲਿਖ ਰਿਹਾ ਸੀ ਤਾਂ ਉਹ ਪੌੜੀਆਂ ਤੋਂ ਡਿੱਗ ਗਿਆ। ਤਾਂ ਉਹਨੂੰ ਪੁੱਛਿਆ ਉਹਦੇ ਦੋਸਤਾਂ ਨੇ ਵੀ ਕੀ ਹੋ ਗਿਆ, ਤਾਂ ਉਹ ਕਹਿੰਦਾ ਕਿ ਅਸੀਂ ਪੌੜੀਆਂ ਭੀੜੀਆਂ ਸੀ, ਅਸੀਂ ਜਣੇ ਜ਼ਿਆਦੇ ਹੋ ਗਏ। ਤਾਂ ਉਹ ਕਹਿੰਦੇ ਵੀ ਤੁਸੀਂ, ਤਾਂ ਉਹ ਕਹਿੰਦੇ ਵੀ ਕਿਵੇਂ ਜ਼ਿਆਦੇ ਹੋ ਗਏ ਵੀ ਤੁਸੀਂ? ਉਹ ਕਹਿੰਦਾ ਕਿ ਮੇਰੇ ਨਾਲ ਮੇਰੇ ਪਾਤਰ ਵੀ ਸੀਗੇ ਨਾ, ਤਾਂ ਅਸੀਂ ਇਕੱਠੀ ਜਦੋਂ ਉਤਰ ਰਹੇ ਸੀਗੇ ਤਾਂ ਅੜਕ ਗਿਆ ਮੈਂ ਉਹਨਾਂ ਦੇ ਨਾਲ ਹੀ। ਤਾਂ ਉਸ ਤਰ੍ਹਾਂ ਵੀ ਪਾਤਰ ਐਨਾ ਕਰੈਨਾ ਦੀ ਵੀ ਗੱਲ ਕਰਦਾ ਨਾ ਕਿ ਮੇਰੇ ਨਾਲ, ਹਾਂਜੀ ਏਦਾਂ ਹੁਣ ਉਹ ਵੀ ਕਰਦੇ ਆ ਏਦਾਂ। ਤੇ ਮੇਰਾ ਸਵਾਲ ਸੀ ਕਿ ਇੱਕ ਦਿਨ ਅਸੀਂ ਗੁਰਮੀਤ ਕੜਿਆਲਵੀ ਜੀ ਨੂੰ ਵੀ ਬੁਲਾਇਆ ਸੀ, ਉਹ ਵੀ ਕਹਿੰਦੇ ਸੀ ਕਿ ਮੇਰੇ ਪਾਤਰ ਮੇਰੇ ਆਸ ਪਾਸ ਰਹਿੰਦੇ ਆਗੇ, ਉਹਨਾਂ ਚੋਂ ਮੈਂ ਲੈਣਾ ਅਨੁਭਵਾਂ ਚੋਂ। ਮੇਰਾ ਤੁਹਾਨੂੰ ਇਹ ਸਵਾਲ ਸੀ ਕਿ ਜਿਵੇਂ ਕਿੰਨਰਾਂ ਬਾਰੇ ਕਹਾਣੀਆਂ ਬਹੁਤ ਸਾਰੀਆਂ ਪਿਛਲੇ ਸਮੇਂ 'ਚ ਸਾਹਮਣੇ ਆਈਆਂ, ਕਿਤਾਬਾਂ ਵੀ ਸਾਹਮਣੇ ਆਈਆਂ, ਨਾਵਲ ਸਾਹਮਣੇ ਆਏਗਾ, ਤਾਂ ਉਹ ਉਹਨਾਂ ਨੇ ਲਿਖਿਆ ਜ਼ਿਆਦਾਤਰ, ਜਿਹੜੇ ਖੁਦ ਕਿੰਨਰ ਨਹੀਂ ਗਏ, ਮਤਲਬ ਲੇਖਕ ਦੂਸਰੇ, ਉਹਨਾਂ ਦੇ ਅਨੁਭਵਾਂ ਨੂੰ ਲਿਖਿਆ। ਤਾਂ ਲੇਖਕ ਲਈ ਅਨੁਭਵ ਮਤਲਬ ਹੋਣਾ ਜ਼ਰੂਰੀ ਆ ਰਚਨਾ ਲਈ, ਜਾਂ ਫਿਰ ਲੇਖਕ 'ਚ ਕੋਈ ਹੋਰ ਖਾਸ ਵਿਸ਼ੇਸ਼ਤਾ ਹੁੰਦੀ ਹੈਗੀ ਕਿ ਉਹ ਦੂਸਰੀਆਂ ਦੇ ਜਿਹੜੇ ਦੁੱਖ ਦਰਦ ਤਕਲੀਫਾਂ ਜਾਂ ਮਸਲੇ ਆ ਉਹਨਾਂ ਨੂੰ ਸੂਝ ਬੂਝ ਨਾਲ ਜ਼ਿਆਦਾ ਬੁੱਝ ਲੈਂਦਾ, ਜਾਂ ਉਹਦਾ ਅਨੁਭਵ ਹੋਣਾ ਜ਼ਰੂਰੀ ਆ? ਇਹ ਸੀ ਮੇਰਾ। ਹਾਂ ਸਰ, ਬਹੁਤ ਵਧੀਆ ਸਵਾਲ ਹੈਗਾ ਹੈ। ਜਿਵੇਂ ਕਿੰਨਰਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ, ਇਹਨਾਂ ਜਸਵੀਰ ਰਾਣਾ ਹੋਣਾ ਨੇ ਕਹਾਣੀ ਲਿਖੀ, ਔਰ ਹਰਕੀਰਤ ਚਹਿਲ ਹੋਣਾ ਨੇ ਵੀ ਆਪਣਾ ਨਾਵਲ ਲਿਖਿਆ ਆਦਮ ਗ੍ਰਹਿਣ। ਮੇਰਾ ਵੀ ਦਿਲ ਕਰਦਾ ਸੀਗਾ, ਮੈਂ ਝੂਠ ਨਹੀਂ ਬੋਲੂ, ਮੇਰਾ ਵੀ ਦਿਲ ਬਹੁਤ ਸਮਾਂ ਪਹਿਲਾਂ ਨਾ ਮੇਰਾ ਜੀ ਕੀਤਾ ਕਿ ਮੈਂ ਇਹਨਾਂ ਬਾਰੇ ਗੱਲਾਂ ਕਰਾਂ, ਇਹਨਾਂ ਬਾਰੇ ਲਿਖਾਂ। ਤਾਂ ਸਾਡੇ ਇੱਕ ਅੰਮ੍ਰਿਤਸਰ ਦੇ ਵਿੱਚ ਹੀ ਗਲੀ ਵੱਜਦੀ ਆ, ਖੁਸਰਿਆਂ ਦੀ ਗਲੀ, ਤਾਂ ਮੈਂ ਉੱਥੇ 1-2 ਵਾਰੀ
ਗਈ ਤਾਂ ਮੇਰਾ ਦਿਲ ਕੀਤਾ ਕਿ ਇਹਨਾਂ ਨਾਲ ਡਾਇਲੋਗ ਕਰਾਂ, ਪਰ ਮੈਂ ਕੀਤੇ ਡਾਇਲੋਗ ਵੀ ਕੀਤੇ, ਪਰ ਮੇਰੇ ਕੋ ਉਹਨਾਂ ਨੂੰ ਜੀਵਿਆ ਨਹੀਂ ਗਿਆ ਔਰ ਮੈਂ ਨਹੀਂ ਲਿਖ ਪਾਈ। ਮਤਲਬ ਇਹ ਨਹੀਂ ਕਿ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਲੋਕਾਂ ਨੇ ਕਿੰਨਰਾਂ ਬਾਰੇ ਗੱਲਾਂ ਕੀਤੀਆਂ ਹੈਗੀਆਂ, ਕੁਝ ਵਿਸ਼ੇ ਇਸ ਤਰ੍ਹਾਂ ਦੇ ਹੈਗੇ ਆ ਕਿ ਤੁਸੀਂ ਜਾਂ ਤਾਂ ਉਹਨਾਂ ਪਾਤਰਾਂ ਨੂੰ ਬਹੁਤ ਨੇੜਿਓਂ ਵੇਖਦੇ ਹੋ, ਜਾਂ ਇਹ ਗੱਲ ਤੇ ਪੱਕੀ ਹੈਗੀ ਕਿ ਜਿਹੜਾ ਲੇਖਕ ਹੁੰਦਾ ਆ ਨਾ, ਉਹ ਕਿਸੇ ਇੱਕ ਲਾਈਨ ਤੋਂ ਵੀ ਪੂਰੀ ਦੀ ਪੂਰੀ ਕਹਾਣੀ ਘੜ ਲੈਂਦਾ ਹੈ। ਠੀਕ ਹੈ, ਮੈਂ ਇੱਕ ਕਹਾਣੀ ਕੁੜੀਆਂ ਹੈਗੀ ਆ, ਉਹ ਪੂਰੀ ਇੱਕ ਲਾਈਨ ਤੋਂ ਹੀ ਕਹਾਣੀ ਮੈਂ ਉਹ ਘੜੀ, ਪਰ ਇਹ ਜਿਹੜਾ ਸੀ ਮੇਰੀ ਪਕੜ ਵਿੱਚ, ਜੋ ਮੈਨੂੰ ਲੱਗਾ ਕਿ ਉਹਨਾਂ ਨੂੰ ਜਿਉਣਾ ਔਰ ਉਹਨਾਂ ਵਾਂਗ ਸਪੋਜ਼ ਕਰਨਾ, ਉਹਨਾਂ ਵਾਂਗ, ਜਿਵੇਂ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਇੱਥੇ, ਮੈਂ ਨੇਮਨ ਸਿੰਘ ਦੀ ਕਹਾਣੀ ਨੂਰੀ ਹੈਗੀ ਹੈ, ਉਹਦੇ ਵਿੱਚ ਇੱਕ ਆਉਂਦਾ ਹੈਗਾ ਕਿ ਸਾਡੇ ਕੁਣਬੇ 'ਚ ਹੋਈ ਹੈ ਮੌਤ, ਅਸੀਂ ਖੁਸ਼ੀ ਮਨਾਈ ਹੈ ਜਾਂ ਸੋਗ, ਜਦੋਂ ਲਾਸਟ ਰਿਚੁਅਲਸ ਕਰਦੇ ਆ ਕਿ ਰੱਬਾ ਮੁੜ ਸਾਨੂੰ ਇਸ ਜੂਨੀ ਨਾ ਪਾਈ। ਔਰ ਉਹ ਨੂਰੀ ਕਹਾਣੀ, ਮੈਂ ਜਿੰਨੀਆਂ ਕੁ ਕਹਾਣੀਆਂ ਪੜ੍ਹੀਆਂ ਹੈਗੀਆਂ ਨਾ ਇਸ ਕਿੰਨਰਾਂ ਬਾਰੇ, ਉਹ ਮੈਨੂੰ ਸਭ ਤੋਂ ਜ਼ਿਆਦਾ ਯਥਾਰਥ ਲੱਗਾ। ਹੁਣ ਮੇਰਾ ਕਈ ਵਾਰੀ ਜੀ ਕਰਦਾ ਕਿ ਨੇਮਨ ਸਿੰਘ ਹੋਣਾ ਨੂੰ ਪੁੱਛਾਂ ਕਿ ਉਹ ਕਿਵੇਂ ਵਾਬਸਤਾ ਸੀਗੇ ਉਸ ਤਰੀਕੇ ਨਾਲ, ਜਾਂ ਕਿਵੇਂ ਸੀਗਾ, ਹੈ ਨਾ। ਮੈਂ ਪੁੱਛਿਆ ਤਾਂ ਨਹੀਂ ਹਜੇ, ਪਰ ਮੈਨੂੰ ਲੱਗਦਾ ਹੈ ਕਿ ਉਹ ਵਾਲਾ ਜਿਹੜਾ ਉਹਨਾਂ ਦਾ ਸੱਚ ਸੀ ਨਾ, ਜਿੰਨਾ ਨੇਮਨ ਸਿੰਘ ਨੇ ਆਪਣੇ ਪਿੰਡੇ ਤੇ ਹੰਡਾਇਆ, ਬਾਕੀ ਬਹੁਤ ਸਾਰਿਆਂ ਲੋਕਾਂ ਨੇ ਕਹਾਣੀਆਂ ਲਿਖੀਆਂ, ਉਹ ਉਸ ਤਰੀਕੇ ਦੇ ਨਾਲ, ਵਧੀਆ ਕਹਾਣੀਆਂ ਮੈਂ ਇਹ ਨਹੀਂ ਕਹੂੰਗੀ ਮਾੜੀਆਂ, ਪਰ ਉਸ ਤਰੀਕੇ ਦੇ ਨਾਲ ਯਥਾਰਥ ਉਹਨਾਂ ਦਾ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਨਹੀਂ ਆਇਆ। ਇਹ ਬਿਲਕੁਲ ਠੀਕ ਹੈ ਕਿ ਲੇਖਕ ਜਿਹੜਾ ਹੈਗਾ ਹੈ ਨਾ, ਉਹ ਇੱਕ ਤੇ ਜੋ ਸਮਾਜ ਦੇ ਵਿੱਚ ਹੋ ਰਿਹਾ ਉਹ ਦੱਸਦਾ, ਤੇ ਇੱਕ ਸਮਾਜੋਂ ਜੋ ਨਹੀਂ ਸਾਨੂੰ ਦਿਖਦਾ ਉਹ ਦੱਸਦਾ ਹੈਗਾ ਆ। ਪਰ ਕਈ ਵਾਰੀ ਕੁਝ ਪਾਤਰਾਂ ਨੂੰ, ਕੁਝ ਲੋਕਾਂ ਨੂੰ, ਕੁਝ ਇਸ ਤਰ੍ਹਾਂ ਦੇ ਜੀਣਾ ਜਿਹੜਾ ਹੈ ਨਾ ਆਪਣੇ ਪਿੰਡੇ ਤੇ, ਉਹਨਾਂ ਦੇ ਸੱਚ ਨੂੰ ਹੰਡਾਉਣਾ ਜਿਹੜਾ ਆ, ਉਹ ਕਈ ਵਾਰੀ ਮੈਨੂੰ ਲੱਗਦਾ ਕਿ ਆਲਮੋਸਟ ਮੈਂ ਅੱਧੀ ਪਚੱਧੀ ਕਹਾਣੀ ਕਰਕੇ ਮੈਨੂੰ ਲੱਗਾ ਕਿ ਮੈਂ ਉਹਨਾਂ ਦਾ ਸੱਚ ਉਸ ਤਰੀਕੇ ਦਾ ਨਹੀਂ ਲਿਖ ਪਾ ਰਹੀ। ਹੋ ਸਕਦਾ ਜੇ ਮੈਂ ਲਿਖ ਲੈਂਦੀ ਕਹਾਣੀ ਤਾਂ ਉਹ ਵੀ ਬਾਕੀਆਂ ਵਾਂਗੂ ਪਸੰਦ ਆਉਂਦੀ, ਪਰ ਮੈਨੂੰ ਲੱਗਾ ਕਿ ਨਹੀਂ, ਇਮਾਨਦਾਰੀ ਨਾਲ ਮੈਂ ਦੱਸਦੀ ਹਾਂ ਕਿ ਇਹ ਉਹਨਾਂ ਦਾ ਸੱਚ ਉਸ ਤਰੀਕੇ ਨਾਲ ਮੇਰੇ ਕੋਲ ਨਹੀਂ ਪਕੜਿਆ ਜਾ ਰਿਹਾ। ਜੀ ਮੈਡਮ, ਬੜੀ ਵਧੀਆ ਗੱਲ ਕੀਤੀ। ਮੈਂ ਮਾਫੀ ਚਾਹਾਂਗਾ ਫਿਰ ਵਿੱਚ ਬੋਲਣ ਲਈ। ਅਸਲ ਦੇ ਵਿੱਚ ਤੁਹਾਨੂੰ ਲੱਗਦਾ ਹੋਵੇਗਾ ਕਿ ਹਰਿੰਦਰ ਇਕੱਲਾ ਹੀ ਇੰਨੇ ਸਵਾਲ ਪੁੱਛਿਆ ਨਾ, ਮੇਰੇ ਨਾ ਮਨ ਦੇ ਵਿੱਚ ਸਵਾਲ ਆ ਰਹੇ। ਮੈਨੂੰ ਇਹ ਲੱਗਦਾ ਕਿ ਹੁਣ ਨਾ ਕਹਾਣੀ ਬਾਰੇ ਮੈਂ ਸਵਾਲ ਕਰ ਲਵਾਂ। ਹੁਣ ਤਕਨੀਕੀ ਪੱਖ ਬਾਰੇ ਕਾਫੀ ਸਵਾਲ ਹੋ ਗਏ ਨੇ, ਹੈ ਨਾ। ਹਾਂਜੀ, ਹੈਲੋ। ਹਾਂਜੀ ਹਾਂਜੀ ਸਰ, ਕੰਟੀਨਿਊ ਕਰੋ। ਚਲੋ ਕੋਈ ਗੱਲ ਨਹੀਂ, ਮੇਰੇ ਖਿਆਲ ਚ ਹਰਿੰਦਰ ਜੀ ਤੁਹਾਡਾ ਮਾਈਕ ਨਾ ਆਫ ਹੋ ਗਿਆ ਹੋਵੇ ਜਾਂ ਉਹਦੇ ਵਿੱਚ ਨਾ ਨਾਰੀ ਦੀ, ਔਰਤ ਦੀ ਨਾ ਇੱਕ ਬੜੀ ਡਰ ਜਾਂ ਮਾਨਸਿਕ ਵਿਸ਼ਾਦ ਜਿਹੜਾ ਹੈਗਾ ਉਹ ਹੰਢਾ ਰਹੀ ਆ ਔਰਤ। ਰੌਡ ਦੇ ਵਿੱਚ ਜਿਹੜੀ ਉਹਦੀ ਮੁੱਖ ਪਾਤਰ ਆ, ਉਹ ਕਿੰਨੇ ਡਰ ਤੇ ਸਹਿਮ ਦੇ ਵਿੱਚ ਜੈ ਰਹੀ ਹੈ। ਜਿਹੜਾ ਸਾਡਾ ਸਮਕਾਲੀ ਦੌਰ ਆ ਜਾਂ ਸਮਕਾਲੀ ਸਮਾਂ, ਬੇਸ਼ੱਕ ਬਿਲਕੁਲ ਹੀ ਇਸ ਡਰ ਤੇ ਸਹਿਮ ਵਾਲਾ, ਜਿਹਦੇ ਵਿੱਚ ਬੰਦੇ ਨੇ ਆਪਣੇ ਮਨ ਨੂੰ ਅਨੇਕਾਂ ਤਰ੍ਹਾਂ ਦੇ ਸ਼ੰਕਿਆਂ ਤੇ ਦੁਬਿਧਾਵਾਂ ਦੇ ਵਿੱਚ ਘਿਰਿਆ ਹੋਇਆ। ਪਰ ਤੁਹਾਡੀ ਇਸ ਤੋਂ ਅਗਲੀ ਕਹਾਣੀ ਜਿਹੜੀ ਰਬਾਬੀ ਆ, ਉਹਦੇ ਵਿੱਚ ਜਿਹੜਾ ਉਹਦਾ ਮੁੱਖ ਪਾਤਰ ਆ, ਉਹ ਤੁਸੀਂ ਚਿਤਰਿਆ ਹੈਗਾ ਕਿ ਉਹ ਕਿਸੇ ਖਾਸ ਵਿਸ਼ਾਦ ਦੇ ਵਿੱਚ ਜਿਉ ਰਿਹਾ। ਉਹਦੇ ਤੇ ਇਸ ਮਾਹੌਲ ਦਾ ਕੋਈ ਅਸਰ ਨਹੀਂ। ਉਹ ਡਰ ਰਹਿਤ ਹੈ, ਸ਼ੰਕਾ ਰਹਿਤ ਹੈ, ਉਹਦੇ ਮਨ ਦੇ ਵਿੱਚ ਆਨੰਦ ਹੈ। ਬੇਸ਼ੱਕ ਉਹ ਗੁਰਬਾਣੀ ਨਾਲ ਜੁੜਿਆ ਹੋਇਆ ਤੁਸੀਂ ਦਿਖਾਇਆ। ਤੁਸੀਂ ਇਹਨਾਂ ਦੋਹਾਂ ਜੀਵਨ ਜਾਚਾਂ ਨੂੰ ਪੇਸ਼ ਕੀਤਾ। ਤੁਹਾਡੇ ਹਿਸਾਬ ਨਾਲ ਇਸ ਮਾਹੌਲ ਨਾਲ ਨਜਿੱਠਣ ਲਈ ਕਿਹੜੀ ਜੀਵਨ ਜਾਂਚ ਜਿਹੜੀ ਤੁਸੀਂ ਰਬਾਬੀ ਦੇ ਵਿੱਚ ਪੇਸ਼ ਕੀਤੀ ਹੈ ਕਿ ਉਹ ਗੁਰਬਾਣੀ ਦੀ ਸੂਝ ਨਾਲ, ਫਿਲਾਸਫੀ ਨਾਲ ਜੁੜਿਆ ਹੋਇਆ, ਇਹ ਜੀਵਨ ਜਾਂਚ ਸਾਨੂੰ ਅਪਣਾਉਣੀ ਚਾਹੀਦੀ ਹੈ। ਤੁਸੀਂ ਆਪਣੇ ਤੌਰ ਤੇ ਜਾਂ ਵਿਚਾਰਧਾਰਕ ਤੌਰ ਤੇ ਕਿਸ ਜੀਵਨ ਜਾਂਚ ਦੀ ਪ੍ਰੋੜਤਾ ਕਰਦੇ ਹੋ? ਵੇਖੋ, ਰਾਜ ਕਹਾਣੀ ਤੇ ਰਬਾਬੀ ਕਹਾਣੀ ਦੇ ਵਿਸ਼ੇ ਬਿਲਕੁਲ ਵੱਖਰੇ ਵੱਖਰੇ ਸੀ। ਇਸ ਲਈ ਉਹਦੇ ਵਿੱਚ ਜਿਹੜੀਆਂ ਘਟਨਾਵਾਂ ਹਨ, ਇਸ ਲਈ ਉਹਦੇ ਵਿੱਚ ਜਿਹੜੇ ਸਿਰਜੇ ਪਾਤਰ ਹਨ,
ਉਹ ਵੱਖਰੇ ਤਰ੍ਹਾਂ ਦਾ ਉਹਨਾਂ ਨੂੰ ਟ੍ਰੀਟਮੈਂਟ ਜਿਹੜਾ ਉਹ ਕਹਾਣੀ ਦੇ ਵਿੱਚ ਦਿੱਤਾ ਗਿਆ ਹੈਗਾ ਹੈ। ਔਰ ਜਿਹੜਾ ਉਹ ਤਾਂ ਬਿਲਕੁਲ ਜਿਹੜੀ ਰਾਡ ਕਹਾਣੀ ਹੈ ਉਹ ਪੜ੍ਹ ਕੇ ਬਹੁਤ ਸਾਰੇ ਅੱਜ ਵੀ ਜੇ ਉਹ ਕਿਤੇ ਛਪਦੀ ਆ ਤਾਂ ਮੈਨੂੰ ਬਹੁਤ ਸਾਰੇ ਫੋਨ ਵੀ ਆਉਂਦੇ ਆ, ਔਰ ਔਰਤਾਂ ਦੇ ਫੋਨ। ਉਹ ਕਹਿੰਦੇ ਆ ਕਿ ਜੇ ਇਹ ਰੇਪਿਸਟ ਇਹ ਕਹਾਣੀ ਪੜ੍ਹਨ ਤਾਂ ਹੋ ਸਕਦਾ ਆ ਕਿ ਉਹ ਇਸ ਤਰ੍ਹਾਂ ਦੇ ਕੰਮ ਨਾ ਕਰਨ, ਪਰ ਮੈਂ ਇਸ ਤਰ੍ਹਾਂ ਨਹੀਂ ਮੰਨਦੀ ਹੈਗੀ, ਕਿਉਂਕਿ ਮੈਨੂੰ ਐਂ ਲੱਗਦਾ ਆ ਉਹਦੇ ਵਿੱਚ ਇੱਕ ਸਵਾਲ ਕਰਦੀ ਹੈ ਕਿ ਮੈਨੂੰ ਦੱਸ ਵੀ ਇਹ ਰੇਪ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਇਹ ਰੇਪ ਕਿਉਂ ਹੁੰਦੇ ਆ, ਹੈ ਨਾ, ਵੀ ਇਹ ਕਿਉਂ ਨਹੀਂ ਕੋਈ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਇਹ ਰੇਪ। ਸਾਰੇ ਕਹਿੰਦੇ ਕਿ ਬੰਦ ਹੋਣੇ ਚਾਹੀਦੇ, ਆਪਾਂ ਕਿੰਨੀਆਂ ਸਜ਼ਾਵਾਂ ਵੀ ਉਹਨਾਂ ਨੂੰ ਦੇਤੀਆਂ, ਫਾਂਸੀ ਤੇ ਵੀ ਚਾੜਤਾ। ਤੇ ਇਹ ਜਿਹੜੇ ਲੋਕ ਰੇਪ ਕਰਦੇ ਆ ਨਾ, ਖਾਸ ਕਰਕੇ ਉਹਨਾਂ ਦੀ ਮੈਂਟੈਲਿਟੀ ਜਾਣਨ ਦੀ ਸਾਨੂੰ ਬਹੁਤ ਲੋੜ ਹੈਗੀ ਆ, ਉਹਨਾਂ ਦਾ ਉਹ ਨਰਚਰ ਵੇਖਣ ਦੀ ਬਹੁਤ ਲੋੜ ਹੈ ਕਿ ਲੋਕ ਕਿੱਥੇ ਜੀਂਦੇ ਹਨ, ਕਿੱਥੋਂ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਇਹ ਇਸ ਤਰ੍ਹਾਂ ਦੇ ਲੋਕ ਦਰਿੰਦੇ ਜਿਹੜੇ ਆ ਪੈਦਾ ਹੁੰਦੇ ਹਨ, ਕਿਉਂਕਿ ਉਹ ਵੀ ਤਾਂ ਸਾਡੇ ਸਮਾਜ ਦੇ ਵਿੱਚ ਹੀ ਕਿੱਧਰੇ ਪਲਦੇ ਹਨ ਨਾ, ਉਹ ਕੋਈ ਜੰਗਲੀ ਤਾਂ ਲੋਕ ਨਹੀਂ ਹੈਗੇ। ਤੇ ਫਿਰ ਉਹ ਜਾਂਗਲੀਪਣਾ ਇੰਨਾ ਕਿਵੇਂ ਆ ਜਾਂਦਾ ਹੈ ਔਰ ਇੱਕ ਨਾਰਮਲ ਘਰਾਂ ਦੇ ਉਹ ਬੱਚੇ ਨਹੀਂ ਹੋ ਸਕਦੇ, ਹੈ ਨਾ, ਇਸ ਤਰੀਕੇ ਦੇ ਨਾਲ ਜੋ ਮੇਰੇ ਮਨ ਦੇ ਵਿੱਚ ਸੋਚ ਆਉਂਦੀ। ਦੂਜੇ ਪਾਸੇ ਜਿਹੜੀ ਰਬਾਬੀ ਕਹਾਣੀ ਹੈਗੀ ਹੈ ਤਾਂ ਉਹ ਸਾਡਾ ਅੱਜ ਅਕੈਡੈਮਿਕ ਵੇਖ ਲਓ, ਸਾਡੀ ਰਾਜਨੀਤਿਕ ਵੇਖ ਲਓ, ਸਾਡੀ ਸਮਾਜਿਕ ਸੰਸਥਾਵਾਂ, ਸਾਡਾ ਧਾਰਮਿਕ ਸਾਰਾ ਆਲਾ ਦੁਆਲਾ ਤੁਸੀਂ ਵੇਖ ਲਓ, ਤਾਂ ਉਹਦੇ ਵਿੱਚ ਇੱਕ ਬੰਦਾ ਜਿਹੜਾ ਇੰਟਲੈਕਚੁਅਲ ਹੈਗਾ ਆ ਉਹ ਜਾਣਾ ਚਾਹੁੰਦਾ, ਕਦੀ ਉਹ ਧਾਰਮਿਕਤਾ ਵੱਲ ਜਾਂਦਾ, ਕਦੀ ਆਪਣੇ ਅਕੈਡੈਮਿਕ ਵੱਲ ਜਾਂਦਾ, ਉਹ ਸਾਰਾ ਕੁਝ ਨਾਲ ਲਈ ਫਿਰਦਾ। ਤਾਂ ਉਹਨੂੰ ਲੱਗਦਾ ਆ ਕਿ ਮੇਰਾ ਜਿੱਥੇ ਉਹ ਕਹਿੰਦਾ ਆ ਕਿ ਮਰਦਾਨਿਆਂ ਰਬਾਬ ਵਜਾ, ਹੈ ਨਾ, ਤਾਂ ਉਹ ਲਾਸਟ ਦੇ ਉੱਤੇ ਉਹ ਉਸ ਗੁਰੂ ਨਗਰੀ ਨੂੰ ਜਿਹੜਾ ਹੈਗਾ ਆ ਉਹਨੂੰ ਮੱਥਾ ਵੀ ਟੇਕਦਾ ਆ। ਤਾਂ ਉਹ ਕਹਿੰਦਾ ਆ ਕਿ ਨਾਨਕਾ ਤੇਰੀ ਨਗਰੀ ਜਿਹੜੀ ਆ ਵਸਦੀ ਰਵੇ, ਹੈ ਨਾ। ਤਾਂ ਇਹਦੇ ਵਿੱਚ ਸਾਡਾ ਪੁਰਾਣਾ ਵੀ ਪਿਆ ਹੋਇਆ ਕਿ ਵਸਦੇ ਰਹੋ ਤੇ ਉੱਜੜ ਜਾਓ। ਫਿਰ ਉਹ ਕਹਿੰਦਾ ਰਬਾਬ ਵਜਾ, ਔਰ ਉਹ ਕਹਿੰਦਾ ਆ ਕਿ ਧੁਨਾਂ ਜਿਹੜੀਆਂ ਉਹ ਭੁੱਲੀਆਂ ਵਿਸਰੀਆਂ ਧੁਨਾਂ ਜਿਹੜੀਆਂ ਆ ਉਹਦੇ ਤੇ ਆ ਗਈਆਂ। ਤਾਂ ਉਹ ਕੀ ਥਾਟ ਹੈਗਾ, ਕੀ ਹੈਗਾ ਆ, ਕੀ ਤੁਹਾਨੂੰ ਡਿਲੀਵਰ ਕਰਦਾ ਆ ਕਿ ਅੱਜ ਦਾ ਜਿਹੜਾ ਮਨੁੱਖ ਹੈਗਾ ਆ ਨਾ, ਉਹਨੂੰ ਆਪਣਾ ਜਿਹੜਾ ਉਹਦਾ ਇੰਟਲੈਕਟ ਹੈਗਾ, ਜਿਹੜਾ ਇੰਟਲੈਕਚੁਅਲ ਮਨੁੱਖ ਦਾ ਇੰਟਲੈਕਟ ਹੈਗਾ ਆ, ਉਹਨੂੰ ਹੀ ਬਚਾਉਣਾ ਔਖਾ ਹੋ ਗਿਆ। ਉਹ ਨਾਨਕ ਦਾ ਪੈਰੋਕਾਰ ਆਪਣੇ ਆਪ ਨੂੰ ਮਰਦਾਨਾ ਸਮਝਦਾ ਹੈ, ਪਰ ਮਰਦਾਨੇ ਲਈ ਉਸ ਨਾਨਕ ਵਿਦਿਆਲਿਆ ਦੇ ਵਿੱਚ ਹੀ ਜਗ੍ਹਾ ਨਹੀਂ। ਉਹਦੇ ਵਿੱਚ ਇੱਕ ਉਹ ਗੱਲ ਵੀ ਕਰਦਾ ਹੈ, ਕਹਿੰਦਾ ਨੌਕਰੀ ਤਾਂ ਉਹਨੂੰ ਮਿਲੀ ਜੋ ਹੈਡ ਦੇ ਨੇੜੇ ਸੀ, ਔਰ ਇਹ ਸਾਡੇ ਅੱਜ ਦੇ ਅਕੈਡੈਮਿਕ ਜਿਹੜਾ ਹੈਗਾ ਆ ਉਹਦਾ ਸੱਚ ਹੈਗਾ ਆ। ਬਹੁਤ ਸਾਰੀਆਂ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਮੈਂ ਇੱਥੇ ਇਹ ਨਹੀਂ ਕਹੂੰਗੀ ਕਿ ਸਾਰੇ ਲੋਕ ਇਸ ਤਰ੍ਹਾਂ ਹੀ ਆਉਂਦੇ ਆ, ਪਰ ਜ਼ਿਆਦਾ ਜਿਹੜਾ ਹੈਗਾ ਆ ਲੋਕ ਜਿਹੜੇ ਆ ਉਹ ਇਸੇ ਤਰ੍ਹਾਂ ਦਾ ਸਾਡਾ ਜਿਹੜਾ ਸਮਾਜਿਕ ਸਰੋਕਾਰ, ਰਾਜਨੀਤਿਕ ਸਰੋਕਾਰ, ਅਕੈਡੈਮਿਕ ਸਰੋਕਾਰ, ਧਾਰਮਿਕ ਸਰੋਕਾਰ ਜਦੋਂ ਇੰਨੇ ਗੰਧਲੇ ਹੋ ਜਾਂਦੇ ਆ ਤਾਂ ਇੱਕ ਮਰਦਾਨੇ ਵਰਗਾ ਬੰਦਾ ਜਿਹੜਾ ਹੈ ਉਹ ਆਪਣੀਆਂ ਸੁਰਾਂ ਜੇ ਬਚਾ ਲੈਂਦਾ ਹੈ ਤਾਂ ਉਹ ਹੀ ਉਹਦੀ ਜਿੱਤ ਲੱਗਦੀ ਹੈਗੀ ਹੈ ਉਸ ਨੂੰ। ਐਕਚੁਅਲੀ ਮੈਨੂੰ ਲੱਗਦਾ ਨਾ ਮੇਰਾ ਟੈਕਨੀਕਲ ਆਵਾਜ਼ ਕਰਕੇ ਨਾ ਸਵਾਲ ਕਨਵੇ ਨਹੀਂ ਹੋ ਪਾਇਆ। ਇਹ ਗੱਲ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ, ਪਰ ਮੈਂ ਜਿਹੜੇ ਪੁੱਛਣਾ ਚਾਹੁੰਦਾ ਸੀ ਉਹ ਗੱਲ ਇਹ ਹੈ ਕਿ ਇੱਕ ਜੀਵਨ ਜਾਂਚ ਇਹ ਹੈ ਜੋ ਸਾਨੂੰ ਰਬਾਬੀ ਕਹਾਣੀ ਦੇ ਵਿੱਚ ਨਜ਼ਰ ਆ ਰਹੀ ਆ, ਰਬਾਬ ਜੀਤ ਦੇ ਰੂਪ ਦੇ ਵਿੱਚ। ਦੂਸਰੀ ਜੀਵਨ ਜਾਂਚ ਉਹ ਆ ਜੋ ਹਰਿੰਦਰ ਜੀ ਮੈਂ ਕਲੀਅਰ ਕਰ ਦੇਣਾ, ਕੋਈ ਗੱਲ ਨਹੀਂ, ਮੈਂ ਸਮਝ ਗਿਆ ਤੁਹਾਡੀ ਗੱਲ। ਇੱਕ ਤਾਂ ਡਾਕਟਰ ਹਰਿੰਦਰ ਜੀ ਇਹ ਪੁੱਛਣਾ ਚਾਹ ਰਹੇ ਆ, ਮਤਲਬ ਸਿੱਧੇ ਤੇ ਛੋਟੇ ਜਿਹੇ ਸੰਖੇਪ ਰੂਪ ਦੇ ਵਿੱਚ, ਵੀ ਜੀਵਨ ਜਾਂਚ ਇੱਕ ਤਾਂ ਮਾਡਰਨ ਜੀਵਨ ਜਾਂਚ ਪਈ ਹੈ ਸਾਡੇ ਕੋਲੇ, ਹਨਾ। ਮੇਰੇ ਖਿਆਲ ਚ ਇਹੀ ਕਹਿਣਾ ਚਾਹੁੰਦੇ ਆ ਹਰਿੰਦਰ ਸਰ ਜੀ, ਇੱਕ ਮਾਡਰਨ ਜੀਵਨ ਜਾਂਚ ਆ ਜੀ, ਅਸੀਂ ਕਹਿੰਦੇ ਆ ਵੀ ਅਸੀਂ ਅਗਾਂਹ ਵਧੂ ਹੋ ਰਹੇ ਹਾਂ, ਸਾਡੇ ਉਹ ਰਹਿਣ ਸਹਿਣ, ਸਾਡਾ ਪਹਿਰਾਵਾ, ਸਾਡਾ ਖਾਣ ਪੀਣ ਮਾਡਰਨ ਆ। ਦੂਜੇ ਪਾਸੇ ਇੱਕ ਗੁਰਮਤ ਦੇ ਨਾਲ ਜੁੜੀ ਹੋਈ ਜਾਂ ਇੱਕ ਧਰਮ ਦੇ ਨਾਲ ਜੁੜੀ ਹੋਈ ਵਿਚਾਰਧਾਰਕ ਜੀਵਨ ਜਾਂਚ ਆ। ਤਾਂ ਤੁਹਾਡਾ ਮੰਨਣਾ ਵੀ ਕਿਹੜੀ ਜੀਵਨ ਜਾਂਚ ਸਾਨੂੰ ਅਪਣਾਉਣੀ ਚਾਹੀਦੀ ਹੈ? ਇੱਕ ਤਾਂ ਇਹ ਸਵਾਲ ਆ, ਤੇ ਨਾਲ ਹੀ ਮੈਂ ਸੁਖਬੀਰ ਸੁਖਨ ਜੀ ਨੂੰ ਬੇਨਤੀ ਕਰੂੰਗਾ, ਉਹਨਾਂ ਦਾ ਇੱਕ ਸਵਾਲ ਸੀਗਾ, ਉਹ ਵੀ ਆਪਣਾ ਸਵਾਲ ਨਾਲ ਐਡ ਕਰ ਦੇਣ। ਮੈਡਮ ਸੁਖਬੀਰ ਸੁਖਨ ਜੀ।
ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਮੇਰਾ ਕੁਐਸਚਨ ਜਿਹੜਾ ਹੈਗਾ ਆ ਥੋੜਾ ਜਿਹਾ ਹਟ ਕੇ ਆ। ਮੈਂ ਤੁਹਾਡੇ ਲਾਈਫ ਐਕਸਪੀਰੀਅੰਸ ਨਾਲ ਸੰਬੰਧਿਤ ਇੱਕ ਕੁਐਸਚਨ ਕਰਨਾ ਚਾਹੁੰਦੀ ਸੀ ਕਿ ਜਿੱਦਾਂ ਅਸੀਂ ਪਿਛਲੀਆਂ ਕਹਾਣੀਕਾਰ ਰੂਬਰੂ ਦੇ ਵਿੱਚ ਖਾਲਿਦ ਹੁਸੈਨ ਜੀ ਨੂੰ ਔਰ ਗੁਰਮੀਤ ਕੰਡਿਆਲਵੀ ਜੀ ਨੂੰ ਵੀ ਸੁਣਿਆ, ਉਹਨਾਂ ਨੇ ਵੀ ਆਪਣੇ ਜਿਹੜੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕੀਤੇ ਸੀ ਕਿ ਜਦੋਂ ਅਸੀਂ ਲਿਖਣਾ ਸ਼ੁਰੂ ਕੀਤਾ ਤਾਂ ਜਿਹੜੇ ਸਾਡੇ ਪਾਤਰ ਸੀ ਸਾਨੂੰ ਆਸ-ਪਾਸ ਨਜ਼ਰ ਆਉਂਦੇ ਤਾਂ ਅਸੀਂ ਉਹਨਾਂ ਨੂੰ ਹੂਬਹੂ ਉਹਨਾਂ ਦੇ ਰੁਤਬੇ ਸਮੇਤ, ਉਹਨਾਂ ਦੇ ਸਥਾਨ ਸਮੇਤ, ਇਵਨ ਦੈਟ ਉਹਨਾਂ ਦੇ ਨਾਮਾਂ ਸਮੇਤ ਅਸੀਂ ਉਹ ਕਹਾਣੀਆਂ ਸਿਰਜੀਆਂ ਔਰ ਉਹਨਾਂ ਦਾ ਖਾਮਿਆਜਾ ਵੀ ਫਿਰ ਉਹਨਾਂ ਨੂੰ ਭੁਗਤਣਾ ਪਿਆ ਕਿਤੇ ਨਾ ਕਿਤੇ। ਸੋ ਮੇਰਾ ਸਵਾਲ ਤੁਹਾਨੂੰ ਇਹੀ ਆ ਕਿ ਤੁਸੀਂ ਵੀ ਜ਼ਿੰਦਗੀ 'ਚ ਕੋਈ ਏਦਾਂ ਦਾ ਅਨੁਭਵ ਹੰਢਾਇਆ ਹੋਵੇ ਜਾਂ ਕੋਈ ਹੋਰ ਏਦਾਂ ਦਾ ਅਨੁਭਵ ਹੋਵੇ ਜਿਹੜਾ ਤੁਹਾਨੂੰ ਹਾਲੇ ਤੱਕ ਯਾਦ ਹੋਵੇ ਔਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ। ਹਾਂਜੀ, ਇਹ ਨਾ ਬੈਟਰੀ ਡਾਊਨ ਹੋ ਗਈ ਸੀ ਤੇ ਮੈਂ ਲਗਾ ਰਹੀ ਸੀ ਤਾਂ ਜੀ ਜੀ ਤੁਸੀਂ ਮਤਲਬ ਇਹ ਕੀ ਕਹਿਣਾ ਚਾਹੁੰਦੇ? 1 ਮਿੰਟ ਰਿਪੀਟ ਕਰਿਓ ਦੁਬਾਰਾ, ਮੇਰਾ ਧਿਆਨ ਉੱਧਰ ਚਲਾ ਗਿਆ। ਹਾਂਜੀ ਜੀ 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 ਮੈਮ, ਮੇਰਾ ਸਵਾਲ ਇਹ ਸੀਗਾ ਕਿ ਅਸੀਂ ਪਿਛਲੇ ਜਿਹੜੇ ਆਪਣੇ ਪ੍ਰੋਗਰਾਮ ਸੀ ਉਹਨਾਂ ਵਿੱਚ ਖਾਲਿਦ ਹੁਸੈਨ ਜੀ ਨੂੰ ਸੁਣਿਆ, ਗੁਰਮੀਤ ਕੰਡਿਆਲਵੀ ਜੀ ਨੂੰ ਸੁਣਿਆ। ਉਹਨਾਂ ਨੇ ਸਾਡੇ ਨਾਲ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਕਿ ਜਦੋਂ ਅਸੀਂ ਕਹਾਣੀ ਸਿਰਜਣਾ ਸ਼ੁਰੂ ਕੀਤੀ ਸੀ ਤਾਂ ਜੋ ਸਾਡੇ ਆਸ-ਪਾਸ ਦੇ ਵਰਤਾਰੇ 'ਚ ਜੋ ਪਾਤਰ ਸੀ ਸਾਨੂੰ ਨਜ਼ਰ ਆਉਂਦੇ, ਅਸੀਂ ਉਹਨਾਂ ਨੂੰ ਨਾਵਾਂ ਸਮੇਤ ਹੂਬਹੂ, ਮਤਲਬ ਉਹਨਾਂ ਨੂੰ ਨਾਵਾਂ ਸਮੇਤ, ਉਹਨਾਂ ਦੇ ਸਥਾਨ, ਉਹਨਾਂ ਦੇ ਅਹੁਦੇ ਕਿੱਤੇ ਦੇ ਅਨੁਸਾਰ ਅਸੀਂ ਉਹਨਾਂ ਨੂੰ ਸਿਰਜ ਦਿੱਤਾ ਔਰ ਉਹਨਾਂ ਦਾ ਸਾਨੂੰ ਬਾਅਦ ਵਿੱਚ ਖਾਮਿਆਜਾ ਵੀ ਭੁਗਤਣਾ ਪਿਆ। ਮੇਰਾ ਸਵਾਲ ਇਹ ਸੀ ਕਿ ਤੁਸੀਂ ਵੀ ਕੋਈ ਏਦਾਂ ਦਾ ਅਨੁਭਵ ਜਿਹੜਾ ਹੈਗਾ ਕੋਈ ਹੱਡੀ ਹੰਢਾਇਆ ਹੋਵੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਅਨੁਭਵ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ, ਕੋਈ ਵੀ ਰੌਚਕ ਅਨੁਭਵ ਜੋ ਤੁਹਾਨੂੰ ਤੁਹਾਡੀ ਯਾਦਾਸ਼ਤ ਵਿੱਚ ਮਤਲਬ ਹਮੇਸ਼ਾ ਤਾਜ਼ਾ ਰਹਿੰਦਾ ਹੋਵੇ। ਹਾਂ, ਮੈਂ ਨਾ ਜੀ ਤੁਹਾਨੂੰ ਬਹੁਤ ਸੋਹਣਾ ਸਵਾਲ ਹੈਗਾ ਆ। ਵੇਖੋ, ਦੋ ਤਰ੍ਹਾਂ ਦੀਆਂ ਗੱਲਾਂ, ਇੱਕ ਹੱਡ ਬੀਤੀ ਹੈ, ਇੱਕ ਜੱਗ ਬੀਤੀ ਹੈ, ਹਨਾ। ਜੀ ਜਿਹੜੀ ਸਾਡੀ ਹੱਡ ਬੀਤੀ ਹੈ ਨਾ, ਉਹ ਵੀ ਹਾਂਜੀ ਲੇਖਕ ਦੀ ਜਿਹੜੀ ਹੱਡ ਬੀਤੀ ਆ ਉਹ ਵੀ ਜੱਗ ਬੀਤੀ ਦਾ ਜਦੋਂ ਤੱਕ ਲਿਬਾਸ ਨਹੀਂ ਪੈ ਲੈਂਦੀ ਉਦੋਂ ਤੱਕ ਗੱਲ ਸਿਰੇ ਨਹੀਂ ਚੜ੍ਹਦੀ। ਇਸੇ ਤਰ੍ਹਾਂ ਜੀ ਜੱਗ ਬੀਤੀ ਜਿਹੜੀ ਹੈ ਉਹ ਲੇਖਕ ਕੋਲ ਜਦੋਂ ਆਉਂਦੀ ਆ ਨਾ, ਉਹਨੂੰ ਲੇਖਕ ਆਪਣੇ ਹੱਡਾਂ ਤੇ ਹੰਢਾਉਂਦਾ ਆ। ਠੀਕ ਹੈ ਜੀ ਬਿਲਕੁਲ ਔਰ ਬਿਲਕੁਲ ਜੀ ਮੈਂ ਤੁਹਾਨੂੰ ਇਹ ਆਪਣਾ ਪਰਸਨਲ ਦੱਸਦੀ। ਮੇਰੇ ਮਦਰ ਨੇ ਨਾ, ਮੇਰੀ ਕਿਤਾਬ ਆਈ ਆ ਹੁਣੇ ਜਿਹੀ, ਜੀ ਆਪਣੇ ਮਰਸੀਏ। ਓਕੇ ਤਾਂ ਮੇਰੇ ਮਦਰ ਕਹਿੰਦੇ ਆ ਤੇ ਆਪਣੇ ਮਰਸੀਏ ਤੇ ਤੂੰ ਹੁਣ ਜੇ ਮੈਂ ਹੁਣ ਕਿਤੇ ਕੋਈ ਸੁਣਦਾ ਹੋਊਗਾ ਤਾਂ ਫਿਰ ਉਹਨਾਂ ਨੇ ਕਹਿਣਾ ਆ ਕਿ ਤੇ ਜਦ ਕਿ ਵੇਖੋ ਨਾ ਬਦਲਿਆ, ਸਾਰਾ ਕੁਝ ਬਦਲਿਆ ਆ, ਪਰ ਮੇਰੀ ਮਾਂ ਜਿਹੜੇ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਪਾਤਰ ਤਾਂ ਆਪਾਂ ਆਲੇ ਦੁਆਲੇ ਤੋਂ ਹੀ ਲੈਣੇ ਆ ਨਾ, ਤਾਂ ਕਹਿੰਦੀ ਜੀ ਨਹੀਂ ਆ ਜੀ ਤੇ ਤੂੰ ਮੇਰੀ ਸਹੇਲੀ ਦੀ ਕਹਾਣੀ ਲਿਖ ਮਾਰੀ, ਹੈ ਨਾ। ਤੇ ਜੀ ਫਿਰ ਨਾ ਆਪ ਹੀ ਕਹਿੰਦੇ ਹੌਲੀਡੇ ਵਾਈਫ ਦੇ ਵਿੱਚ ਮੈਨੂੰ ਕਹਿੰਦੇ ਤੂੰ ਤੇ ਮਾਂ ਨੂੰ ਵੀ ਭੁਲੇਖਣ ਲਾਤਾ। ਮੈਂ ਕਿਹਾ ਮੈਂ ਕੀ ਕੀਤਾ ਹੈ ਨਾ। ਕਹਿੰਦੇ ਲੈ ਉਹਦੇ ਚ ਤੂੰ ਕਹਿੰਦੀ ਨਹੀਂ ਆ ਕਿ ਵੀ ਮੈਂ ਰਹਿਣ ਆਈ ਸੀ ਰਾਤ, ਪਰ ਮਾਂ ਤੇ ਕੰਮ ਧੰਦੇ ਲੱਗੀ ਰਹੀ। ਤੇ ਮੈਂ ਕਿਹਾ ਜਿਹੜੇ ਤੇ ਬਹੁਤ ਤੁਹਾਡੇ ਘਰ ਦੇ, ਮੈਂ ਕਿਹਾ ਹੁਣ ਮੰਮਾ ਵੀ ਆਪਣੇ ਮਾਂ ਨੂੰ ਮੈਂ ਕਿਹਾ ਕਿ ਉਹ ਹੌਲੀਡੇ ਵਾਈਫ ਵੀ ਮੈਂ ਤੇ ਹੌਲੀਡੇ ਵਾਈਫ ਨਹੀਂ ਨਾ ਹੈਗੀ ਵੀ ਇੱਕ ਨਹੀਂ ਆਂਦੀ। ਉਹ ਮੈਂ ਸਮਝਦੀ ਆ ਸਾਰੇ ਕੁਝ, ਉਹ ਤੇ ਜੀ ਜੀ ਪਰ ਵਿੱਚ ਤੇ ਗੱਲਾਂ ਉਹੋ ਹੀ ਆ ਨਾ। ਫਿਰ ਨਾ ਕਹਿੰਦੇ ਫਿਰ ਉਹਦੇ ਵਿੱਚ ਇੱਕ ਆਉਂਦਾ ਆ ਕਿ ਉਹ ਭਾਬੀ ਨੂੰ ਪਤਾ ਨੀ ਕੀ ਸੀ, ਭਰਾ ਨੂੰ ਪਤਾ ਨੀ ਕੀ ਸੀ, ਵੀ ਇਹ ਘਰ ਤਾਂ ਮੇਰਾ ਹੈਗਾ। ਕਹਿੰਦੀ ਤੇਰੇ ਭਰਾ ਨੇ ਪੜ੍ਹੀ ਆ ਕਹਾਣੀ? ਮੈਂ ਕਿਹਾ ਉਹਨੇ ਪੜ੍ਹੀ ਵੀ ਆ ਤੇ ਸ਼ੇਅਰ ਵੀ ਕੀਤੀ ਆ। ਤੇ ਕਹਿੰਦੀ ਤੂੰ ਤੇ ਸਭ ਨੂੰ ਦਬਲ ਛੱਡਿਆ ਵਿੱਚ। ਮੈਂ ਕਿਹਾ ਭਰਾ ਹੁਣ ਮੈਂ ਤੁਹਾਨੂੰ ਜਸਟ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਪਰਿਵਾਰ ਹੁੰਦੇ ਆ, ਜਿਹੜੇ ਸਾਡੇ ਉਹਨਾਂ ਨੇ ਆਲੇ ਦੁਆਲੇ ਨੂੰ ਵੇਖਿਆ ਹੁੰਦਾ ਔਰ ਉਹਨਾਂ ਲੋਕਾਂ ਨੂੰ ਉਹ ਜਾਣਦੇ ਹੁੰਦੇ ਆ, ਤਾਂ ਉਹਨਾਂ ਵਿੱਚੋਂ ਉਹ ਟੋਹਾਂ ਲੱਭ ਲੈਂਦੇ ਆ ਕਿ ਆ ਹੈਗਾ। ਪਰ ਇਸ ਤਰੀਕੇ ਦਾ ਮੈਨੂੰ ਖਮਿਆਰਾ, ਕਿਉਂਕਿ ਮੈਂ ਆਪਣੇ ਜਿਹੜੇ ਕੜਿਆਲਵੀ ਹੋਣਾ ਵਾਂਗੂ ਨਹੀਂ ਕੀਤਾ, ਮੈਂ ਉਹਨਾਂ ਦੇ ਨਾਂ ਬਦਲ ਦਿੰਦੀ ਆ। ਪਰ ਜਿਹੜੇ ਜਿਵੇਂ ਰਬਾਬੀ ਕਹਾਣੀ ਦੇ ਵਿੱਚ ਜਿਹੜੇ ਇੰਸੀਡੈਂਟ ਹੈਗੇ ਆ, ਜਾਂ ਜਿਹੜੇ ਲੋਕ ਮੈਨੂੰ ਜਾਣਦੇ ਆ ਕਿ ਇਹਨੇ ਵੀ ਇੰਟਰਵਿਊ ਦਿੱਤੀ ਸੀਗੀ ਆਪਣੇ ਯੂਨੀਵਰਸਿਟੀ ਦੇ ਵਿੱਚ, ਉੱਥੇ ਇਸ ਤਰ੍ਹਾਂ ਹੋਇਆ ਸੀ। ਤਾਂ ਉਹਨਾਂ ਨੇ ਮੈਨੂੰ ਫੋਨ ਕਰ ਕਰਕੇ ਪੁੱਛਿਆ। ਉਹ ਤਾਂ ਕਈਆਂ ਨੇ ਜਲੰਧਰੋਂ ਫੋਨ ਕੀਤਾ ਜੀ, ਉਹ ਤਾਂ ਖਾਣੀ ਪਤਾ ਨੀ ਕਿਹੜੇ ਹੈਡ ਦੀ ਗੱਲ ਹੈਗੀ। ਮੈਂ ਕਿਹਾ
ਕਿਸੇ ਪਾਰਟਿਕੂਲਰ ਹੈਡ ਦੀ ਨਹੀਂ ਹੈਗੀ, ਇਹ ਸਾਰੇ ਉਹਨਾਂ ਹੈਡ ਲਈ ਆ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈਗੇ ਕਿ ਜਿਹੜਾ ਲੇਖਕ ਉਹ ਲੈਂਦਾ ਉੱਥੋਂ ਹੀ ਹੈ, ਸਾਡੀ ਸੁਸਾਇਟੀ ਦੇ ਵਿੱਚੋਂ ਹੀ ਆਪਾਂ ਲੈਂਦੇ ਆ, ਪਰ ਜਿਹੜੀ ਗੱਲ ਹੈ ਉਹ ਸਭ ਦੇ ਉੱਪਰ ਉਹ ਜਿਹੜੀ ਹੈ ਫੈਲ ਜਾਂਦੀ ਹੈਗੀ ਹੈ। ਤਾਂ ਇਸ ਤਰ੍ਹਾਂ ਦੀ ਬਹੁਤ, ਫਿਰ ਮੈਂ ਆਪਣੇ ਮਦਰ ਨੂੰ ਕਿਹਾ, ਮੈਂ ਕਿਹਾ ਮੰਮੀ, ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਮੇਰੀਆਂ ਕਹਾਣੀਆਂ ਚੋਂ ਤਾਂ ਬੜਾ ਕੁਝ ਲੱਭ ਲਿਆ, ਤੇ ਫਿਰ ਡੈਡੀ ਦੀਆਂ ਕਹਾਣੀਆਂ ਚੋਂ ਵੀ ਲੱਭ ਲੈਂਦੇ, ਕਹਿੰਦੇ ਉੱਥੋਂ ਵੀ ਬਥੇਰਾ ਕੁਝ ਪਤਾ ਲੱਗ ਜਾਂਦਾ ਸੀ ਵੀ ਕਿਹੜੀ ਗੱਲ ਇਸ ਤਰੀਕੇ ਦੇ ਨਾਲ ਕਿ ਜਿਹੜੇ ਲੋਕ, ਜਿਵੇਂ ਮੈਂ ਆਪਣੇ ਫਾਦਰ ਦੀਆਂ ਕਹਾਣੀਆਂ ਚ ਬੜੇ ਕਰੈਕਟਰ ਲੱਭ ਲੈਂਦੀ ਸੀ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਹੀ ਆਉਂਦੇ ਜਾਂਦੇ ਹੈਗੇ ਸੀ। ਹਾਂ, ਤਾਂ ਮੈਨੂੰ ਲੱਗਦਾ ਪੂਰਾ ਹੋ ਗਈ ਹੈ ਗੱਲ। ਹਾਂਜੀ ਜੀ ਸ਼ੁਕਰੀਆ ਮੈਮ, ਬਹੁਤ ਸ਼ੁਕਰੀਆ ਜੀ ਮੈਡਮ ਸਰਕੀ ਜੀ, ਬੜਾ ਵਧੀਆ ਲੱਗਿਆ। ਬਿਲਕੁਲ ਏਦਾਂ ਹੀ ਹੁੰਦਾ ਹੈ ਵੈਸੇ ਵੀ। ਜਿਹੜਾ ਇੱਕ ਮੈਂ ਸਵਾਗਤ ਕਰਨਾ, ਸਾਡੇ ਨਾਲ ਗੁਰਮੀਤ ਕੜਿਆਲਵੀ ਜੀ ਜੁੜੇ ਸਾਡੇ ਨਾਲ। ਸੌਰੀ ਮੈਂ ਤੁਹਾਨੂੰ ਰੋਕ ਰਿਹਾ ਮੈਡਮ, ਅਸੀਂ ਗੁਰਮੀਤ ਕੜਿਆਲਵੀ ਦਾ ਸਵਾਗਤ ਕਰਦੇ ਹਾਂ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ। ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਜੀ। ਤੇ ਹੁਣੇ ਉਹਨਾਂ ਬਾਰੇ ਗੱਲ ਵੀ ਹੋ ਕੇ ਹਟੀ ਸੀਗੀ, ਉਹਨਾਂ ਦੀਆਂ ਕਹਾਣੀਆਂ ਬਾਰੇ, 1 ਮਿੰਟ ਹੀ ਲੇਟ ਜੁੜੇ, ਲੇਟ ਹੋ ਗਏ ਥੋੜੇ, ਚਲੋ ਕੋਈ ਗੱਲ ਨਹੀਂ। ਇੱਕ ਮੈਂ ਗੁਜ਼ਾਰਿਸ਼ ਕਰੂੰਗਾ, ਜਿਵੇਂ ਸਾਡੇ ਨਾਲ ਤੁਹਾਡੇ ਸਮਕਾਲੀ ਜਿਹੜੇ ਜੁੜੇ ਹੋਏ ਆ, ਸੁਖਪਾਲ ਥਿੰਦ ਜੀ ਆ, ਗੁਰਮੀਤ ਕੜਿਆਲਵੀ ਜੀ ਆ, ਕੇ ਤ੍ਰਿਪਤਾ ਜੀ ਆ, ਦੀਪਤੇ ਬਹੂਤਾ ਜੀ ਆ, ਮੈਂ ਚਾਹੂੰਗਾ ਜੇ ਉਹ ਵੀ ਕੋਈ ਆਪਣਾ ਸਵਾਲ ਜਾਂ ਗੱਲਬਾਤ ਰੱਖਣੀ ਚਾਹਣ ਤਾਂ ਉਹਨਾਂ ਦਾ ਸਵਾਗਤ ਆ, ਉਹ ਵੀ ਆਪਣੀ ਗੱਲਬਾਤ ਵਿੱਚ ਰੱਖ ਸਕਦੇ ਆ। ਤਾਂ ਅਗਲਾ ਸਵਾਲ ਮੇਰਾ ਇਹ ਸੀ ਜੀ, ਤੁਹਾਡੀ ਜਿਵੇਂ ਗੱਲਬਾਤ ਚੱਲ ਰਹੀ ਸੀ ਉਸੇ ਨਾਲ ਹੀ ਜੁੜਦੀ ਗੱਲਬਾਤ ਮੈਂ ਪੁੱਛਣਾ ਚਾਹੁੰਦਾ ਸੀਗਾ। ਤੁਹਾਡੀ ਇੱਕ ਕਹਾਣੀ ਆ ਬਰਸੇ ਮੇਘ, ਜਿਹੜੀ ਤੁਸੀਂ ਅਕੈਡਮਿਕ ਖੇਤਰ ਨੂੰ ਸਾਹਮਣੇ ਰੱਖ ਕੇ, ਜਿਹੜਾ ਮੈਨੂੰ ਲੱਗਦਾ ਵੀ ਜਾਂ PhD ਦੇ ਦੌਰਾਨ ਜਿਸ ਤਰ੍ਹਾਂ ਦਾ ਸ਼ੋਸ਼ਣ, ਚਾਹੇ ਉਹ ਕੁੜੀਆਂ ਚਾਹੇ ਮੁੰਡੇ ਆ, ਮਤਲਬ ਇੱਕ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਜਾਂ ਕੀਤਾ ਜਾਂਦਾ ਹੈ, ਤਾਂ ਇਹੋ ਜਿਹੇ ਵਿਸ਼ੇ ਨੂੰ ਲਿਖਣ ਦਾ ਜਿਹੜਾ ਹਰ ਇੱਕ ਲੇਖਕ ਦਾਈਆ ਨਹੀਂ ਕਰਦਾ, ਖਾਸ ਤੌਰ ਤੇ ਜਿਹੜਾ ਇਸ ਖੇਤਰ ਦੇ ਵਿੱਚ ਵਿਚਰਦਾ। ਜਿਵੇਂ ਤੁਸੀਂ ਨਾਲ ਟੀਚਿੰਗ ਜੌਬ ਦੇ ਵਿੱਚ ਵੀ ਆ, ਮਤਲਬ ਤੁਹਾਨੂੰ ਉਹ ਚੀਜ਼ਾਂ ਦਾ ਫਿਰ ਦੁਬਾਰਾ ਇੱਕ, ਜਿਵੇਂ ਆਪਾਂ ਕਹਿੰਦੇ ਖਾਮਿਆਜੇ ਦੇ ਰੂਪ ਦੇ ਵਿੱਚ ਭੁਗਤਣਾ ਵੀ ਪੈ ਸਕਦਾ ਹੈ। ਤਾਂ ਇਸ ਤਰ੍ਹਾਂ ਦਾ ਰਿਸਕ ਨਹੀਂ ਲੈਂਦਾ ਛੇਤੀ ਕਿਤੇ, ਜਿਹੜਾ ਮੈਨੂੰ ਲੱਗਦਾ ਲੇਖਕ, ਜਿੰਨਾ ਕੁ ਮੈਂ ਪੜ੍ਹਿਆ ਹਾਂ। ਤਾਂ ਤੁਸੀਂ ਕੋਈ ਇਸ ਕਹਾਣੀ ਲਿਖਣ ਵੇਲੇ ਤੁਹਾਨੂੰ ਕਿਸੇ ਤਰ੍ਹਾਂ ਦੀ ਝਿਜਕ ਮਹਿਸੂਸ ਹੋਈ ਹੋਵੇ, ਜਾਂ ਕਿਸੇ ਤਰ੍ਹਾਂ ਦਾ ਡਰ ਤੁਹਾਡੇ ਮਨ ਦੇ ਵਿੱਚ ਖੜਾ ਹੋਇਆ ਹੋਵੇ, ਜਾਂ ਉਸ ਤੋਂ ਬਾਅਦ ਦਾ ਜਿਹੜਾ ਪ੍ਰਤੀਕਰਮ ਤੁਹਾਨੂੰ ਕਿੱਦਾਂ ਦਾ ਮਿਲਿਆ, ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਸਰ ਪਤਾ ਨਹੀਂ, ਇਹ ਨਾ ਮੈਂ ਬੇਸਿਕਲੀ ਬੜੀ ਮੈਂ ਡਰਦੀ ਨਹੀਂ ਹੈਗੀ ਨਾ, ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਜਿਹੜੇ ਮੱਕੇ, ਜੇ ਅਸੀਂ ਲਿਖਣ ਵੇਲੇ ਵੀ ਝੂਠ ਬੋਲਦੇ ਰਹੇ, ਜਾਂ ਲਿਖਤ ਵਿੱਚ ਤਾਂ ਸਾਨੂੰ ਇਮਾਨਦਾਰ ਹੋਣਾ ਚਾਹੀਦਾ ਨਾ, ਸੱਚ ਬੋਲਣਾ ਚਾਹੀਦਾ ਆ, ਤਾਂ ਕੀ ਇਹ ਗੱਲਾਂ ਨਹੀਂ ਹੁੰਦੀਆਂ? ਸਾਡੇ ਕੋਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈਗੀਆਂ ਜਿਹਦੇ ਵਿੱਚ, ਜੋ ਮੈਂ ਬਰਸੇ ਮੇਘ ਵਿੱਚ ਲਿਖਿਆ ਹੈਗਾ ਆ ਕਿ 25 ਸਾਲ ਬਹੁਤ ਥੋੜੀ ਉਮਰ ਦੀਆਂ ਔਰਤਾਂ, ਮਤਲਬ ਕਈ ਪ੍ਰੋਫੈਸਰਾਂ ਨੇ ਉਹਨਾਂ ਨੇ ਨਾਲ ਵਿਆਹ ਕਰਾਏ ਹੈਗੇ, ਬਹੁਤ ਸਾਰੇ ਆਲੇ ਦੁਆਲੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਮਿਲ ਜਾਂਦੀਆਂ। ਉਹਦੇ ਵਿੱਚ ਖਮਿਆਜਾ ਭੁਗਤਣ ਵਾਲੀ ਇਸ ਲਈ ਨਹੀਂ ਗੱਲ ਕਿ ਉਹਦੇ ਵਿੱਚ ਜੇ ਤੁਸੀਂ ਕਹਾਣੀ ਪੜ੍ਹੀ ਹੈ ਤਾਂ ਜਿਵੇਂ ਕਹਿ ਦਿੱਤਾ ਜਾਂਦਾ ਆ ਕਿ ਸ਼ੋਸ਼ਣ ਵਾਲੀ ਗੱਲ ਨਹੀਂ ਹੈਗੀ। ਮੈਂ ਉਹਦੇ ਵਿੱਚ ਇਹ ਕਿਹਾ ਆ ਕਿ ਇਵੇਂ ਦੀਆਂ ਸਾਂਝਾਂ ਬਣਦੀਆਂ ਕਿਵੇਂ ਇਸ ਤਰ੍ਹਾਂ ਦੇ ਰਿਸ਼ਤੇ ਜਿਹੜੇ ਆ ਉਹ ਬਣ ਜਾਂਦੇ ਹੈਗੇ ਆ। ਔਰ ਉਹਦੇ ਵਿੱਚ ਉਹ ਪ੍ਰੋਫੈਸਰ ਵੀ ਕਹਿੰਦਾ ਆ ਕਿ ਮੈਨੂੰ ਕਈ ਵਾਰੀ ਆਪਣਾ ਘਰ ਨਹੀਂ ਲੱਗਦਾ, ਇੱਕ ਕੋਠਾ ਨਜ਼ਰ ਆਉਂਦਾ ਜਿੱਥੇ ਮੈਂ ਬਹੁਤ ਸਾਰਿਆਂ ਨੂੰ ਵਰਤਦਾ ਹੋਇਆ ਆਪ ਵੀ ਵਰਤਿਆ ਜਾ ਰਿਹਾ ਹੋਵਾਂ। ਉਹਨਾਂ ਦੇ ਵਿੱਚ ਜਿਹੜੇ ਉਹ ਸਵਾਲ ਜਵਾਬ ਹੈਗੇ ਆ ਨਾ ਸਟੂਡੈਂਟ ਤੇ ਟੀਚਰ ਦੇ, ਤਾਂ ਉਹਦੇ ਵਿੱਚ ਉਹ ਕਹਿੰਦਾ ਆ ਕਿ ਬਾਇਰਨ ਜਿਹੜਾ ਹੈ, ਬਾਇਰਨ ਦੇ ਹਵਾਲੇ ਰਾਹੀਂ ਪੁੱਛਦਾ ਆ ਕਿ ਉਹਦੀਆਂ ਬਹੁਤ ਸਾਰੀਆਂ ਦੋਸਤ ਕੁੜੀਆਂ ਸੀਗੀਆਂ, ਤੇਰਾ ਇਹੋ ਜਿਹੇ ਰਿਸ਼ਤਿਆਂ ਬਾਰੇ ਉਹ ਕਹਿੰਦੀ ਹੈ ਕਿ ਉਹ ਬੜੇ ਸੋਹਣੇ ਜਵਾਬ ਦਿੰਦੀ ਹੈਗੀ ਹੈ। ਤਾਂ ਉਹਦੇ ਵਿੱਚ ਉਹ ਗੱਲ ਵੀ ਕਰਦੀ ਹੈਗੀ ਆ ਕਿ ਔਰਤ ਕੋਈ ਸ਼ਾਮ ਲਾਟ 'ਚ ਲੱਗਿਆ ਨਲਕਾ ਨਹੀਂ ਹੁੰਦੀ ਕਿ ਜਿਹਨੂੰ ਕੋਈ ਆਪਣੀ ਮਰਜ਼ੀ ਨਾਲ ਗੇੜੇ ਤੇ ਆਪਣੀ ਪਿਆਸ ਬੁਝਾ ਕੇ ਤੁਰਦਾ ਬਣੇ। ਇਸ ਕਹਾਣੀ ਦੇ ਵਿੱਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਕਿ PhD ਕਰਨ ਲਈ
ਪ੍ਰੋਫੈਸਰ ਬਹੁਤ ਸਾਰੀਆਂ ਔਰਤਾਂ ਦਾ ਸ਼ੋਸ਼ਣ ਕਰਦੇ, ਮੈਂ ਇਸ ਕਹਾਣੀ ਵਿੱਚ ਇਹ ਵਾਲੀ ਗੱਲ ਨਹੀਂ ਕੀਤੀ। ਉਹਦੇ ਵਿੱਚ ਮੈਂ ਦੱਸਣਾ ਚਾਹਿਆ ਆ ਕਿ ਇਹੋ ਜਿਹੇ ਰਿਸ਼ਤੇ ਕਈ ਵਾਰੀ ਉਂਝ ਵੀ ਬਣਦੇ ਆ। ਸ਼ੋਸ਼ਣ ਕੋਈ ਨਹੀਂ ਹੁੰਦਾ ਕਿ ਔਰਤ ਕੋਈ, ਜਿਹੜੀ ਮੈਂ ਗੱਲ ਕੀਤੀ ਆ ਉਹਦਾ ਹੀ ਜਵਾਬ ਸੀਗਾ ਕਿ ਆਪਣੇ ਆਪ ਕੋਈ ਨਲਕਾ ਤਾਂ ਨਹੀਂ ਨਾ ਹੈਗੀ ਕਿ ਉਹਨੂੰ ਸ਼ੈ ਵਾਂਗੂ ਵਰਤਿਆ ਜਾ ਸਕਦਾ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਕਿ ਉਹਨੂੰ ਸ਼ੈ ਵਾਂਗ ਵਰਤਿਆ ਜਾਂਦਾ। ਸ਼ੈ ਵਾਂਗ ਨਹੀਂ ਵਰਤਿਆ ਜਾਂਦਾ। ਇਸ ਤਰ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਵੀ ਭਾਵੇਂ ਮਜਬੂਰੀ ਵਸ ਬਣਦੇ ਆ, ਜੇ ਆਪਾਂ ਕਹਿ ਵੀ ਲਈਏ ਮੇਰੀ ਕਹਾਣੀ ਦੇ ਵਿੱਚ ਉਸ ਤਰ੍ਹਾਂ ਨਹੀਂ ਹੈ, ਪਰ ਉਸ ਔਰਤ ਦੀ ਮਨਜ਼ੂਰੀ ਹੁੰਦੀ ਹੈ। ਔਰ ਬੀਇੰਗ ਏ ਵੂਮਨ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਇੱਕ PhD ਲੈਵਲ ਦੀ ਔਰਤ, ਕੁੜੀ ਜਾਂ ਹੋਰ ਜਿਹੜੀਆਂ ਸਾਡੀਆਂ ਵਿਦਿਆਰਥਣਾਂ ਹੈਗੀਆਂ ਆ, ਮੈਂ ਵੀ PhD ਕੀਤੀ ਹੈਗੀ ਹੈ, ਤੇ ਜਿਹੜੇ ਸਾਡੇ ਉੱਥੇ ਆਲੇ ਦੁਆਲੇ ਇਸ ਤਰ੍ਹਾਂ ਦੇ ਰਿਸ਼ਤੇ ਹੈ ਵੀ ਸੀਗੇ, ਤਾਂ ਉਹ ਫਿਰ ਉਹਨਾਂ ਦੋਵਾਂ ਧਿਰਾਂ ਦੀ ਸਮਝੌਤਾ ਹੀ ਸੀ ਨਾ। ਦੋਵਾਂ ਧਿਰਾਂ ਦੀਆਂ ਕਿਤੇ ਨਾ ਕਿਤੇ ਆਪਸੀ ਉਹਨਾਂ ਦੀਆਂ, ਮੈਨੂੰ ਨਹੀਂ ਜਿਵੇਂ ਵੀ ਉਹਨਾਂ ਦੇ ਰਿਸ਼ਤੇ ਬਣਦੇ ਸੀਗੇ। ਜਿਵੇਂ ਤੁਸੀਂ ਉਹ ਕਹਾਣੀ ਦੇ ਵਿੱਚ ਵੀ ਲਿਖਿਆ ਵੀ ਜਿਹੜਾ ਵਰਤਣ ਵਾਲੀ ਚੀਜ਼ ਆ ਉਹ ਬੰਦੇ ਦੀ ਸਹਿਮਤੀ ਦੇ ਨਾਲ ਵਰਤੀ ਜਾਂਦੀ ਆ। ਔਰ ਜਿਹੜਾ ਸਟੂਡੈਂਟ ਦਾ ਡਾਇਲੋਗ ਆ ਵੀ ਮਰਜ਼ੀ ਬਗੈਰ ਕਿਤੇ ਕੁਝ ਵੀ ਨਹੀਂ ਵਰਤਿਆ ਜਾ ਸਕਦਾ। ਪਰ ਮੇਰਾ ਸਵਾਲ ਇਹ ਸੀ, ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਇੱਕ ਤਾਂ ਇਸ ਵਿਸ਼ੇ ਨੂੰ ਸਾਹਮਣੇ ਲਿਆਉਣਾ, ਚਾਹੇ ਉਹ ਸਹਿਮਤੀ ਨਾਲ ਚੱਲ ਰਿਹਾ, ਚਾਹੇ ਅਸਹਿਮਤੀ ਨਾਲ ਜਾਂ ਮਜਬੂਰੀ ਵਸ, ਜਿਵੇਂ ਉਹਨੂੰ ਮਿਲਣ ਆਉਂਦੇ ਆ ਸਟੂਡੈਂਟ, ਉਹ ਬੈਠੀ ਆ ਤਾਂ ਉਹ ਦੱਸਦੇ ਵੀ ਮੇਰੀ ਸਟੂਡੈਂਟ ਤੋਂ ਔਖੇ ਸਵਾਲ ਤਾਂ ਨਹੀਂ ਪੁੱਛੇ ਤੁਸੀਂ। ਉਹ ਆ ਕੇ ਕਹਿੰਦਾ ਵੀ ਹਾਂ ਤੇਰੀ ਸਟੂਡੈਂਟ ਅਸੀਂ ਸੈੱਟ ਕਰਾ ਜਾਂਦੀ ਆ। ਜਿਵੇਂ ਮਤਲਬ ਇੱਕ ਤਰ੍ਹਾਂ ਦਾ ਭਰਮਾਊ ਮਾਇਆ ਜਾਲ ਜਿਹੜਾ ਬੁਣਿਆ ਜਾਂਦਾ ਹੈ। ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਵੀ ਉਹ ਤੋਂ ਕੋਈ ਦੋ ਰਾਹ ਨਹੀਂ ਹੁੰਦਾ ਜਾਂ ਨਹੀਂ ਹੁੰਦਾ। ਉਹ ਸਹਿਮਤੀ ਵੀ ਮੇਰੇ ਖਿਆਲ ਦੇ ਵਿੱਚ ਬਹੁਤ ਹੱਦ ਤੱਕ ਇੱਕ ਜਿਹੜਾ ਮਾਇਆ ਜਾਲ ਸਿਰਜਿਆ ਗਿਆ, ਤਾਂ ਮੈਨੂੰ ਲੱਗਦਾ ਉਹ 'ਚ ਸਹਿਮਤੀ ਦਾ ਕੋਈ ਬਹੁਤਾ ਮੇਰੇ ਅਕੋਰਡਿੰਗ ਮਾਇਨੇ ਨਹੀਂ ਰਹਿ ਜਾਂਦੀ ਜਿੰਨਾ ਚਿਰ ਤੁਸੀਂ ਸੁਚੇਤ ਨਹੀਂ ਗੇ। ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਤੁਸੀਂ ਇਸ ਵਿਸ਼ਾ ਲਿਖਣ ਤੋਂ ਝਿਜਕ ਤੁਹਾਨੂੰ ਕਿਸੇ ਤਰ੍ਹਾਂ ਦੀ ਮਹਿਸੂਸ ਹੋਈ ਹੋਵੇ, ਜਾਂ ਬਾਅਦ ਦੇ ਵਿੱਚ ਕਿਸੇ ਇਸ ਤਰ੍ਹਾਂ ਦਾ ਕੋਈ ਤੁਹਾਨੂੰ ਲੱਗਿਆ ਹੋਵੇ ਵੀ ਸ਼ਾਇਦ ਨਹੀਂ ਗੱਲ ਕਰਨੀ ਚਾਹੀਦੀ ਸੀਗੀ। ਤੇ ਨਾਲ ਹੀ ਨਹੀਂ ਸਰ, ਵੇਖੋ ਇਹ ਸੱਚ ਆ, ਔਰ ਇਹ ਸੱਚ ਸਾਡੇ ਲੋਕ ਹੰਡਾਉਂਦੇ ਆ, ਇਹ ਸੱਚਾਂ ਨਾਲ ਅਸੀਂ ਵਾਬਸਤਾ ਹੁੰਦੇ ਆ, ਇਹ ਸੱਚ। ਤਾਂ ਫਿਰ ਉਹ ਜੇ ਸੱਚ ਹੈਗੇ ਆ ਤਾਂ ਫਿਰ ਕਿਉਂ ਨਹੀਂ ਉਹਨਾਂ ਨੂੰ ਅਸੀਂ ਲਿਖ ਸਕਦੇ ਨਾ। ਇਸੇ ਤਰ੍ਹਾਂ ਬਲਦੇਵ ਧਾਲੀਵਾਲ ਹੁਣਾਂ ਨੇ ਵੀ ਤੋਤਾ ਮੈਨਾ ਤੇ ਉਹ ਕਹਾਣੀ ਲਿਖੀ ਸੀ। ਇਸੇ ਤਰ੍ਹਾਂ ਗਾਈਡ ਕਹਾਣੀ ਲਿਖੀ ਆ ਆਪਣੇ ਸਾਵਲ ਧਾਮੀ ਹੁਣਾਂ ਨੇ। ਇਸੇ ਤਰ੍ਹਾਂ ਸਾਡੀ ਅਲੀ ਬਾਬਾ ਤੇ ਸ਼ਾਇਦ ਕਾਸਮ ਕਹਾਣੀ ਸੀਗੀ ਉਹਨਾਂ ਦੀ, ਜਿਹੜੇ ਹੈਗੇ ਆ ਕੁਲਵੰਤ ਸਿੰਘ ਵਿਰਕ ਹੁਣਾਂ ਦੀ ਕਹਾਣੀ ਸੀਗੀ। ਉਹਦੇ ਵਿੱਚ ਵੀ ਤੇ ਮਾਸਟਰ ਦੀ ਗੱਲ ਹੈਗੀ ਆ ਨਾ। ਤਾਂ ਫਿਰ ਵੇਖੋ ਇਹ ਸਾਡੀ ਸੁਸਾਇਟੀ ਦੇ ਵਿੱਚ ਇਹ ਸ਼ੇਡਸ ਨੇ ਸਾਡੀ ਸੁਸਾਇਟੀ ਦੀਆਂ। ਤਾਂ ਆਪਾਂ ਵੇਖੋ ਦੋ ਤਰ੍ਹਾਂ ਦੇ ਰਿਸ਼ਤੇ ਨੇ। ਕੋਈ ਰਿਸ਼ਤਾ ਹੈ ਜਿਹਦੇ ਚ ਕੋਈ ਜਿਹਦੇ ਕਹਿੰਦਾ ਨਾ उम्र की सीमा हो ना प्यार का हो बंधन, जब प्यार ना जन्म का हो बंधन, जब प्यार करे कोई तो देखे केवल मन। ਤਾਂ ਇੱਕ ਤਾਂ ਉਹ ਰਿਸ਼ਤਾ ਹੈ ਨਾ ਕਿ ਕੁਝ ਸੋਚਿਆ ਸਮਝਿਆ ਨਹੀਂ। ਇੱਕ ਰਿਸ਼ਤਾ ਉਹ ਹੈ ਜਿੱਥੇ ਅਸੀਂ ਸੋਚ ਸਮਝ ਕੇ ਕਿਸੇ ਨੂੰ, ਭਾਵੇਂ ਉਹ ਸਟੂਡੈਂਟ ਤੇ ਟੀਚਰ ਦਾ, ਵਿਦਿਆਰਥੀ ਦਾ ਬਣਦਾ ਹੈ ਕਿ ਇਸ ਟੀਚਰ ਕੋਲੋਂ ਦੀ ਮੈਂ ਸਟੂਡੈਂਟ ਬਣ ਕੇ ਆਹ ਵਾਲੀ ਚੀਜ਼ ਹਾਸਲ ਕਰਨੀ ਹੈ। ਇਹ ਔਰਤਾਂ ਹੀ ਨਹੀਂ, ਇਹ ਕੁੜੀਆਂ ਹੀ ਨਹੀਂ ਕਰਦੀਆਂ, ਇਹ ਮੁੰਡੇ ਵੀ ਕਰਦੇ ਹਨ। ਕੁੜੀਆਂ ਦੇ ਲੈਵਲ ਇਸ ਤਰੀਕੇ ਨਾਲ ਲੱਗ ਜਾਂਦਾ ਹੈ ਕਿ ਇਹਨਾਂ ਦਾ ਉਸ ਤਰੀਕੇ ਦਾ ਸਬੰਧ ਸੀਗੇ, ਤਾਂ ਕਰਕੇ ਇਸ ਤਰੀਕੇ ਦੀ ਹੈ ਨਾ। ਤਾਂ ਮੈਂ ਬਹੁਤ ਸਾਰੇ ਬੰਦਿਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਟੀਚਰ ਇਸ ਤਰ੍ਹਾਂ ਦੇ ਚੁਣੇ ਕਿ ਸਾਨੂੰ ਨੌਕਰੀਆਂ ਲਵਾ ਦੇਣ। ਤਾਂ ਉਹਦੇ ਵਿੱਚ ਭਾਵੇਂ ਕੋਈ ਕੁੜੀ ਹੈ ਭਾਵੇਂ ਉਹ ਮੁੰਡਾ ਹੈ, ਉਹ ਹਰ ਤਰੀਕੇ ਦੇ ਜਿਹੜਾ ਹੈਗਾ। ਤਾਂ ਅੱਜ ਕੱਲ੍ਹ ਤੇ ਮਤਲਬ ਕਈ ਵਾਰੀ ਸਾਡੇ ਬੇਸ਼ੱਕ ਸਟੂਡੈਂਟ ਟੀਚਰ ਦੇ ਜਿਹੜੇ ਹੈਗੇ ਆ ਰਿਲੇਸ਼ਨ, ਉਹਦੀ ਇੱਕ ਰੰਗ ਜਿਹੜਾ ਹੈ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਹੈ। ਔਰ ਉਹਦੇ ਵਿੱਚ ਮੈਂ ਟੀਚਰ ਨੂੰ ਕਿਤੇ ਐ ਨਹੀਂ ਕਿਹਾ ਕਿ ਉਹ ਇੱਕ ਸ਼ੈ ਵਾਂਗੂ ਵਰਤਿਆ ਜਾ ਰਿਹਾ, ਜਾਂ ਉਹ ਔਰਤ ਵੀ ਨਹੀਂ ਵਰਤੀ ਜਾ ਰਹੀ। ਉਹ ਤਾਂ ਰੂਹਮੀਤ ਹੈ। ਉਹ ਤਾਂ ਕਹਿੰਦੀ ਕਿ ਮੈਂ ਜੇ ਕੋਈ ਔਰਤ ਦੀ ਧਰਤ ਨੂੰ ਜਦੋਂ ਕੋਈ ਹਾਣੀ ਅੰਬਰ ਮਿਲ ਜਾਵੇ ਤਾਂ ਉਹ ਕਿਵੇਂ ਦਾ ਹੋਊਗਾ। ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਕਰਦੇ ਹੈਗੇ
ਨਹੀਂ ਬਿਲਕੁਲ ਉਹਦੇ ਵਿੱਚ ਸਿੱਧੇ ਤੇ ਪ੍ਰਤੱਖ ਰੂਪ ਦੇ ਵਿੱਚ ਕਿਤੇ ਵੀ ਮਤਲਬ ਸ਼ੋਸ਼ਣ ਦੀ ਗੱਲਬਾਤ ਨਹੀਂ ਹੁੰਦੀ। ਉਹ ਮੈਨੂੰ ਲੱਗਿਆ ਜਦੋਂ ਮੈਂ ਕਹਾਣੀ ਪੜ੍ਹੀ ਤਾਂ ਮੇਰੇ ਮਨ ਦੇ ਵਿੱਚ ਏਦਾਂ ਦੀ ਗੱਲਬਾਤ ਆਈ। ਤੇ ਇੱਕ ਸਾਡੇ ਅਗਲਾ ਸਵਾਲ ਤੁਹਾਡੇ ਨਾਲ ਸਵਾਲ ਜਾਂ ਗੱਲਬਾਤ ਕਰਨਾ ਚਾਹੁੰਦੇ ਆ ਸਾਡੇ ਕਹਾਣੀਕਾਰ ਆ ਕੇ ਤ੍ਰਿਪਤਾ ਜੀ। ਮੈਂ ਚਾਹੂੰਗਾ ਵੀ ਉਹ ਗੱਲਬਾਤ ਖੁਦ ਕਰ ਲੈਣ ਤੇ ਆਪਣਾ ਕੈਮਰਾ ਜ਼ਰੂਰ ਔਨ ਕਰ ਲੈਣ। ਕੇ ਤ੍ਰਿਪਤਾ ਜੀ। ਹਾਂਜੀ ਸਰ ਜੀ ਮੈਂ ਹੋ ਸਕੇ ਤਾਂ ਕੈਮਰਾ ਹੈਲੋ ਜ਼ਰੂਰ ਔਨ ਕਰ ਦਿਓ ਜੀ। ਸੌਰੀ, ਹੋ ਸਕੇ ਤਾਂ ਕੈਮਰਾ ਔਨ ਕਰ ਦਿਓ ਮੈਡਮ। ਹਾਂਜੀ ਮੈਂ ਕਰ ਲਿਆ ਕੈਮਰਾ ਔਨ। ਠੀਕ ਹੈ। ਮਤਲਬ ਮੈਂ ਆਪਾਂ ਸਮਕਾਲੀ ਹੈਗੇ ਆ, ਆਪਾਂ ਲਿਖਦੇ ਆ। ਮੈਂ ਇੱਕ ਗੱਲ ਤੁਹਾਡੇ ਨਾਲ ਮਤਲਬ ਪੁੱਛਣਾ ਚਾਹੁੰਦੀ ਆ ਜਾਂ ਕਹਿ ਲਓ ਜਾਂ ਜਿਸ ਤਰ੍ਹਾਂ ਬੀਇੰਗ ਏ ਫੀਮੇਲ ਰਾਈਟਰ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਕਿ ਜਦੋਂ ਅਸੀਂ ਕਹਾਣੀ ਲਿਖਦੇ ਆ ਜਾਂ ਤੇ ਪਰਿਵਾਰ ਦਾ ਕੀ ਉਹਦੇ ਵਿੱਚ ਰੋਲ ਹੈ ਤੇ ਤੁਹਾਨੂੰ ਏਦਾਂ ਲੱਗਦਾ ਆ ਕਿ ਮੇਲ ਰਾਈਟਰ ਕੋਲ ਜ਼ਿਆਦਾ ਖੁੱਲ੍ਹਾਂ ਹੁੰਦੀਆਂ ਆ, ਫੀਮੇਲ ਰਾਈਟਰ ਕੋਲ ਬੰਦਿਸ਼ਾਂ ਹੁੰਦੀਆਂ ਆ ਵਿਸ਼ਿਆਂ ਨੂੰ ਲੈ ਕੇ ਵੀ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਵੀ ਕਿਉਂਕਿ ਲਿਖਣ ਦੇ ਖੇਤਰ ਦੇ ਵਿੱਚ ਔਰਤਾਂ ਵੈਸੇ ਹੀ ਬਹੁਤ ਘੱਟ ਨੇ ਤੇ ਜੇ ਹੈ ਵੀ ਨੇ ਤੇ ਕਿਤੇ ਨਾ ਕਿਤੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਮਤਲਬ ਸੁਸਾਇਟੀ ਦਾ ਪ੍ਰੈਸ਼ਰ ਜਾਂ ਫੈਮਿਲੀ ਦਾ ਪ੍ਰੈਸ਼ਰ ਤੁਸੀਂ ਮਹਿਸੂਸ ਕਰਦੇ ਹੋ? ਤ੍ਰਿਪਤਾ ਜਦੋਂ ਮੈਂ ਲਿਖਦੀ ਹਾਂ ਨਾ ਉਦੋਂ ਮੈਂ ਭੁੱਲ ਜਾਂਦੀ ਹਾਂ ਮੈਂ ਕੀ ਹਾਂ। ਉਦੋਂ ਮੈਨੂੰ ਬਸ ਇਹੋ ਹੁੰਦਾ ਵੀ ਮੈਂ ਕਹਾਣੀ ਲਿਖਣੀ ਆ ਤੇ ਪ੍ਰੈਸ਼ਰ ਬਾਅਦ ਚ ਚੱਲ ਲਈ ਤੇ ਵੇਖੀ ਜਾਓ ਜੋ ਤਾਂ ਮਤਲਬ ਮੈਨੂੰ ਜਦੋਂ ਮੈਂ ਗੱਲ ਮੈਂ ਹਾਸੇ ਚ ਟਾਲ ਦਿੱਤੀ। ਮੈਨੂੰ ਐ ਲੱਗਦਾ ਹੁੰਦਾ ਕਿ ਜਦੋਂ ਅਸੀਂ ਲਿਖਦੇ ਆ ਨਾ ਉਦੋਂ ਭੁੱਲ ਜਾਂਦੀ ਆ ਮੈਂ ਕਿ ਮੈਂ ਕੀ ਹੈਗੀ ਆ ਤੇ ਮੈਂ ਲਿਖ ਲੈਂਦੀ ਆ ਤੇ ਪਰ ਮੈਂ ਕਦੀ ਇਹ ਨਹੀਂ ਸੋਚਿਆ ਕਿ ਇਹ ਮੈਨੂੰ ਪ੍ਰੈਸ਼ਰ ਹੈਗਾ, ਫੈਮਿਲੀ ਦਾ ਪ੍ਰੈਸ਼ਰ ਹੈ ਜਾਂ ਕੋਈ ਸੋਚੂਗਾ ਕਿ ਆਹ ਕੀ ਲਿਖਤਾ ਆਹ ਕੀ ਲਿਖਤਾ। ਇਹ ਸਾਡੀ ਜ਼ਿੰਦਗੀ ਦੇ ਸੱਚ ਹੈਗੇ ਆ ਤੇ ਔਰ ਉਹ ਕਿਉਂ ਨਾ ਲਿਖੀਏ, ਅਸੀਂ ਕਿਉਂ ਨਾ ਉਹਨਾਂ ਨੂੰ ਲਿਖੀਏ। ਜੇ ਸਾਨੂੰ ਕੋਈ ਲੱਗਦਾ ਆ ਕਿ ਆਹ ਸ਼ੇਡ ਜਿਹੜੀ ਆ ਕਹਾਣੀ ਦੇ ਵਿੱਚ ਆਉਣੀ ਚਾਹੀਦੀ ਆ ਤਾਂ ਉਸ ਸ਼ੇਡ ਨੂੰ ਕਿਉਂ ਨਾ ਰੰਗ ਭਰ ਦਈਏ ਉਸ ਸ਼ੇਡ ਦੇ ਵਿੱਚ, ਜਾਂ ਉਹ ਕਿਉਂ ਨਾ ਅਸੀਂ ਉਸ ਚੀਜ਼ ਨੂੰ ਲਿਖੀਏ ਜਾਂ ਕਿਉਂ ਨਾ ਉਸ ਸੱਚ ਨੂੰ ਲਿਖੀਏ ਜਿਹੜਾ ਸਾਨੂੰ ਲੱਗਦਾ ਆ ਕਿ ਇਹ ਸੱਚ ਜਿਹੜਾ ਆ ਨਾ ਇਹਦੀ ਤੱਕ ਮੇਰੀ ਪਹੁੰਚ ਹੋਈ ਹੈ ਹਨਾ। ਤਾਂ ਮੈਂ ਕਿਉਂ ਨਾ ਉਸ ਸੱਚ ਨੂੰ ਲਿਖਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਵੇਖੋ ਇੰਨੀਆਂ ਸੋਹਣੀਆਂ ਕਹਾਣੀਆਂ ਲਿਖੀਆਂ ਇੱਕ ਦਿਨ ਤੇ ਫਿਰ ਇੱਕ ਦਿਨ ਕਹਾਣੀ ਹੈ, ਜੈ ਵੱਡੀ ਕਹਾਣੀ ਹੈ, ਹੋਰ ਬਹੁਤ ਸਾਰੀਆਂ ਕਹਾਣੀਆਂ। ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਆਪਾਂ ਚੱਲਦੇ ਹੈਗੇ ਆ। ਤਾਂ ਮੈਨੂੰ ਲੱਗਦਾ ਆ ਕਿ ਇਹ ਉਦੋਂ ਆਪਾਂ ਭੁੱਲ ਜਾਈਦਾ ਕਿ ਉਦੋਂ ਸਾਨੂੰ ਇਹੋ ਹੀ ਹੁੰਦਾ ਵੀ ਆਹ ਲਿਖਣਾ ਆ ਹਨਾ। ਹਾਂ ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦੀ ਹਾਂ। ਮੈਂ ਮਤਲਬ ਠੀਕ ਹੈ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਦੋਂ ਤੁਸੀਂ ਸਿਰਜਣ ਪ੍ਰਕਿਰਿਆ ਚ ਹੁੰਦੇ ਹੋ ਉਦੋਂ ਤੁਸੀਂ ਨਾ ਮੇਲ ਹੁੰਦੇ ਹੋ ਨਾ ਫੀਮੇਲ ਹੁੰਦੇ ਹੋ, ਤੁਸੀਂ ਉਦੋਂ ਸਿਰਫ ਇੱਕ ਰਾਈਟਰ ਹੁੰਦੇ ਹੋ। ਪਰ ਇਨ ਸਪਾਈਟ ਆਫ ਦੈਟ ਥਿੰਗ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਜਾਂ ਬਹੁਤ ਸਾਰੀਆਂ ਮੈਂ ਇਸ ਤਰ੍ਹਾਂ ਦੀਆਂ ਫੀਮੇਲ ਰਾਈਟਰਸ ਨੂੰ ਜਾਣਦੀ ਹਾਂ, ਤੁਸੀਂ ਵੀ ਜਾਣਦੇ ਹੋ ਉਹਨਾਂ ਨੂੰ, ਕਿ ਜਦੋਂ ਘਰ ਚ ਸਹਿਯੋਗ ਨਹੀਂ ਮਿਲਦਾ, ਜਦੋਂ ਕਈ ਵਾਰੀ ਬਹੁਤ ਵਾਰੀ ਉਹ ਲਿਖ ਕੇ ਜਾਂ ਕੁਛ ਆਪਣੀ ਮਰਜ਼ੀ ਦਾ ਲਿਖਣਾ ਚਾਹੁੰਦੀ ਹੈ ਤਾਂ ਉਹਨਾਂ ਤੇ ਬੰਦਿਸ਼ ਲਗਾਈ ਜਾਂਦੀ ਹੈ ਕਿ ਨਹੀਂ ਏਦਾਂ ਨਹੀਂ ਲਿਖਣਾ, ਇਸ ਸਬਜੈਕਟ ਤੇ ਨਹੀਂ ਲਿਖਣਾ ਜਾਂ ਉਸ। ਤੁਹਾਡੇ ਨਾਲ ਕਦੀ ਕੁਛ ਇਸ ਤਰ੍ਹਾਂ ਦਾ ਤਾਂ ਨਹੀਂ ਵਾਪਰਿਆ? ਨਹੀਂ ਮੇਰੇ ਨਾਲ ਇਸ ਤਰ੍ਹਾਂ ਦਾ ਮੈਡਮ ਥੋੜਾ ਜਿਹਾ ਮੈਂ ਵਿੱਚ ਇਹਦੇ ਐਡ ਕਰ ਦਿੰਦਾ ਥੋੜਾ ਜਿਹਾ ਹੋਰ। ਮੇਰੇ ਮਨ ਦੇ ਵਿੱਚ ਵੀ ਗੱਲ ਆ ਰਹੀ ਸੀ, ਮੈਡਮ ਨੇ ਗੱਲ ਛੇੜੀ। ਤਾਂ ਅਕਸਰ ਜਿਵੇਂ ਸਾਨੂੰ ਨਾ ਸਾਹਿਤ ਦੇ ਵਿੱਚ ਕਿਹਾ ਜਾਂਦਾ ਵੀ ਜਿਹੜੇ ਵੈਸੇ ਕਵੀਆਂ ਦੇ ਬਾਰੇ ਜ਼ਿਆਦਾ ਕਿਹਾ ਜਾਂਦਾ ਵੀ ਕਵੀ ਦੀ ਪਤਨੀ ਆ ਜਿਹੜੀ ਉਹ ਹੋਣਾ ਬੜਾ ਮੁਸ਼ਕਲ ਹੁੰਦਾ, ਜਾਂ ਕਹਿ ਲਓ ਇੱਕ ਪਾਪ ਵਾਲੀ ਗੱਲ ਹੀ ਹੁੰਦੀ ਹੈ, ਬੜਾ ਕੁਛ ਭੁਗਤਣਾ ਪੈਂਦਾ। ਤਾਂ ਮੇਰੇ ਕਹਿਣ ਦਾ ਮਤਲਬ ਸੇਮ ਇਸ ਦੇ ਉਲਟ ਜੇ ਤੁਸੀਂ ਔਰਤ ਦੇ ਤੌਰ ਤੇ ਇੱਕ ਕਹਾਣੀਕਾਰ ਆ ਤਾਂ ਕੀ ਤੁਹਾਡੇ ਪਤੀ ਦਾ ਰਿਸਪੌਂਸ ਜਾਂ ਪਰਿਵਾਰ ਦਾ, ਜਿਵੇਂ ਮੈਡਮ ਜੀ ਨੇ ਗੱਲ ਕੀਤੀ ਜਿਹੜੀਆਂ ਕਵੀਆਂ ਦੀਆਂ ਪਤਨੀਆਂ ਹੁੰਦੀਆਂ ਆ ਤੇ ਕਹਾਣੀਕਾਰ, ਜੇ ਆਪਾਂ ਮੇਲ ਫੀਮੇਲ ਦੀ ਗੱਲ ਕਰਦੇ ਆ ਨਾ, ਉਹਨਾਂ ਨੂੰ ਹੋ ਸਕਦਾ ਬਹੁਤ ਕੁਝ ਭੁਗਤਣਾ ਪੈਂਦਾ ਹੋਵੇ ਕਿ ਉਹ ਪਤੀ ਪੈਗ ਸ਼ੈਗ ਲਾ ਕੇ ਲੇਟ ਆ ਰਿਹਾ ਆ, ਪਤੀ ਉਹ ਕਿਸੇ ਹੁਣ ਪਾਤਰਾਂ ਦੇ ਪਾਠਕਾਂ ਦੇ ਵੀ ਫੋਨ ਫਾਨ ਆਈ ਜਾ ਰਹੇ ਆ। ਜਿਹੜੀ ਔਰਤ ਕਹਾਣੀਕਾਰ ਹੁੰਦੀ ਹੈ ਨਾ, ਜੇ ਆਪਾਂ ਹੁਣ ਮੈਂ ਤੇ ਉਂਝ ਐ ਨਹੀਂ ਮਿਲਦੀ ਤਾਂ ਉਹ ਆਪਣੇ ਹੁਣ ਵੇਖੋ ਮੈਂ ਅੱਜ ਜੇ ਇੱਥੇ ਆਉਣਾ ਆ ਨਾ, ਮੈਂ ਆਪਣੀ ਸਬਜ਼ੀ ਵੀ ਬਣਾ ਕੇ ਆਈ ਆ ਕਿ ਮੈਂ ਨੱਕ ਲਈਦਾ ਆ, ਸਾਰਾ ਕੰਮ ਕੀਤਾ ਹੋਇਆ ਆ ਹਨਾ। ਤੇ ਜਿਹੜੇ ਬੰਦੇ ਹੁੰਦੇ ਆ ਉਹ ਫਿਰ ਅਲਗਰਜੀਆਂ ਤੇ ਥੋੜੀਆਂ ਕਰਦੇ। ਮੇਰੇ ਫਾਦਰ ਰਾਈਟਰ ਸੀਗੇ, ਉਹ
ਸਿਰਫ ਲਿਖਦੇ ਹੀ ਹੁੰਦੇ ਸੀ, ਬਾਕੀ ਸਾਰਾ ਕੰਮ ਮੇਰੇ ਘਰ ਦਾ ਜਿਹੜਾ ਸੀ ਮੇਰੇ ਮਦਰ, ਪਰ ਉਹ ਖੁਸ਼ ਸੀਗੇ ਆਪਣੇ ਆਪ 'ਚ। ਪਰ ਮੈਂ ਕਈ ਉਹਨਾਂ ਦੇ ਹੀ ਦੋਸਤ ਵੇਖੇ ਸੀ ਕਿ ਉਹਨਾਂ ਦੀਆਂ ਜਿਹੜੀਆਂ ਵੀ ਸਾਡੀਆਂ ਆਂਟੀਆਂ ਉਹਨਾਂ ਦੇ, ਤਾਂ ਉਹ ਬੜੀਆਂ ਕਈ ਸ਼ੱਕੀ ਕਿਸਮ ਦੀਆਂ ਵੀ ਹੁੰਦੀਆਂ ਸੀ। ਇਸੇ ਤਰ੍ਹਾਂ ਮਰਦ ਵੀ ਕਈ ਸ਼ੱਕੀ ਕਿਸਮ ਦੇ ਹੋ ਸਕਦੇ ਆ, ਪਰ ਮੈਨੂੰ ਉਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ। ਤੇ ਇਹ ਜਿਹੜੀਆਂ ਨਾ ਤੇ ਕਹਾਣੀਕਾਰਾਂ ਨੇ ਪੈਗ ਸ਼ੈਗ ਲਾਉਣੇ ਹੁੰਦੇ ਆ, ਤੇ ਨਾ ਉਹਨਾਂ ਨੇ ਆਪਣੇ ਘਰ ਨੂੰ ਬਹੁਤ ਸਮੂਥ ਜਿਹਾ ਕਰਕੇ ਨਾ ਤੇ ਫਿਰ ਉਹ ਲਿਖਣ ਬੈਠਦੀਆਂ, ਥੋੜਾ ਜਿਹਾ ਆਪਣੇ ਪਲ ਜਿਹੜੀਆਂ ਉਹ ਲੈਂਦੀਆਂ ਹਨ ਔਰ ਉਹਨਾਂ ਦੇ ਵਿੱਚ ਉਹ ਲਿਖਦੀਆਂ ਹਨ। ਤਾਂ ਲੇਖਕ ਕੋਲ, ਜਿਹੜਾ ਮਰਦ ਲੇਖਕ ਹੈ, ਉਹਦੇ ਕੋਲ ਥੋੜੀਆਂ ਜਿਹੀਆਂ ਖੁੱਲ੍ਹਾਂ ਹੁੰਦੀਆਂ ਹਨ ਕਿ ਉਹ ਕਰ ਸਕਦਾ ਹੈ ਕਿ ਨਹੀਂ ਮੈਂ ਆਹ ਕੰਮ ਨਹੀਂ ਕਰਨਾ, ਮੈਂ ਲਿਖ ਲੈਣਾ ਹੈ, ਮੈਂ ਜਾਣਾ ਹੈ, ਦੂਰ ਦਰਾਡੇ ਵੀ ਜਾ ਸਕਦਾ ਹੈ। ਅਸੀਂ ਪਹਿਲਾਂ ਸਾਥ ਭਾਲਦੇ ਰਹੀਦਾ, ਤ੍ਰਿਪਤਾ ਤੂੰ ਜਾਣਾ ਤੇ ਮੈਂ ਚਲੇ ਜਾਂਦੀ ਹਾਂ, ਬਬੂਟਾ ਤੂੰ ਜਾਣਾ ਤੇ ਮੈਂ ਚਲੇ ਜਾਂਦੀ ਹਾਂ। ਇਸ ਤਰ੍ਹਾਂ ਦਾ ਥੋੜਾ ਜਿਹਾ ਜਿਹੜਾ ਹੈਗਾ ਆ ਉਹ ਹੁੰਦਾ ਹੈਗਾ ਆ, ਪਰ ਉਸ ਤਰ੍ਹਾਂ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਇੱਕ ਗੱਲ ਇਹ ਵੀ ਹੈਗੀ ਆ ਕਿ ਸਾਰੇ ਕਾਸੇ ਨੂੰ ਆਸੇ ਪਾਸਿਓਂ ਕਰਕੇ ਘਰ ਨੂੰ ਵੀ ਚਲਾਉਣਾ, ਰਿਸ਼ਤਿਆਂ ਨੂੰ ਵੀ ਮਾਨਤਾ ਦੇਣੀ, ਤੇ ਉਹਦੇ ਤੇ ਜੇ ਆਪਾਂ ਥੋੜਾ ਬਹੁਤ ਚੰਗਾ ਲਿਖ ਲੈਂਦੇ ਆ ਤੇ ਘਰਦਿਆਂ ਦਾ ਵੀ ਥੋੜਾ ਹੁੰਦਾ, ਤੇ ਥੋੜਾ ਔਰਤ ਦੀ ਜਰਨ ਸ਼ਕਤੀ ਜਿਹੜੀ ਹੈ ਇੱਕ ਲੇਖਕ ਔਰਤਾਂ ਦੀ, ਉਹਨੂੰ ਵੀ ਦੇਣੀ ਬਣਦੀ ਹੈ। ਬਿਲਕੁਲ ਤੁਸੀਂ ਬਿਲਕੁਲ ਸਹੀ ਫਰਮਾਇਆ, ਮੈਂ ਤੁਹਾਡੇ ਨਾਲ ਐਗਰੀ ਕਰਦੀ ਹਾਂ। ਥੈਂਕ ਯੂ ਸੋ ਮਚ। ਬੜਾ ਮੈਨੂੰ ਮਹਿਸੂਸ ਹੋਇਆ ਅਸਲ ਦੇ ਵਿੱਚ ਮੈਡਮ, ਕਿਉਂਕਿ ਜਿਹੜੇ ਅਸੀਂ ਪਹਿਲੇ ਸ਼ੁਰੂਆਤੀ ਕਹਾਣੀਕਾਰ ਨਾਲ ਗੱਲਬਾਤ ਕੀਤੀ, ਜਿਵੇਂ ਪਹਿਲੇ ਕਹਾਣੀਕਾਰ ਸਾਡੇ ਗੁਰਮੀਤ ਕੜਿਆਲਵੀ ਜੀ ਸਾਡੇ ਵਿੱਚ ਮੌਜੂਦ ਆ, ਤਾਂ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਮਰਦ ਕਹਾਣੀਕਾਰ ਵੀ ਸਾਡੇ ਵਿੱਚ ਆਏ। ਦੇਵਤੇ ਬਬੂਟਾ ਜੀ ਸਾਡੇ ਪਹਿਲੀ ਫੀਮੇਲ ਕਹਾਣੀਕਾਰ ਸਾਡੇ ਨਾਲ ਜੁੜੇ, ਦੂਜੇ ਤੁਸੀਂ। ਤਾਂ ਜਿਵੇਂ ਤੁਸੀਂ ਕਿਹਾ ਨਾ ਵੀ ਹੁਣ ਅਸੀਂ ਸਬਜ਼ੀ ਬਣਾ ਕੇ ਰੋਟੀ ਟੁੱਕ ਤਿਆਰ ਕਰਕੇ ਮੈਂ ਫੇਅਰ ਪ੍ਰੋਗਰਾਮ ਵਾਸਤੇ ਬੈਠੀ ਹਾਂ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਔਰਤ ਨੂੰ ਲਿਖਣਾ ਕਿਤੇ ਬਹੁਤ ਜ਼ਿਆਦਾ ਔਖਾ ਹੈ, ਮੈਨੂੰ ਲੱਗਦਾ। ਹਾਂ, ਉਹ ਵਾਲੀ ਸਰ ਵੇਖੋ ਹੈ ਆ, ਉਹਦੇ ਲਈ ਇਹ ਆ ਕਿ ਜੇ ਤੁਸੀਂ ਮੈਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਵੱਡੀਆਂ ਲੇਖਕਾਵਾਂ ਹੋਈਆਂ, ਉਹਨਾਂ ਦਾ ਪੂਰਾ ਸਤਿਕਾਰ ਕਰਕੇ ਉਹਨਾਂ ਨੂੰ ਨਤਮਸਤਕ ਹੁੰਦਿਆਂ ਵੀ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ, ਜਿਵੇਂ ਅੰਮ੍ਰਿਤਾ ਪ੍ਰੀਤਮ ਹੋ ਰਹੀ ਸੀਗੇ, ਉਹਨਾਂ ਨੇ ਲਿਖਿਆ ਹੈ ਨਾ, ਬਹੁਤ ਜ਼ਿਆਦਾ ਲਿਖਿਆ, ਪਰ ਉਹਨਾਂ ਨੂੰ ਹੋਰ ਕੋਈ ਜਿਹੜੀਆਂ ਤੁਸੀਂ ਕਹਿ ਲਓ ਸੋਸ਼ਲ, ਜਿਵੇਂ ਕਹਿ ਦਿੱਤਾ ਜਾਂਦਾ ਕਿ ਉਹਨਾਂ ਨੂੰ ਸੋਸ਼ਲ ਜਿਹੜਾ ਬੰਦਾ ਬੇਲਾਗ ਹੋ ਜਾਂਦਾ ਨਾ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਉਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੁੰਦਾ। ਸਾਡੇ ਵਰਗਿਆਂ ਲਈ ਜਿਹੜਾ ਹੈ ਕਿ ਜਿਹਨੇ ਫੈਮਿਲੀ ਨਾਲ ਲੈ ਕੇ ਜਾਣੀ ਹੈ, ਜਿਹਨੇ ਬੱਚਿਆਂ ਦਾ ਵੀ ਧਿਆਨ ਰੱਖਣਾ ਹੈ, ਬੱਚੇ ਦਾ ਮੇਰੇ ਕੋਲ ਅੱਜ ਸਿਰ ਨਹੀਂ ਵਾਹਿਆ ਗਿਆ ਤਾਂ ਮੈਨੂੰ ਇਹ ਵੀ ਦਿਮਾਗ 'ਚ ਹੈਗਾ ਆ, ਤਾਂ ਸਵੇਰੇ ਟਿਫਨ ਉਹਦਾ ਕਿਵੇਂ ਦਾ ਪੈਕ ਕਰਨਾ ਹੈਗਾ ਆ। ਜੇ ਅਸੀਂ ਸਾਰਾ ਕੁਝ ਕਰਕੇ ਇੱਕ ਕੁਝ ਲਿਖ ਸਕਦੇ ਹੈਗੇ ਆ ਤਾਂ ਉਹ ਨੱਕ ਲਈਦਾ ਹੈ। ਤਾਂ ਮੈਨੂੰ ਲੱਗਦਾ ਆ ਕਿ ਅਸੀਂ ਆਪਣੇ ਆਪ ਨੂੰ ਸ਼ਾਬਾਸ਼ ਦੇਣ ਵਾਲੀ ਜਿਹੜੀ ਹੈਗੀ ਹੈ ਨਾ, ਉਹ ਗੱਲ ਹੈਗੀ ਹੈ। ਨਹੀਂ ਬਿਲਕੁਲ ਮੈਡਮ, ਮੈਂ ਤੁਹਾਡੇ ਨਾਲ ਖੁਦ ਮੈਨੂੰ ਮਹਿਸੂਸ ਹੋਇਆ ਹੁਣ ਵੀ ਬੜਾ ਔਖਾ ਜੇ ਕਹਾਣੀਕਾਰ ਜਾਂ ਔਰਤ ਕੋਈ ਵੀ ਲੇਖਕ ਫਿਰ ਵੀ ਲਿਖ ਰਹੀ ਹੈ ਤਾਂ ਵੱਡੀ ਗੱਲ ਆ, ਐਪਰੀਸ਼ੀਏਬਲ ਆ। ਤੇ ਨਾਲ ਹੀ ਸੌਰੀ ਮੈਂ ਵੇਟ ਕਰਵਾਈ ਥੋੜੀ ਜਿਹੀ, ਗੱਲਬਾਤ ਨਿਕਲਦੀ ਤੁਰੀ ਆਈ। ਮੈਡਮ ਦੇਵਤੀ ਬਬੂਟਾ ਜੀ ਕਾਫੀ ਸਮੇਂ ਤੋਂ ਕਹਿ ਰਹੇ ਸੀ, ਉਹਨਾਂ ਦਾ ਸਵਾਲ ਆ। ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ, ਜ਼ਿਆਦਾ ਹੀ ਵੇਟ ਕਰਵਾਤੀ ਮੈਂ, ਥੋੜਾ ਜਿਹਾ ਗੱਲਬਾਤ ਲੰਮੀ ਹੋ ਗਈ। ਤਾਂ ਮੈਂ ਚਾਹੂੰਗਾ ਦੇਵਤੀ ਬਬੂਟਾ ਜੀ ਆਪਣੀ ਗੱਲਬਾਤ ਰੱਖਣ ਤੇ ਪਲੀਜ਼ ਆਪਣਾ ਕੈਮਰਾ ਜ਼ਰੂਰ ਆਨ ਕਰ ਲੈਣ ਮੈਡਮ। ਸਰਗੀ ਜੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਮੈਡਮ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਬਹੁਤ ਅੱਛਾ ਜੀ, ਵਧੀਆ। ਸਵਾਲ ਤਾਂ ਮੈਂ ਟਾਈਪ ਕਰਕੇ ਭੇਜ ਦਿੱਤਾ ਸੀ, ਪਰ ਚਲੋ ਉਹਨਾਂ ਨੇ ਕਿਹਾ ਸਾਹਮਣੇ ਆਣਾ ਹੈ ਤੇ ਆਪਾਂ ਮੈਂ ਇਸੇ ਬਹਾਨੇ ਆਮਨੇ ਸਾਹਮਣੇ ਹੋ ਜਾਂਦੇ ਹਾਂ। ਬਿਲਕੁਲ। ਹਾਂਜੀ, ਮਨ 'ਚ ਸਵਾਲ ਆਇਆ ਇੱਕ ਗੱਲਾਂ ਕਰਦੇ ਸੁਣਦੇ ਹੋਏ ਕਿ ਅਸੀਂ ਹਰ ਜੋ ਵੀ ਵਿਧਾ ਹੈ ਉਹਦਾ ਇੱਕ ਆਪਣਾ ਸਾਹਿਤਕ ਇਤਿਹਾਸ ਹੁੰਦਾ। ਪੰਜਾਬੀ ਕਹਾਣੀ ਦਾ ਵੀ ਸਾਹਿਤਕ ਇਤਿਹਾਸ ਹੈ। ਡਾਕਟਰ ਧਾਲੀਵਾਲ ਸਾਹਿਬ ਨੇ ਤਾਂ ਬਕਾਇਦਾ ਇਸ ਦੇ ਉੱਪਰ ਪੰਜਾਬੀ ਕਹਾਣੀ ਦੇ ਸਾਹਿਤਕ ਇਤਿਹਾਸ ਦੇ ਉੱਪਰ ਕਿਤਾਬਾਂ ਵੀ ਲਿਖੀਆਂ। ਤਾਂ ਮੇਰਾ ਸਵਾਲ ਇਹ ਹੈ ਕਿ ਜਿਹੜੀ ਅਜੋਕੀ ਕਹਾਣੀ ਲਿਖੀ ਜਾ ਰਹੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਬਣਨ ਦਾ ਕਿੰਨਾ ਮਾਦਾ ਰੱਖਦੀ ਹੈ? ਤੁਸੀਂ ਇਹਨੂੰ ਕਹਾਣੀ ਨੂੰ ਕਿਸ ਪੱਧਰ ਦੇ ਉੱਪਰ ਪਰਖਦੇ ਹੋ? ਕਿਤੇ ਆਵਾਜ਼ ਦਿਓ, ਕਿਤੇ ਖੜੀ ਹੋਈ ਦੇਖਦੇ ਹੋ? ਪਹਿਲੀ ਗੱਲ ਤੇ ਇਹ ਹੈਗੀ ਆ ਦੀਪਤੀ ਬਬੂਟਾ ਜੀ, ਮੈਂ ਤੁਹਾਡੀਆਂ ਸਾਰੀਆਂ ਕਹਾਣੀਆਂ ਪੜ੍ਹੀਆਂ, ਹੁਣ ਠਹਿਰੇ ਹੋਏ ਪਲ ਪੜ੍ਹੀ ਹੈਗੀ ਹੈ ਕਹਾਣੀ। ਤਾਂ ਮੈਨੂੰ ਐਂ ਲੱਗਦਾ ਆ ਕਿ ਇਹ ਜਿਹੜੀ ਅੱਜ ਦੀ ਕਹਾਣੀ ਹੈ ਨਾ, ਇਹ ਫੌਰੀ ਹੰਗਾਰਾ ਦਿੰਦੀ ਹੈ, ਵੱਖ-ਵੱਖ ਸ਼ੇਡਸ ਪਕੜਦੀ ਹੈ। ਇਸੇ ਤਰ੍ਹਾਂ ਸੁੱਚਾ ਗੁਲਾਬ ਅਮਰਜੀਤ ਪੰਨੂ ਹੋਰਾਂ ਦੀ ਕਹਾਣੀ ਹੈ, ਗੁਰਮੀਤ ਪਨਾਗ ਹੋਰਾਂ ਦੀ ਕਹਾਣੀ, ਔਰ ਆਪਣਾ ਕੜਿਆਲਵੀ ਹੋਰਾਂ ਦੀ ਜਿਹੜੀ ਰੱਬ ਜੀ ਕਹਾਣੀ ਹੈਗੀ ਹੈ।
ਤਾਂ ਮੈਨੂੰ ਲੱਗਦਾ ਆ ਕਿ ਇਹ ਇਸ ਕਹਾਣੀ ਦਾ ਇਤਿਹਾਸ ਜਿਹੜਾ ਆ ਉਹ ਮੈਂ ਬਹੁਤ ਇਹ ਚਿਰਜੀਵੀਆਂ ਕਹਾਣੀਆਂ ਆ, ਔਰ ਇਹ ਆਪਣਾ ਕਹਾਣੀ ਦੇ ਇਤਿਹਾਸ ਦੇ ਵਿੱਚ ਆਪਣਾ ਜ਼ਿਕਰਯੋਗ ਸਥਾਨ ਜਿਹੜਾ ਹੈ ਉਹ ਜ਼ਰੂਰ ਜਿਹੜਾ ਹੈ ਉਹ ਪਾਉਣਗੀਆਂ, ਕਿਉਂਕਿ ਜਿਹੜੀ ਅੱਜ ਦੀ ਕਹਾਣੀ ਹੈਗੀ ਹੈ ਉਹ ਅੱਜ ਦੇ ਬੰਦੇ ਦੇ ਹਰ ਉਸ ਪਹਿਲੂ ਨੂੰ ਚਿਤਰਨ ਦੀ ਸਮਰੱਥਾ ਰੱਖਦੀ ਹੈ, ਜਿਹੜੀਆਂ ਸ਼ਾਇਦ ਸਾਡੇ ਪਹਿਲੇ ਜਿਹੜੇ ਕਹਾਣੀਕਾਰ ਸੀਗੇ, ਮਤਲਬ ਵੱਖ-ਵੱਖ, ਜਿਵੇਂ ਜਸਵੀਰ ਰਾਣਾ ਦੀ ਤੁਸੀਂ ਗੱਲ ਕਰ ਲਓ ਤਾਂ ਉਹਨਾਂ ਨੇ ਹਰ ਕਹਾਣੀ ਦੇ ਵਿੱਚ ਇੱਕ ਨਵਾਂ ਵਿਸ਼ਾ ਜਿਹੜਾ ਉਹ ਲੈ ਕੇ ਆਉਂਦੇ ਹਨ। ਕਈ ਵਾਰੀ ਨਿਭਾ ਜਿਹੜਾ ਉਹ ਇੱਕ ਡਿਫਰੈਂਟ ਥਿੰਗ ਹੈਗੀ ਹੈ, ਪਰ ਜਿਵੇਂ ਹੁਣ ਉਹਨਾਂ ਨੇ ਰੋਸ਼ੀ ਉਰਫ ਰੋਸ਼ੀ ਜਲਾਦ ਬਾਰੇ ਕਹਾਣੀ ਲਿਖੀ, ਮੈਂ ਪਹਿਲਾਂ ਕਦੀ ਨਹੀਂ ਵੇਖੀ ਸੀਗੀ। ਤਾਂ ਇਸੇ ਤਰ੍ਹਾਂ ਆਪਣੇ ਗੁਰਮੀਤ ਪਨਾਗ ਹੋਣਾ ਨੇ ਦੂਜੇ ਮਹਾਯੁੱਧ ਬਾਰੇ ਕਹਾਣੀ ਲਿਖੀ। ਹੁਣ ਤੁਸੀਂ ਠਹਿਰੇ ਹੋਏ ਪਲ ਦੇ ਵਿੱਚ ਇੱਕ ਵੱਖਰੀ ਜਿਹੜੀ ਡਿਮੈਂਸ਼ਨ ਲੈ ਕੇ ਆਏ। ਇੱਕ ਦਿਨ ਕਹਾਣੀ ਜਿਹੜੀ ਤ੍ਰਿਪਤੀ ਹੋਣਾ ਨੇ, ਪਹਿਲਾਂ ਦੀਆਂ ਜਿਹੜੀਆਂ ਸਾਡੇ ਦਲੀਪ ਕੌਰ ਟਿਵਾਣਾ ਹੋਣੀ ਨੇ, ਅਜੀਤ ਕੌਰ ਹੈਗੀਆਂ ਆ ਕਹਾਣੀਕਾਰਾਂ ਹੈਗੀਆਂ, ਉਹਨਾਂ ਨੇ ਬਹੁਤ ਸੋਹਣੀਆਂ ਕਹਾਣੀਆਂ ਲਿਖੀਆਂ ਹਨ, ਪਰ ਉਹਨਾਂ ਦੀ ਕਿਤੇ ਨਾ ਕਿਤੇ ਰੈਪੀਟੀਸ਼ਨ ਦੁਹਰਾਓ ਵੀ ਸੀਗੇ। ਜਿਵੇਂ ਅਜੀਤ ਕੌਰ ਦੀ ਫਾਲਤੂ ਔਰਤ, ਇੱਕ ਹੋਰ ਫਾਲਤੂ ਔਰਤ, ਖੋਪੇ ਦੀ ਠੂਠੀ, ਉਹ ਝੂਠ, ਇਹਨਾਂ ਦੇ ਵਿੱਚ ਨਾ ਇੱਕ ਤਰ੍ਹਾਂ ਦਾ ਰੈਪੀਟੀਸ਼ਨ ਕਿ ਔਰਤ ਜਿਹੜੀ ਹੈ ਨਾ ਉਹਨੂੰ ਵਰਤਿਆ ਹੀ ਜਾਣਾ ਹੈ। ਜਿਹੜੀ ਅੱਜ ਦੀ ਕਹਾਣੀ ਹੈ ਨਾ ਉਹ ਇਸ ਤਰੀਕੇ ਤੋਂ ਬਿਲਕੁਲ ਇੱਕ ਵਿੱਥ ਸਥਾਪਿਤ ਕਰਦੀ ਹੋਈ ਗੱਲ ਕਰਦੀ ਹੈ। ਮੈਨੂੰ ਇੱਕ ਕਹਾਣੀ ਸੀਗੀ ਟੁਕੜੇ ਇਹਨਾਂ ਦੀ, ਪਰਵੇਜ਼ ਸੰਧੂ ਹੋਰਾਂ ਦੀ, ਉਹ ਬਿਲਕੁਲ ਐਕਸਟਰਾ ਮੈਰਿਟਲ ਅਫੇਅਰ ਦੀ ਗੱਲ ਹੈ, ਪਰ ਉਹਦੇ 'ਚ ਸ਼ੇਡਸ ਵੱਖਰੀਆਂ ਹਨ ਕਿ ਆਹ ਵੀ ਗੱਲ ਜਿਹੜੀ ਹੈ, ਔਰ ਇਹ ਕਹਾਣੀਆਂ ਦੱਸਦੀਆਂ ਹਨ ਕਿ ਨਹੀਂ, ਐ ਨਹੀਂ ਆ, ਔਰਤ ਨੂੰ ਸ਼ੈ ਵਾਂਗ ਜਿਹੜਾ ਹੈਗਾ ਉਹ ਨਹੀਂ ਕੋਈ ਵਰਤ ਸਕਦਾ। ਔਰ ਇਸ ਲਈ ਮੈਨੂੰ ਇਹ ਕਹਾਣੀਆਂ ਦੀ ਗੱਲ ਚੰਗੀ ਲੱਗਦੀ ਹੈਗੀ ਹੈ। ਔਰ ਜਿਹੜਾ ਆਪਣਾ ਇਹ ਜਿੰਨੀਆਂ ਇਹ ਬਖੂਬ ਕਹਾਣੀਆਂ ਨੇ, ਉਸੇ ਤਰ੍ਹਾਂ ਹੀ ਆਪਣਾ ਬਖੂਬੀ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਆਪਣਾ ਮਾਨ ਮੱਤਾ ਥਾਂ ਵੀ ਜਿਹੜਾ ਹੈ ਉਹ ਜ਼ਰੂਰ ਪਵਾਉਣਗੇ। ਜੀ ਸ਼ੁਕਰੀਆ, ਥੈਂਕ ਯੂ। ਬੜਾ ਵਧੀਆ ਲੱਗਿਆ ਤੁਹਾਡਾ ਜਵਾਬ ਸੁਣ ਕੇ। ਵੈਸੇ ਜਿਵੇਂ ਤੁਸੀਂ ਕਿਹਾ ਨਾ ਵੀ ਪਹਿਲਾਂ ਦੀਆਂ ਕਹਾਣੀਆਂ ਜਿਹੜੀਆਂ ਕਿਤੇ ਨਾ ਕਿਤੇ ਇਹ ਪੇਸ਼ ਕਰਦੀਆਂ ਸੀ, ਜਾਂ ਉਹ ਚਾਹੇ ਅੰਮ੍ਰਿਤਾ ਪ੍ਰੀਤਮ ਦਾ ਨਾਂ ਲੈ ਲਈਏ, ਵੱਡੇ ਕਹਾਣੀਕਾਰ ਹੋਏ ਸਾਡੇ, ਚਾਹੇ ਅਜੀਤ ਕੌਰ ਦਾ ਨਾਂ ਲੈ ਲਈਏ, ਜਾਂ ਵੀਨਾ ਵਰਮਾ ਵੀ ਸ਼ਾਇਦ ਇਸੇ ਲਿਸਟ ਦੇ ਵਿੱਚ ਅਸੀਂ ਨਾਂ ਲੈ ਸਕਦੇ ਹਾਂ ਉਹਨਾਂ ਦਾ। ਹਾਂ, ਮਤਲਬ ਉਹਦੇ 'ਚ ਬਾਰ-ਬਾਰ ਜ਼ਿਕਰ ਆਉਂਦਾ ਕਿ ਮਰਦ ਜਿਹੜਾ ਹੈ ਨਾ ਉਹ ਇੱਕ ਕੈਟਾਗਰੀ ਲੈਂਦੀ ਹੈਗੀ ਕਿ ਜਿਹੜਾ ਮਰਦ ਹੈਗਾ ਨਾ ਉਹਨੇ ਔਰਤ ਦਾ ਸ਼ੋਸ਼ਣ ਹੀ ਕਰਨਾ ਹੈਗਾ ਹੈ। ਉਹਨਾਂ ਕਹਾਣੀਆਂ ਦੇ ਵਿੱਚ ਇਹ ਗੱਲ ਗਾਇਬ ਹੈਗੀ ਆ। ਹੁਣ ਜਿਵੇਂ ਚਲੋ ਮੈਂ ਆਪਣੀ ਕਹਾਣੀ ਬਾਰੇ ਬਹੁਤਾ ਮੈਨੂੰ ਆਪਣੀ ਹੁਣ ਬਰਸੇ ਮੇਘ 'ਚ ਇੱਕ ਵੱਖਰੀ ਜਿਹੜੀ ਗੱਲ ਹੈਗੀ, ਉਹ ਕਹਿੰਦਾ ਕਿ ਮੈਂ ਤਾਂ ਬਹੁਤ ਸਾਰਿਆਂ ਨੂੰ ਵਰਤਦਾ ਹੋਇਆ ਆਪ ਵੀ ਮਹਿਸੂਸ ਕਰ ਰਿਹਾ ਕਿ ਮੈਂ ਵੀ ਵਰਤਿਆ ਜਾ ਰਿਹਾ। ਤਾਂ ਮੈਨੂੰ ਲੱਗਦਾ ਹੁੰਦਾ ਆ ਕਿ ਆਪਾਂ ਜਦੋਂ ਇਹ ਕਹਿੰਦੇ ਨਾ ਮੈਨੂੰ ਔਰਤਾਂ ਜਿੰਨੀਆਂ ਹੀ ਸ਼ੈ ਜਾਂ ਵਸਤੂ ਵਾਂਗ ਔਰਤ ਨੂੰ ਵਰਤਿਆ ਜਾ ਰਿਹਾ ਸਾਡੀਆਂ ਨਾਲ, ਇਹ ਨਹੀਂ ਹੁੰਦਾ ਨਾ। ਤੇ ਉਹਦੇ ਵਿੱਚ ਵੀ ਕਹਿੰਦੀ ਜਦੋਂ ਕੋਈ ਆਪਣਾ ਆਪ ਵਰਤਾਉਣ ਤੋਂ ਭੁੱਲ ਪਵੇ ਫੇਰ ਹੀ ਵਰਤਿਆ ਜਾ ਸਕਦਾ ਹੈ। ਤਾਂ ਜਿਹੜੀਆਂ ਹਨ ਤੇ ਉਹਦੇ ਵਿੱਚ ਇਹ ਜਿਹੜੀਆਂ ਸਾਡੀਆਂ ਹੁਣ ਦੇ ਲੋਕ ਕਹਾਣੀਆਂ ਲਿਖ ਰਹੇ ਹੈਗੇ ਆ, ਤਾਂ ਉਹਦੇ ਵਿੱਚ ਇੱਕ ਨਵੀਆਂ ਡਾਇਮੈਂਸ਼ਨਸ ਜਿਹੜੀਆਂ ਹਨ ਨਾ ਉਹ ਆ ਰਹੀਆਂ ਹੈਗੀਆਂ ਆ, ਜਿਨ੍ਹਾਂ ਨੂੰ ਪਕੜਨ ਦੀ ਲੋੜ ਹੈਗੀ ਆ। ਇਸੇ ਤਰ੍ਹਾਂ ਪਿੱਛੇ ਜੇ ਇੱਕ ਇਹਨਾਂ ਨੇ ਕਹਾਣੀ ਲਿਖੀ ਸੀਗੀ ਕਾਸ਼ਮੀ ਸੁਖਮੇ, ਗੁਰਮੀਤ ਪਨਾਗ ਹੋਣਾ ਨੇ, ਫਿਰ ਉਸੇ ਤਰ੍ਹਾਂ ਦੀ ਇੱਕ ਹੋਰ ਕਹਾਣੀ ਪ੍ਰੇਮ ਮਾਨ ਹੋਰਾਂ ਦੀ ਆਈ ਹੈ। ਤਾਂ ਉਹਦੇ ਵਿੱਚ ਇਹ ਵੀ ਦੱਸਿਆ ਕਿ 71-72 ਬੰਦੇ ਦੀਆਂ ਵੀ ਆਪਣੀਆਂ ਲੋੜਾਂ ਹਨ। ਉਹ ਇਹ ਨਹੀਂ ਹੈ ਕਿ ਉਹਨੂੰ ਵੀ ਇੱਕ ਸਾਥ ਦੀ ਲੋੜ ਹੈਗੀ ਹੈ, ਔਰ ਕਿਵੇਂ ਇੱਕ ਬੱਚਾ ਜਿਹੜਾ ਹੈ ਉਹ ਆਪਣੇ ਫਾਦਰ ਲਈ ਉਹਦਾ ਹਮਸਫਰ ਚੁਣਦਾ ਹੈਗਾ ਆ। ਤਾਂ ਇਹ ਮਤਲਬ ਯਥਾਰਥ ਦੇ ਪੱਖ ਤੋਂ ਜਿਹੜੀ ਹੈ ਨਾ ਬਲਵਾਨ ਹੋਈ ਹੈ ਕਹਾਣੀ ਹੈਗੀ ਹੈ। ਔਰ ਇਸੇ ਤਰ੍ਹਾਂ ਤੁਸੀਂ ਸੁਖਪਾਲ ਥਿੰਦ ਹੋਰਾਂ ਦੇ ਜਿਹੜੇ ਅੱਜ ਕੱਲ੍ਹ ਆਏ, ਇਹਨਾਂ ਦੇ ਵੀ ਫੁੱਲਾਂ ਦੀ ਫਸਲ ਨਵੀਂ ਕਹਾਣੀ ਆਈ ਹੈ। ਆਪਣਾ ਗੁਰਮੀਤ ਕੜਿਆਲ ਵੀ ਹੋਣਾ ਦੀ ਵੀ ਨਵੀਂ ਕਹਾਣੀਆਂ ਦੀ ਕਿਤਾਬ ਆਈ ਹੈ। ਤਾਂ ਉਹਨਾਂ ਦੀਆਂ ਕਹਾਣੀਆਂ ਦੇ ਹਰ ਇੱਕ ਦੇ ਵੱਖਰੇ ਵੱਖਰੇ ਸ਼ੇਡਸ ਹਨ, ਔਰ ਵਿਸ਼ੇ ਪੱਖ ਤੋਂ ਮੈਨੂੰ ਲੱਗਦਾ ਹੈ ਕਿ ਮੇਰੇ ਸਮਕਾਲੀ ਜਿਹੜੇ ਨੇ ਉਹ ਜ਼ਿਆਦਾ ਬਲਵਾਨ ਕਹਾਣੀਆਂ ਜਿਹੜੀਆਂ ਉਹ ਲਿਖ ਰਹੇ ਹਨ। ਜੀ ਇਹਦੇ 'ਚ ਕੋਈ ਦੋ ਰਾਹ ਨਹੀਂ ਗਾ। ਮੈਨੂੰ ਲੱਗਦਾ ਵੀ ਤਕਰੀਬਨ ਜੇ ਅਸੀਂ ਗੱਲ ਕਰੀਏ ਤਾਂ 70 ਜਾਂ 80 ਦੇ ਦਸ਼ਕ ਤੱਕ ਤਾਂ ਜਿਹੜੇ ਸਾਡੇ ਕਹਾਣੀਕਾਰ ਆ ਬਹੁ ਗਿਣਤੀ ਦੇ ਵਿੱਚ ਜਿਹੜੇ ਬਾਂਦਰ ਨੂੰ ਹੀ ਮੁਖਾਤਬ ਹੁੰਦੇ ਰਹੇ ਆ। ਤਾਂ ਮੈਨੂੰ ਲੱਗਦਾ ਵੀ ਸ਼ਾਇਦ ਹੁਣ ਜ਼ਿਆਦਾ ਵਿਸ਼ਿਆਂ ਭਰਪੂਰ ਜਿਹੜੀਆਂ ਕਹਾਣੀਆਂ ਆ ਰਹੀਆਂ, ਤਾਂ ਇਸੇ ਨੂੰ ਗੱਲ ਅੱਗੇ ਤੋਰਦੇ ਮੈਂ ਤੁਹਾਡੀ ਕਹਾਣੀ ਜਿਹੜੀ ਗੱਲ ਕਰਦੇ ਆ ਸਭ ਦੇਸ਼ ਪਰਾਇਆ, ਜਿਹਦੇ 'ਚ ਇੱਕ ਬਖਤਾਵਰ
ਪਾਤਰ ਆ, ਹਨਾ, ਜਿਹਦਾ ਬੇਟਾ ਪ੍ਰਵਾਸ ਦੇ ਵਿੱਚ ਚਲਾ ਜਾਂਦਾ ਹੈ। ਅੱਜ ਵੀ ਜੇ ਅਸੀਂ ਸਮਕਾਲ ਦੇ ਵਿੱਚ ਦੇਖਦੇ ਹਾਂ ਤਾਂ ਬੜਾ ਵੱਡਾ ਕਿਸਾਨੀ ਅੰਦੋਲਨ ਇੱਕ ਚੱਲ ਰਿਹਾ ਹੈ, ਜਿਹਦੇ ਵਿੱਚ ਸਾਰੇ ਆਪਣੇ ਆਪਣੇ ਤਰ੍ਹਾਂ ਦਾ ਯੋਗਦਾਨ ਪਾ ਰਹੇ ਆ। ਤਾਂ ਮੇਰਾ ਸਵਾਲ ਇਹ ਸੀਗਾ, ਜਿਵੇਂ ਤੁਸੀਂ ਕਹਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਵੀ ਜਿਹੜਾ ਬਖਤਾਵਰ ਸਿੰਘ ਆ ਉਹ ਆਪਦੀ ਵੰਸ਼ ਨੂੰ ਅੱਗੇ ਤੁਰਦਾ ਨਹੀਂ ਦੇਖ ਰਿਹਾ, ਹਨਾ, ਉਹ ਕਲ ਭਰਿਆ ਉਦਾਸ ਆ, ਚਾਹੇ ਜਿਹੜੀ ਉਹਦੀ ਅਗਲੀ ਨਸਲ ਆ ਉਹ ਪ੍ਰਵਾਸ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਆ। ਤਾਂ ਤੁਸੀਂ ਕੀ ਸਮਝਦੇ ਹੋ, ਚਾਹੇ ਉਹ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ ਦੇ ਵਿੱਚ ਲੈ ਲਓ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਅਕਸਰ ਇੱਥੋਂ ਤੱਕ ਗੱਲ ਪਹੁੰਚੀ ਹੀ ਕਿਉਂ ਸਾਡੇ ਬੱਚਿਆਂ ਨੂੰ? ਜਿਵੇਂ ਸੁਖਪਾਲ ਖਹਿੰਦੀ ਦੀ ਵੀ ਕਹਾਣੀ ਆ ਨਾ, ਫੁੱਲਾਂ ਦੀ ਫਸਲ, ਉਹਦੇ ਚ ਵੀ ਇਸੇ ਤਰ੍ਹਾਂ ਦਾ ਜ਼ਿਕਰ ਆ ਪ੍ਰਵਾਸ ਦੇ ਵਿੱਚ ਜਾਂਦਾ। ਤਾਂ ਕਿਉਂ ਸਾਨੂੰ ਲੋੜ ਕਿਉਂ ਪਈ ਸਾਡੇ ਬੱਚੇ ਪ੍ਰਵਾਸ ਦੇ ਵਿੱਚ ਜਾਣ, ਜਾਂ ਅਸੀਂ ਇਹ ਕਹਿ ਲਈਏ ਵੀ ਅੱਜ ਸਾਨੂੰ ਏਡੇ ਵੱਡੇ ਸੰਘਰਸ਼ ਦੀ ਲੋੜ ਕਿਉਂ ਪੈ ਰਹੀ? ਸਰ ਵੇਖੋ, ਇਹ ਭਾਵੇਂ ਫੁੱਲਾਂ ਦੀ ਫਸਲ ਕਹਾਣੀ ਹੈ ਤੇ ਭਾਵੇਂ ਉਹ ਸਭ ਦੇਸ਼ ਬਗਾਨਾ ਹੈ, ਉਹਦੇ ਵਿੱਚ ਇੱਕ ਗੱਲ ਫੁੱਲਾਂ ਦੀ ਫਸਲ ਦੇ ਵਿੱਚ ਹੀ ਹੈ ਕਿ ਮੇਰਾ ਪੁੱਤ ਵੀ ਹੋ ਗਿਆ ਪਰਦੇਸੀ, ਹੈ ਨਾ। ਤਾਂ ਉਹ ਪਰਦੇਸ ਦੇ ਵਿੱਚ ਜਦੋਂ ਸਾਡੇ ਕੋਲ ਜੀਣ ਜੋਗੇ ਰਿਸ਼ਤੇ ਜਿਹੜੇ ਹਨ ਪਰਦੇਸ ਉਡਾਰੀ ਮਾਰ ਜਾਂਦੇ ਹਨ, ਤਾਂ ਸਾਨੂੰ ਆਪਣਾ ਦੇਸ਼ ਹੀ, ਉਸ ਕਹਾਣੀ ਦਾ ਮਤਲਬ ਹੈ ਕਿ ਸਾਨੂੰ ਆਪਣਾ ਦੇਸ਼ ਹੀ ਪਰਦੇਸ ਲੱਗਦਾ ਹੈਗਾ ਆ। ਔਰ ਉਹ ਪਰਦੇਸ ਕਿਉਂ ਪਿਆ, ਉਹਦੇ ਵਿੱਚ ਇੱਕ ਬਸ ਡਾਇਲੌਗ ਪਿਆ ਹੈਗਾ। ਉਹ ਕਹਿੰਦਾ ਹੈ ਕਿ ਵੇਖੋ, ਉੱਥੇ ਜਾ ਕੇ ਮੈਂ ਜੋ ਵੀ ਕੁਝ ਕੀਤਾ ਆਪਣੇ ਬਲਬੂਤੇ ਤੇ ਕੀਤਾ, ਮੈਂ ਕੁਝ ਨਹੀਂ ਸੀ ਲੈ ਕੇ ਗਿਆ, ਅੱਜ ਫਿਰ ਏਡੇ ਵੱਡੇ ਘਰ ਦਾ ਮੈਂ ਮਾਲਕ ਹੈਗਾ ਆ। ਤੁਹਾਡੇ ਭਾਰਤ ਮਹਾਨ, ਪੁੱਤ ਕਹਿੰਦਾ ਆ, ਪਰਦੇਸੀ ਪੁੱਤ ਆਪਣੇ ਪਿਓ ਨੂੰ ਡਾਇਲੌਗ ਕਰਦਾ, ਕਹਿੰਦਾ ਤੁਹਾਡੇ ਭਾਰਤ ਮਹਾਨ ਚ ਨਾ ਜਿੱਤ ਆਪਣੀ ਨਾ ਹਾਰ ਆਪਣੀ, ਤੁਸੀਂ ਇਹਨੂੰ ਕਿਸੇ ਵੀ ਗੱਲ ਤੇ ਟੁਕਾ ਕੇ ਵੇਖ ਲਓ। ਇੰਟੈਲੈਕਟ ਮਾਰ ਰਿਹਾ ਹੈਗਾ ਆ, ਜਿਹੜੀਆਂ ਇੰਟੈਲੀਜੈਂਸੀ ਬੱਚੇ ਹੈਗੇ ਆ, ਉਹ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ। ਤੁਸੀਂ ਲਸਟ ਫਾਰ ਲਾਈਫ ਦੇ ਵਿੱਚ ਉਹ ਗੱਲ ਕਹਿੰਦਾ ਹੈ, ਕਹਿੰਦਾ ਕਿ ਸਭ ਤੋਂ ਦੁੱਖ ਜ਼ਿਆਦਾ ਤੁਹਾਨੂੰ ਕਿਉਂ ਹੁੰਦਾ, ਕਹਿੰਦਾ ਜਦੋਂ ਤੁਹਾਡੇ ਤੋਂ ਘੱਟ ਲਿਆਕਤ ਵਾਲਾ ਬੰਦਾ ਅੱਗੇ ਬੈਠਾ ਹੋਵੇ। ਤਾਂ ਭਾਵੇਂ ਉਹ ਕੋਈ ਵੀ ਸਾਡਾ ਅਦਾਰਾ ਵਰਤਾਰਾ ਵੇਖ ਲਓ, ਸਾਨੂੰ ਸਾਰਾ ਕੁਝ ਇਸ ਤਰ੍ਹਾਂ ਦਾ ਹੀ ਨਜ਼ਰ ਆਏਗਾ। ਇਹ ਜਿਹੜਾ ਕਿਉਂ ਲੋੜ ਪਈ ਪ੍ਰਵਾਸ ਕਰਨ ਦੀ, ਕਿਉਂ ਲੋੜ ਪਈ? ਇੱਕ ਸੁਹਿਰਦ ਬੰਦਾ, ਇੱਕ ਇੰਟੈਲੈਕਟ ਬੰਦਾ, ਇੱਕ ਇੰਟੈਲੀਜੈਂਟ ਬੰਦਾ ਲੇਲੜੀਆਂ ਨਹੀਂ ਕੱਢ ਸਕਦਾ, ਫਿਰ ਉਹ ਆਪਣੇ ਹਾਨ ਦੀ ਪ੍ਰਵਾਸ ਭਰਦਾ ਹੈ। ਤੇ ਉਹ ਫਿਰ ਉਹ ਗੱਲ ਤਾਂ ਹੈ ਆ ਕਿ ਉਹ ਦੱਸਣਾ ਇਹ ਚਾਹੁੰਦਾ ਕਿ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿ ਜੇ ਤੁਹਾਡਾ ਮਨ ਇਹ ਧਰਤ ਤੁਹਾਨੂੰ ਮਨ ਦਾ ਸਕੂਨ ਨਹੀਂ ਦਿੰਦੀ, ਤਾਂ ਦੇਸ਼ ਵੀ ਤੁਹਾਡੇ ਲਈ ਪਰਾਇਆ ਹੈ। ਤੇ ਜੇ ਉਹ ਬਗਾਨੀ ਧਰਤ ਤੁਹਾਨੂੰ ਸੁਪਨੇ ਦਿੰਦੀ ਹੈ, ਤੁਸੀਂ ਉਹ ਸੁਪਨੇ ਤਾਂ ਤੁਹਾਡੀਆਂ ਅੱਖਾਂ 'ਚ ਪਹਿਲਾਂ ਹੀ ਹੈਗੇ ਆ, ਤਾਂ ਬਗਾਨੀ ਧਰਤ ਤੁਹਾਡੇ ਸੁਪਨਿਆਂ ਦੀ ਪੂਰਤੀ ਕਰਦੀ ਹੈ। ਤਾਂ ਉਹ ਜਿਹੜਾ ਦੇਸ਼ ਹੈਗਾ ਆ, ਤਾਂ ਫਿਰ ਸਾਨੂੰ ਕਿਉਂ ਨਹੀਂ ਆਪਣਾ ਲੱਗੂਗਾ? ਉਹ ਦੇਸ਼ ਸਾਨੂੰ ਆਪਣਾ ਹੀ ਲੱਗਦਾ ਹੈਗਾ। ਉਹੀ ਦੇਸ਼ ਆਪਣਾ ਹੈ ਜੋ ਸਾਡੇ ਸੁਪਨਿਆਂ ਦੀ ਪੂਰਤੀ ਕਰਦਾ ਹੈ। ਸਾਨੂੰ ਆਪਣੇ ਹੱਕ ਮੰਗਣ ਦੇ ਲਈ, ਤੁਸੀਂ ਵੇਖ ਲਓ ਕਿਸਾਨੀ ਅੰਦੋਲਨ ਜਿਹੜਾ ਹੈਗਾ ਆ, ਮਤਲਬ ਅਸੀਂ ਆਪਣੇ ਹੀ ਦੇਸ਼ ਦੇ ਅੰਦਰ ਕਿੰਨੇ 30-31 ਕਿੰਨਿਆਂ ਦੀ ਜਿਹੜੀ ਹੈਗੀ ਆ ਮੌਤ ਹੋ ਚੁੱਕੀ ਹੈ, ਪਰੰਤੂ ਸਾਡਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਆ ਉਹ ਟਸ ਤੋਂ ਮਸ ਨਹੀਂ ਹੋ ਰਿਹਾ ਕਿ ਉਹਦੀ ਈਗੋ ਏਡੀ ਵੱਡੀ ਹੋ ਗਈ। ਔਰ ਇਹ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ, ਉਹ ਇੱਕ ਤੁਹਾਨੂੰ ਕ੍ਰਾਂਤੀ ਦਾ ਵੀ ਗੱਲ ਕਰਦਾ ਹੈਗਾ ਆ ਕਿ ਕਿਵੇਂ ਜਿਹੜਾ ਹੈਗਾ ਆ, ਕਿਵੇਂ ਇੱਕ ਮੁੱਠ ਹੋ ਕੇ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ, ਜਿਹੜੀ ਵੀ ਜੋ ਵੀ ਜਿਹਨੂੰ ਕਹਿੰਦੇ ਆ ਕਿ ਕਿੱਕਰਾਂ ਵੇ ਕੰਡਿਆਲਿਆਂ ਉੱਤੋਂ ਚੜਿਆ ਪੋ ਹੱਕ, ਜਿਨ੍ਹਾਂ ਦੇ ਆਪਣੇ ਅੰਮ੍ਰਿਤਾ ਪ੍ਰੀਤਮ ਹੋਰੀ ਨੇ ਗੱਲ ਕੀਤੀ ਹੈ ਕਿ ਆਪੇ ਲੈਣਗੇ ਖੋ ਕਿ, ਤੇ ਜਾਂ ਮੈਂ ਵੀ ਇੱਕ ਕਵਿਤਾ ਲਿਖੀ ਸੀ, ਜਦੋਂ ਹੱਕ ਕਤਲ ਹੁੰਦੇ ਨੇ ਤਾਂ ਹੱਥ ਹਥਿਆਰ ਨੇ ਬਣਦੇ। ਔਰ ਇਹ ਸਾਰਾ ਕੁਝ ਵਰਤਾਰਾ ਅਸੀਂ ਆਪਣੇ ਅੱਖੀਂ ਵੇਖ ਰਹੇ ਹਾਂ। 1907 ਈਸਵੀ ਵਿੱਚ ਜਦੋਂ ਪਗੜੀ ਸੰਭਾਲ ਜੱਟਾ, ਤਾਂ ਉਦੋਂ ਅਜੀਤ ਸਿੰਘ, ਉਦੋਂ ਵੀ ਉਹ ਗੋਰਿਆਂ ਦੇ ਹੱਥੋਂ ਅਸੀਂ ਇਸ ਤਰ੍ਹਾਂ ਹੋ ਰਹੇ ਸੀ। ਅੱਜ ਆਪਣੇ ਹੀ ਦੇਸ਼ ਅੰਦਰ ਉਸ ਤਰ੍ਹਾਂ ਦੀਆਂ ਹੀ ਸਾਨੂੰ ਫਿਰ ਉਸ ਤਰ੍ਹਾਂ ਇੱਕ ਸਦੀ ਤੋਂ ਬਾਅਦ ਵੀ ਸਾਨੂੰ ਆਪਣੇ ਹੀ ਦੇਸ਼ ਅੰਦਰ ਆਪਣੀ ਹੀ ਹਕੂਮਤ ਦੇ ਸਾਹਮਣੇ ਜਿਹੜਾ ਲਾਚਾਰ ਹੈਗੇ ਆ, ਉਹ ਸਾਨੂੰ ਸਾਡੇ ਬਣਦੇ ਹੱਕ ਜਿਹੜਾ ਹੈ ਉਹ ਨਹੀਂ ਦੇ ਰਹੀ। ਜੀ ਮੈਡਮ, ਇਸ ਨਾਲ ਹੀ ਗੱਲ ਮੇਰੇ ਅਗਲੀ ਧਿਆਨ ਦੇ ਵਿੱਚ ਆਉਂਦੀ ਆ, ਜਿਵੇਂ
ਸੌਰੀ, ਜਿਵੇਂ ਅਸੀਂ ਕਹਿੰਦੇ ਵੀ ਪਹਿਲਾਂ ਆਧੁਨਿਕਤਾ ਆਈ, ਫਿਰ ਉੱਤਰ ਆਧੁਨਿਕਤਾ ਆਈ। ਉੱਤਰ ਆਧੁਨਿਕਤਾ ਜਾਂ ਵਿਸ਼ਵੀਕਰਨ ਅਸੀਂ ਕਹਿ ਦਿੰਦੇ ਹਾਂ, ਜਿਹਨੇ ਸਾਨੂੰ ਬਾਜ਼ਾਰ ਦਿੱਤਾ, ਸਾਨੂੰ ਮੰਡੀ ਦੀ ਇੱਕ ਵਸਤ ਬਣਾਇਆ, ਜਾਂ ਸਾਨੂੰ ਸੁਪਨੇ ਇੰਨੇ ਵੱਡੇ ਸਿਰਜ ਕੇ ਦਿੱਤੇ ਜਿਹਦੇ ਲਈ ਅਸੀਂ ਭਟਕਣ ਦੇ ਵਿੱਚ ਚੱਲ ਰਹੇ ਹਾਂ ਨਾ। ਤਾਂ ਮੇਰਾ ਸਵਾਲ ਫਿਰ ਉਸੇ ਕਹਾਣੀ ਨਾਲ ਹੀ ਰਿਲੇਟਡ ਆ ਵੀ ਕੀ ਜਿਹੜਾ ਮਨੁੱਖ ਦੀ ਜ਼ਿੰਦਗੀ ਆ ਉਹ ਸਿਰਫ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਬਾਜ਼ਾਰ ਦੇ ਵਿੱਚ ਜਾਣਾ ਹੀ ਆ, ਜਾਂ ਕਿਉਂਕਿ ਜਿਹੜੇ ਉਹਦੇ ਰਿਸ਼ਤੇ ਆ, ਦੇਖੋ ਜਿਵੇਂ ਹਨਾ ਤੁਹਾਡੇ 2 ਸਾਲਾਂ ਦੇ ਵਿੱਚ ਉਹ ਕਹਿੰਦਾ ਮੈਂ ਘਰ ਤੇ ਸਟੋਰ ਦਾ ਮਾਲਕ ਬਣ ਗਿਆ, ਉਸ ਕਹਾਣੀ ਦੇ ਵਿੱਚ ਹੀ ਦੱਸਦਾ ਵੀ ਇੱਥੇ ਮੇਰਾ ਕੁਛ ਨਹੀਂ ਬਣਨਾ ਸੀਗਾ, ਪਰ ਉਹਦਾ ਬਾਪ ਕਹਿੰਦਾ ਵੀ ਤੂੰ ਉੱਥੇ ਬਣਿਆ ਕੀ ਆ, ਤੂੰ ਵੀ ਜਿਹੜੀ ਤੇਰੀ ਘਰ ਆ ਉਹਦੀ ਵਸੀਅਤ ਤੇਰੀ ਪਤਨੀ ਦੇ ਨਾਂ ਤੇ ਆ, ਤੈਨੂੰ ਸਾਰਾ ਕੁਛ ਉਹ ਦਾਜ ਦੇ ਵਿੱਚ ਇੱਕ ਚਲਾਕੀ ਦੇ ਰੂਪ ਦੇ ਵਿੱਚ ਮਿਲਿਆ, ਉਹਨੂੰ ਹੁਸ਼ਿਆਰੀ ਨਹੀਂ ਕਿਹਾ ਜਾ ਸਕਦਾ ਹਨਾ। ਇਹ ਗੱਲ ਨਹੀਂ ਕਿਹਾ ਜਾ ਸਕਦਾ ਵੀ ਸਾਡੇ ਭ੍ਰਿਸ਼ਟਾਚਾਰ ਹੈ, ਚਾਹੇ ਉਹ ਅਕਾਦਮਿਕ ਦੇ ਵਿੱਚ ਆ, ਚਾਹੇ ਰਾਜਨੀਤੀ ਦੇ ਵਿੱਚ ਆ, ਚਾਹੇ ਧਰਮ ਦੇ ਵਿੱਚ ਆ, ਉਹ ਹੈਗਾ, ਉਹ 'ਚ ਕੋਈ ਸ਼ੱਕ ਨਹੀਂ ਗਾ। ਪਰ ਕੀ ਮਨੁੱਖ ਸਿਰਫ ਬਾਜ਼ਾਰ ਤੱਕ ਹੀ ਸੀਮਿਤ ਹੋ ਗਿਆ, ਜਿਵੇਂ ਸਾਡੇ ਉੱਤਰ ਆਧੁਨਿਕਤਾ ਦੇ ਸੰਕਲਪਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ? ਨਹੀਂ ਸਰ, ਇਹ ਬਾਜ਼ਾਰ ਦੇ ਤੱਕ ਨਹੀਂ ਗੱਲ ਹੈਗੀ। ਵੇਖੋ, ਇੱਕ ਆਪਣੀਆਂ ਕੀ ਇਹ ਦੇਸ਼ ਸਾਡੀਆਂ, ਵੇਖੋ ਮੇਰੇ ਸਾਰੇ ਭੈਣ ਭਰਾ ਬਾਹਰ ਆ, ਸਿਰਫ ਮੈਂ ਹੀ ਇੱਥੇ ਹਾਂ। ਔਰ ਕਿੰਨੇ ਟਾਈਮ ਜਿਸੇ ਮੈਂ 37-38 ਸਾਲ ਦੀ ਉਮਰ ਦੇ ਵਿੱਚ ਜਾ ਕੇ ਪੱਕੀ ਹੁੰਨੀ ਆ, ਔਰ 21-600 ਦੇ ਵਿੱਚ ਚਲੋ ਮੇਰਾ ਘਰ ਵਾਲਾ ਚੰਗਾ ਕਮਾਉਂਦਾ ਸੀ, ਮੈਨੂੰ ਕੋਈ ਬਹੁਤਾ ਫਰਕ ਨਹੀਂ ਪਿਆ। ਜਿਹੜੇ ਲੋਕ 21-600 ਕਿੰਨਾ ਕੁ ਚਿਰ ਤੱਕ ਅਸੀਂ ਆਪਣੀਆਂ ਲੈ ਕੇ, ਜਾਂ ਫਿਰ ਉਹ ਕਿਸ ਤਰੀਕੇ ਦੇ ਨਾਲ 21-600 ਦੇ ਸਾਡੇ ਆ ਜਿਹੜੀ ਪ੍ਰੋਫੈਸਰੀ ਆ ਉਹਦੇ ਵਿੱਚ ਹੈ, ਫਿਰ ਜਦੋਂ ਉਹ ਅਡਹੌਕ ਤੇ ਹੁੰਦੇ ਆ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ, ਇਹ ਵੀ ਤੁਹਾਨੂੰ ਪਤਾ ਹੈਗਾ। ਤਾਂ ਬੰਦੇ ਨੇ ਸੋਹਣਾ ਤੇ ਜਿਉਣਾ ਹਰ ਕੋਈ ਚਾਹੁੰਦਾ ਹੈ ਨਾ, ਇਹਨੂੰ ਤੁਸੀਂ ਬਾਜ਼ਾਰ ਨਾਲ ਜੋੜ ਲਓ, ਇਹਨੂੰ ਤੁਸੀਂ ਜਦੋਂ, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਦੇਸ਼ ਤੁਹਾਡੇ ਨਾਲ, ਜਦੋਂ ਕੋਈ ਮਾਪਿਆਂ ਵਰਗਾ ਦੇਸ਼ ਕਮਾਪਾ ਬਣ ਜਾਂਦਾ ਹੈਗਾ ਹੈ ਨਾ, ਤਾਂ ਫਿਰ ਇੱਕ ਇਨਸਿਕਿਉਰਿਟੀ ਆਉਂਦੀ, ਉਹਨਾਂ ਨੂੰ ਲੱਗਦਾ ਆ ਕਿ ਨਹੀਂ, ਇਹ ਦੇਸ਼ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ। ਤਾਂ ਉਹਦੇ ਵਿੱਚ ਤੁਸੀਂ ਵੇਖੋ ਸਾਡੇ ਨਾਲ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਜੁੜੇ ਹੋਣਗੇ ਜਿਹੜੇ ਚੰਗੀਆਂ ਜੌਬ ਕਰਦੇ ਆ, ਫਿਰ ਵੀ ਉਹਨਾਂ ਨੇ PR ਉੱਥੋਂ ਦੀ ਲਈ ਆ, ਕਿ ਇੱਕ ਇਨਸਿਕਿਉਰਿਟੀ ਜਿਹੜੀ ਹੈਗੀ ਹੈ ਨਾ, ਜੋ ਦੇਸ਼ ਦੇ ਹਾਲਾਤ ਹੈਗੇ ਹੈ, ਤਾਂ ਉਹਦੇ ਵਿੱਚ ਇੱਕ ਇਨਸਿਕਿਉਰਿਟੀ ਬੰਦੇ ਨੂੰ, ਅਸੁਰੱਖਿਅਤ ਦੀ ਭਾਵਨਾ ਜਿਹੜੀ ਹੈ ਬੰਦੇ ਨੂੰ ਪੈਦਾ ਹੁੰਦੀ ਹੈ। ਹੁਣ ਤੁਸੀਂ ਵੇਖੋ ਜਿਹੜੇ ਪ੍ਰਵਾਸੀ ਲੋਕ ਹੈਗੇ, ਪ੍ਰਵਾਸੀ ਕਹਾਣੀਕਾਰ ਦੇ ਵਿੱਚ ਪਹੇਰਵਾ ਨਹੀਂ ਆ ਰਿਹਾ, ਹੇਰਵਾ ਨਹੀਂ ਆ ਰਿਹਾ, ਬੇਗਾਨਗੀ ਨਹੀਂ ਆ ਰਹੀ, ਜਿਹੜੀਆਂ ਕਿ ਪਹਿਲਾਂ ਕਹਾਣੀਆਂ ਦੇ ਵਿੱਚ ਆਉਂਦੀ ਸੀ, ਕਿਉਂਕਿ ਉਸ ਬੰਦੇ ਨੇ ਪਹਿਲਾਂ ਹੀ ਆਪਣੇ ਦੇਸ਼ ਅੰਦਰ ਹੀ ਇਹੋ ਜਿਹਾ ਪਹੇਰਵਾ, ਬੇਗਾਨਗੀ, ਉਦਾਸੀਨਤਾ ਵੇਖ ਲਈ, ਉੱਥੇ ਜਾ ਕੇ ਕਿਵੇਂ ਪਹੇਰਵਾ, ਬੇਗਾਨਗੀ ਤੇ ਉਦਾਸੀਨਤਾ ਦੀ ਬਾਤ ਜਿਹੜੀ ਹੈ ਪਾਊਗੀ, ਰਾਹ ਨਿਕਲੇ ਹਨ। ਔਰ ਇਹ ਜਿਹੜੀਆਂ ਸੂਰਜ ਜਦੋਂ ਆਉਂਦਾ ਹੈਗਾ ਨਾ, ਉਹਦੀਆਂ ਕਿਰਨਾਂ ਆਉਂਦੀਆਂ, ਕਈ ਮਾੜੀਆਂ ਕਿਰਨਾਂ ਵੀ ਆਉਂਦੀਆਂ ਹੈਗੀਆਂ ਆ, ਪਰ ਆਪਾਂ ਸੂਰਜ ਤੋਂ ਤਾਂ ਮੂੰਹ ਨਹੀਂ ਨਾ ਮੋੜ ਸਕਦੇ। ਬਦਲਾਵ ਹੈਗਾ ਆ, ਉਹਨੂੰ ਬਦਲਾਵ ਨੂੰ ਆਪਾਂ ਮੰਡੀ ਨਾਲ ਜੋੜਨਾ ਜਾਂ ਹੋਰ ਤਰੀਕੇ ਨਾਲ ਜੋੜਨਾ, ਇਹ ਹਰ ਬੰਦੇ ਦੀ ਜਿਹੜੀ ਹੈਗੀ ਹੈ ਨਾ, ਆਪਣੇ ਆਪਣੇ ਵਿਜ਼ਨ ਦੇ ਉੱਤੇ ਜਿਹੜਾ ਹੈਗਾ ਉਹ ਡਿਪੈਂਡ ਕਰਦਾ ਆ। ਕਿ ਮੇਰਾ ਭਰਾ ਸੀਗਾ, ਉਹਦੀ ਸਿਲੈਕਸ਼ਨ ਵੀ ਹੋ ਗਈ ਸੀ ਐਜ਼ ਏ DSP, ਉਹ ਜੇ ਸਾਰਾ ਕੁਝ ਚੱਲਦਾ ਰਹਿੰਦਾ ਤਾਂ ਹੋ ਸਕਦਾ ਉਹ ਨਾ ਜਾਂਦਾ, ਜਦੋਂ ਉਹਨੂੰ ਇੱਥੇ ਨਹੀਂ ਮਿਲੀ ਤਾਂ ਉਹ ਬਾਹਰ ਚਲਾ ਗਿਆ, ਹੁਣ ਉੱਥੇ CA ਹੈਗਾ ਆ। ਤਾਂ ਇਹ ਸਾਰੇ ਕੁਝ ਜਿਹੜਾ ਹੈਗਾ ਆ ਨਾ, ਕਿ ਹਰ ਬੰਦੇ ਨੇ ਜਿਹੜੇ ਆਪਣੇ ਸੁਪਨੇ ਲਏ ਆ ਉਹਨਾਂ ਨੂੰ ਪੂਰਾ ਕਰਨਾ ਹੈਗਾ ਆ, ਤਾਂ ਉਹ ਫਿਰ ਆਪਣੇ ਰਾਹ ਬਣਾਉਂਦਾ ਹੈਗਾ ਆ। ਤੇ ਇਹ ਦੁੱਖ ਤਾਂ ਲੱਗਦਾ ਹੈ ਕਿ ਸਾਡਾ ਜਦੋਂ ਸਾਡੇ ਕੋਈ ਰਿਸ਼ਤੇਦਾਰਾਂ ਦਾ ਜਦੋਂ ਜਵਾਨ ਬੱਚਾ ਜਾਂਦਾ ਹੈਗਾ ਤਾਂ ਮਨ ਨੂੰ ਹੁੰਦਾ ਆ, ਇਹ ਨਹੀਂ ਹੁੰਦਾ ਕਿ ਆਉਂਦਾ ਆ ਕਿ ਪੰਜਾਬ ਦਾ ਇੱਕ ਹੋਰ ਜਵਾਨ ਜਿਹੜਾ ਹੈ ਬਾਹਰ ਚੱਲਿਆ, ਪਰ ਨਾਲ ਹੀ ਦੂਜੇ ਪਾਸੇ ਕਹਿਣਗੀਆਂ, ਪਹਿਲਾਂ ਮਾਵਾਂ ਤੋੜਦੀਆਂ ਹਨ, ਰੋਂਦੀਆਂ ਹਨ ਕਿ ਬੱਚਾ ਬਾਹਰ ਗਿਆ ਹੈ, ਫਿਰ ਦੂਜੇ ਪਾਲੀ ਕਹਿਣਗੀਆਂ ਇੱਥੇ ਵੀ ਕੀ ਕਰਦਾ, ਇੱਥੇ ਜੇ ਨੌਕਰੀਆਂ ਮਿਲਦੀਆਂ ਹੋਣ ਤੇ ਕੋਈ ਸੌਖਾ ਥੋੜੀ ਹੈਗਾ। ਇਹ ਸਾਡੇ ਹੀ ਡਾਇਲੋਗ ਹੈਗੇ ਆ ਕਿ ਜਾਣਾ ਨਹੀਂ ਚਾਹੁੰਦੇ, ਪਰ ਤੁਸੀਂ ਵੇਖੋ ਖੇਤੀਬਾੜੀ ਤੇ ਅਸੀਂ ਬੇਸਡ ਹੈਗੇ, ਐਗਰੀਕਲਚਰ ਜਿਹੜੀਆਂ ਫੈਮਲੀਜ਼ ਹੈ, ਜਦੋਂ ਉਹਨਾਂ ਦੀਆਂ ਜਦੋਂ ਜੇ ਇਸ ਤਰ੍ਹਾਂ ਦੇ ਅੰਬਾਨੀ ਅੰਡਾਨੀ ਸਾਰੀਆਂ ਸਾਡੀਆਂ ਵੱਟਾਂ ਤੇ ਆ ਕੇ ਬਹਿ ਗਏ ਤਾਂ ਫਿਰ ਅਸੀਂ ਕੀ ਕਰਾਂਗੇ? ਤੁਸੀਂ ਇਹ ਵੀ ਸੋਚੋ ਨਾ ਕਿ ਨਵੀਂ ਵਿਦਿਅਕ ਨੀਤੀ ਆ ਰਹੀ ਹੈ, ਉਹਦੇ ਵਿੱਚ ਪਤਾ ਨਹੀਂ ਕਿਹੜਾ ਸੱਪ
ਬਿਲਕੁਲ ਮੈਮ, ਬਿਲਕੁਲ। ਬੜੀ ਖੂਬਸੂਰਤ ਗੱਲ ਕਹੀ ਹੈ, ਮੈਨੂੰ ਸਹਿਮਤ ਹਾਂ ਮੈਂ ਤੁਹਾਡੀ ਗੱਲ ਨਾਲ ਬਹੁਤ ਹੱਦ ਤੱਕ। ਫਿਰ ਅਸੀਂ ਮੈਡਮ ਥੋੜਾ ਜਿਹਾ ਇਸ ਗੱਲ ਨੂੰ ਜੇ ਅਸੀਂ ਹੋਰ ਅੱਗੇ ਵਧਾਈਏ ਤੇ ਨਾਲ ਹੀ ਅਸੀਂ ਇਤਿਹਾਸ ਦੇ ਵਿੱਚ ਵੀ ਝਾਤੀ ਮਾਰੀਏ ਤਾਂ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ, ਜਾਂ ਜਿਵੇਂ ਤੁਸੀਂ ਕਿਹਾ 1905-7 ਦੇ ਵਿੱਚ ਪਗੜੀ ਸੰਭਾਲ ਜੱਟਾ ਚੱਲਿਆ, ਬਿਲਕੁਲ ਇਸੇ ਤਰ੍ਹਾਂ ਦਾ ਸੰਘਰਸ਼ ਜਿਹੜਾ ਅਮਰੀਕਾ ਦੇ ਵਿੱਚ ਵੀ ਤਕਰੀਬਨ 1800 ਮੇਰੇ ਖਿਆਲ ਚ 19ਵੀਂ ਸਦੀ ਦੇ ਅੱਧ ਦੇ ਆਸੇ-ਪਾਸੇ ਵਾਪਰਦਾ। ਉੱਥੇ ਵੀ ਸੇਮ ਇਹੀ ਸਿਚੁਏਸ਼ਨ ਬਣਦੀ ਹੈ, ਬਹੁਤ ਸਾਰਾ ਕਿਸਾਨ ਹੁੰਦਾ ਜਿਹਨੂੰ ਜਬਰੀ ਜਿਹੜਾ ਜ਼ਮੀਨ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਜ਼ਮੀਨ ਦੇ ਵਿੱਚੋਂ ਬਾਹਰ ਕਰਕੇ ਹੁਣ ਉਦੋਂ ਵੇਖੋ ਬ੍ਰਿਟੇਨ ਜਾਂ ਜਿਨ੍ਹਾਂ ਦਾ ਇਤਿਹਾਸ ਵੇਖੋ, ਉਦੋਂ ਸਾਡੇ ਇੱਧਰ ਇੰਡੀਆ ਵੱਲ ਆਏ ਸੀਗੇ, ਠੀਕ ਹੈ ਨਾ, ਤੇ ਆਪਣੇ ਆਪ ਨੂੰ ਸਮਰੱਥ ਕਰਕੇ ਉਹ ਲੁੱਟ ਪੁੱਟ ਕੇ ਸਾਨੂੰ ਲੈ ਗਏ। ਜੇ ਹੋਰ ਇਹਨਾਂ ਦਾ ਪੁਰਾਣਾ ਇਤਿਹਾਸ ਆਪਣਾ ਜਿਹੜੀ ਹੈਗਾ ਇੰਗਲੈਂਡ ਵੇਖੀਏ ਤਾਂ ਉਹ ਲੋਕ ਭੁੱਖੇ ਮਰਦੇ ਹੀ ਇੱਧਰ ਆਏ ਸੀ ਨਾ, ਸਾਨੂੰ ਲੁੱਟਣ ਆਏ ਸੀ, ਔਰ ਫਿਰ ਲੁੱਟ ਪੁੱਟ ਕੇ ਸਾਨੂੰ ਉੱਧਰ ਲੈ ਗਏ, ਆਪਣੇ ਆਪ ਨੂੰ ਸਮਰੱਥ ਕਰਕੇ ਲੈ ਗਏ। ਇੰਝ ਅਸੀਂ ਵੀ ਉੱਧਰ ਮੈਨੂੰ ਤਾਂ ਐਂ ਲੱਗਦਾ ਸਰ, ਮੈਂ ਹੋ ਸਕਦਾ ਤਾਂ ਉਹੀ ਮੇਰੀ ਇਹ ਸਾਰੀਆਂ ਧਰਤੀਆਂ, ਸਾਰੇ ਦੇਸ਼, ਇਹ ਸਾਰੇ ਅੰਬਰ, ਇਹ ਸਾਡੇ ਆਪਣੇ ਤੇ ਹੈਗੇ ਆ। ਫਿਰ ਜਿੱਥੇ ਵੀ ਸਾਨੂੰ ਕੋਈ ਚੰਗਾ ਮਿਲਦਾ ਆ, ਰਹਿਣ ਸਹਿਣ ਮਿਲਦਾ, ਫਿਰ ਅਸੀਂ ਉਹ ਵਾਲੀਆਂ ਆਪਸ਼ਨਾਂ ਕਿਉਂ ਬੰਦ ਕਰੀਏ? ਬਿਲਕੁਲ। ਹਰ ਇੱਕ ਮਨੁੱਖ ਦਾ ਸੁਪਨਾ ਹੈ ਵੀ ਉਹ ਚੰਗਾ ਜਿਉਵੇ, ਚੰਗੇ ਥਾਂ ਤੇ ਚੰਗਾ ਜਿਉਣਾ ਚਾਹੁੰਦਾ ਹੈ ਸਰ। ਔਰ ਮੈਂ ਇਹ ਨਹੀਂ ਕਹਿੰਦੀ ਕਿ ਉੱਥੋਂ ਦੀਆਂ ਪਰੇਸ਼ਾਨੀਆਂ ਹਨ, ਉੱਥੇ ਸਾਰਾ ਕੁਝ ਇਹ ਡਾਲਰ ਜਿਹੜੇ ਪਾਉਂਡ ਹੈ ਰੁੱਖਾਂ ਨਾਲ ਨਹੀਂ ਲੱਗੇ, ਪਰ ਵੇਖੋ ਉੱਥੇ ਸਾਡੇ ਹੀ ਬੱਚੇ, ਮੇਰੇ ਨਨਾਣ ਦਾ ਬੱਚਾ ਗਿਆ ਆ, ਉਹ ਵੀ ਕੱਢ ਰਿਹਾ ਆ ਨਾ ਕਿ ਲਈਦਾ ਆ। ਜਿਹੜਾ ਬੱਚਾ ਇੱਥੇ 12 ਵਜੇ ਤੱਕ ਸੁੱਤਾ ਰਹਿੰਦਾ ਸੀ, ਉੱਥੇ ਜਾ ਕੇ ਆਪਣੀ ਫੀਸ ਵੀ ਕੱਢ ਰਿਹਾ, ਉੱਥੇ ਜਾ ਕੇ ਪੈਸੇ ਵੀ ਕਮਾ ਰਿਹਾ, ਉੱਥੇ ਜਾ ਕੇ ਪਿੱਛੇ ਵੀ ਭੇਜ ਰਿਹਾ। ਤਾਂ ਫਿਰ ਕਿਉਂ ਉਹਨਾਂ ਦੇਸ਼ਾਂ ਨੂੰ ਅਸੀਂ ਮਾੜਾ? ਕੋਈ ਸਿਸਟਮ ਤਾਂ ਹੈ ਨਾ। ਹੁਣ ਉਹੀ ਬੱਚਾ ਸਾਡਾ ਦੇਸ਼ ਜਿਹੜਾ ਆ ਸਰ, ਤੁਸੀਂ ਇੱਕ ਗੱਲ ਵੇਖੋ, ਸਾਡਾ ਦੇਸ਼ ਜਿਹੜਾ ਆ ਆਪਣੀ એનર્ਜੀ ਨੂੰ ਬਾਹਰ ਭੇਜ ਰਿਹਾ। ਇਸ ਤੋਂ ਵੱਡੀ ਇਸ ਦੇਸ਼ ਦੀ ਤਰਾਸਦੀ ਕੀ ਹੋਊਗੀ, ਟ੍ਰੈਜਡੀ ਕੀ ਹੋਊਗੀ ਕਿ ਇਹਦਾ ਯੂਥ ਜਿਹੜਾ ਹੈ ਬਾਹਰ ਚਲਾ ਗਿਆ, ਉਹਦੇ ਕੋਲ ਆਪਣਾ ਯੂਥ ਨਹੀਂ ਸੰਭਾਲਿਆ ਗਿਆ। ਬਿਲਕੁਲ। ਜਸਬੀਰ ਮੰਡ ਜੀ ਦਾ ਨਾਵਲ ਵੀ ਆਇਆ ਸੀ ਲਗਭਗ ਇਸੇ ਤਰਜ਼ ਤੇ, ਵੀ ਜਿਹੜੇ ਆਖਰੀ ਬਾਬੇ ਰਹਿ ਗਏ ਆ ਸਾਡੇ ਕੋਲੇ, ਹਨਾ, ਵੀ ਖੁੱਡਾਂ ਤੇ ਬੈਠੇ ਹੋਏ, ਕਿਉਂਕਿ ਨੌਜਵਾਨ ਪੀੜ੍ਹੀ ਸਾਡੀ ਬਾਹਰ ਚਲੀ ਗਈ ਤਾਂ ਆਉਣ ਵਾਲੇ ਸਮੇਂ ਤੇ ਸਾਨੂੰ ਖੁੱਡਾਂ ਤੇ ਬੈਠਣ ਵਾਲੇ ਬਾਬੇ ਨਹੀਂ ਮਿਲਣਗੇ। ਚਲੋ ਗੱਲਬਾਤ ਇਹ ਬੜੀ ਲੰਮੀ ਹੋ ਰਹੀ ਆ, ਲਗਭਗ ਸਾਡਾ ਪ੍ਰੋਗਰਾਮ ਜਿਹੜਾ ਸਮਾਪਤੀ ਵਾਲਾ। ਬਿਲਕੁਲ ਮੈਂ ਲਾਸਟ ਸਵਾਲ ਇੱਕ ਕਰਨਾ ਚਾਹੂੰਗਾ ਤੇ ਨਾਲ ਹੀ ਸਾਥੀ ਕਹਾਣੀਕਾਰਾਂ ਨੂੰ ਵੀ ਗੁਜ਼ਾਰਿਸ਼ ਆ, ਜਿਵੇਂ ਗੁਰਮੀਤ ਕੜਿਆਲਵੀ ਜੀ ਆ, ਸੁਖਪਾਲ ਥਿੰਦ ਜੀ ਆ, ਜੇ ਉਹ ਵੀ ਕੋਈ ਗੱਲਬਾਤ ਕਰਨਾ ਚਾਹਣ ਜਾਂ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਮੇਰਾ ਬਸ ਲਾਸਟ ਸਵਾਲ ਹੈ, ਇਸ ਤੋਂ ਬਾਅਦ ਅਸੀਂ ਸਮਾਪਤੀ ਵੱਲ ਚੱਲਾਂਗੇ। ਸਮਾਂ ਕਾਫੀ ਹੋ ਚੁੱਕਿਆ, ਵੈਸੇ ਦਿਲ ਤਾਂ ਨਹੀਂ ਕਰ ਰਿਹਾ ਵੀ ਸਮਾਪਤੀ ਵੱਲ ਮੈਂ ਲੈ ਕੇ ਜਾਵਾਂ ਪ੍ਰੋਗਰਾਮ। ਸਮੇਂ ਦੀ ਮਜਬੂਰੀ ਹੈ। ਮੇਰਾ ਲਾਸਟ ਸਵਾਲ ਇਹ ਸੀਗਾ, ਜਿੰਨੀਆਂ ਵੀ ਮੈਂ ਤੁਹਾਡੀਆਂ ਕਹਾਣੀਆਂ ਪੜ੍ਹੀਆਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਯਥਾਰਥਕਤਾ ਦੀ ਝਲਕ ਵਧੇਰੇ ਮਿਲਦੀ ਹੈ, ਤਾਂ ਵੈਸੇ ਸਾਨੂੰ ਕਿਹਾ ਜਾਂਦਾ ਵੀ ਜ਼ਿਆਦਾਤਰ ਜਿਹੜੇ ਸਾਡੇ ਪ੍ਰਗਤੀਵਾਦੀ ਲੇਖਕ ਹੋਏ ਆ, ਉਹ ਕਹਿੰਦੇ ਵੀ ਸੁਨੇਹਾ ਦੇਣ ਵਾਸਤੇ ਸਾਨੂੰ ਜਿਹੜਾ ਥੋੜਾ ਬਹੁਤ ਇਕਸ਼ਕ ਦੀ ਵਰਤੋਂ ਵੀ ਕਰ ਲੈਣੀ ਚਾਹੀਦੀ ਆ। ਸਰ ਆਵਾਜ਼ ਕਲੀਅਰ ਨਹੀਂ ਆ ਰਹੀ। ਸੁਖਪਾਲ ਸਰ, ਤੁਸੀਂ 1 ਮਿੰਟ ਲਈ ਪਲੀਜ਼ ਆਪਣਾ ਮਾਈਕ ਮਿਊਟ ਕਰ ਲੈਣਾ, ਸਿਰਫ 1 ਮਿੰਟ ਲਈ। ਸੁਖਪਾਲ ਸਰ, ਸੌਰੀ, ਉਹਨਾਂ ਨੇ ਵੀ ਬੋਲਣਾ ਸੀ ਸ਼ਾਇਦ, ਉਹਨਾਂ ਨੇ ਤਾਂ ਹੀ ਆਪਣਾ ਅਨਮਿਊਟ ਕੀਤਾ ਸੀ। ਮੇਰਾ ਬੜਾ ਛੋਟਾ ਸਵਾਲ ਆ ਵੀ ਜਿਹੜੇ ਸਾਡੇ ਪ੍ਰਗਤੀਵਾਦੀ ਲੇਖਕ ਹੋਏ ਆ, ਉਹ ਇਹ ਮੰਨਦੇ ਆਏ ਆ ਜਾਂ ਉਹਨਾਂ ਦਾ ਕਹਿਣਾ ਇਹ ਸੀਗਾ ਵੀ ਕਹਾਣੀ ਦੇ ਜਾਂ ਨਾਵਲ ਦੇ ਅੰਤ ਦੇ ਉੱਪਰ ਜਿਹੜਾ ਸਾਨੂੰ ਐਂਡ ਆ ਉਹ ਇੱਛਤ ਯਥਾਰਥ ਦੇ ਅਕੋਰਡਿੰਗ ਕਰਨਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਜਾ ਸਕੇ। ਤੇ ਜਿਹੜੀ ਅੱਜ ਕੱਲ੍ਹ ਦੀ ਕਹਾਣੀ ਲਿਖੀ ਜਾ ਰਹੀ ਆ, ਚਾਹੇ ਉਹ ਗੁਰਮੀਤ ਕੜਿਆਲਵੀ ਜੀ ਦੀ ਕਹਾਣੀ ਆ, ਚਾਹੇ ਸੁਖਪਾਲ ਥਿੰਦ ਜੀ ਦੀ ਕਹਾਣੀ ਆ, ਜਾਂ ਜਿੰਨੀਆਂ ਵੀ ਮੈਂ ਤੁਹਾਡੀਆਂ ਕਹਾਣੀਆਂ ਪੜ੍ਹੀਆਂ, ਉਹਨਾਂ ਦੇ ਵਿੱਚ ਯਥਾਰਥਕਤਾ ਹੀ ਜ਼ਿਆਦਾ ਵਧੇਰੇ ਸਾਹਮਣੇ ਆਉਂਦੀ ਆ, ਇੱਛਤ ਯਥਾਰਥ ਨਹੀਂ ਸਾਹਮਣੇ ਆਉਂਦਾ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੇ ਨਾਲ ਹੀ ਮੈਂ ਪਹਿਲਾਂ ਸੁਖਪਾਲ ਥਿੰਦ ਜੀ ਨੂੰ ਸਮਾਂ ਦੇਣਾ ਚਾਹੂੰਗਾ, ਉਹ ਆਪਣੀ ਗੱਲਬਾਤ ਕਰ ਸਕਦੇ ਆ। ਸਰ ਮੈਨੂੰ ਲੱਗਦਾ ਹੈ ਕਿ ਇੱਛਤ ਯਥਾਰਥ ਨਾਲੋਂ ਨਾ ਯਥਾਰਥ ਜਿਹੜਾ ਜ਼ਿਆਦਾ ਤਗੜਾ ਹੁੰਦਾ। ਜੇ ਸੁਖਪਾਲ ਥਿੰਦ, ਗੁਰਮੀਤ ਕੜਿਆਲਵੀ ਹੋਣੀ, ਜਾਂ ਉਹ ਓਪਨ ਐਂਡ ਕਹਾਣੀ ਆਪਣੇ ਵੱਲੋਂ ਕੁਝ ਨਹੀਂ ਨਾ ਕਹਿ ਰਹੇ, ਤਾਂ ਵੀ ਕੋਈ ਨਾ ਕੋਈ ਸੱਦਾ ਦੇ ਰਹੇ, ਤਾਂ ਵੀ ਕੋਈ ਸੁਨੇਹਾ ਦੇ ਰਹੇ ਆ। ਉਹ ਸੁਨੇਹਾ ਜ਼ਰੂਰੀ ਨਹੀਂ ਹੈ ਕਿ ਲੇਖਕ ਦੀ ਟਿੱਪਣੀ ਵੱਲੋਂ ਵੀ ਹੀ ਹੋਵੇ। ਜਿਵੇਂ ਇਹਨਾਂ ਦੀ ਫੁੱਲਾਂ ਦੀ ਫਸਲ, ਮੇਰੇ ਥੋੜੇ ਜਿਹੇ ਉਹਦੇ ਵਿੱਚ ਆਖਰ ਤੇ ਉਹ
ਕਿਆਰੀ ਨੂੰ ਫੁੱਲ ਲਾਉਂਦਾ ਆ ਤਾਂ ਉਹਦੇ ਵਿੱਚ ਅੰਦਰ ਕੀ ਹੈਗਾ ਆ ਕਿ ਅਜੇ ਵੀ ਫੁੱਲ ਲਾਉਣ ਦੀ ਜਿਹੜੀ ਸਮਰੱਥਾ ਹੈਗੀ ਆ ਬੰਦੇ ਦੇ ਕੋਲ, ਕਿਤੇ ਮਰੀ ਨਹੀਂ ਹੈਗੀ। ਇਸੇ ਤਰ੍ਹਾਂ ਹੀ ਜੇ ਮੇਰੀ ਕਹਾਣੀ ਦੇ ਵਿੱਚ ਰਾਡ ਵਗਾ ਕੇ ਮਾਰਦੀ ਹੈਗੀ ਹੈ ਤਾਂ ਇਹਦਾ ਕੀ ਮਤਲਬ ਹੈ ਕਿ ਜ਼ਿੰਦਗੀ ਦੇ ਵਿੱਚ ਮਾੜਾ ਮਾੜਾ ਹੀ ਨਹੀਂ ਸੋਚੀ ਜਾਓ, ਚੰਗਾ ਵੀ ਸੋਚਣਾ ਹੈਗਾ ਆ। ਜੇ ਸਾਰਾ ਪਾਸਾ ਮਾੜਾ ਹੈਗਾ ਆ ਤਾਂ ਆਪਣੇ ਆਪ ਨੂੰ ਇੰਨਾ ਵੀ ਬੁਲੰਦ ਕਰੀਏ ਕਿ ਉਹਦੇ ਕੁਝ ਨਾ ਕੁਝ ਚੰਗਾ ਜਿਹੜਾ ਹੈ ਜੇ ਰਾਡ ਨੇ ਇੱਕ ਫੁੱਲ ਮਸਲ ਸੁੱਟਿਆ ਤਾਂ ਉਹ ਰਾਡ ਨੂੰ ਵਗਾ ਕੇ ਵੀ ਤਾਂ ਅਸੀਂ ਮਾਰਨਾ ਹੈਗਾ। ਇਸ ਲਈ ਮੈਨੂੰ ਲੱਗਦਾ ਆ ਕਿ ਉਹ ਇੱਕ ਟਿੱਪਣੀ ਵਜੋਂ ਤੇ ਭਾਵੇਂ ਅਸੀਂ ਕੋਈ ਸੁਨੇਹਾ ਨਹੀਂ ਦੇ ਰਹੇ ਮੈਂ ਜਾਂ ਮੇਰੀ ਸਮਕਾਲੀ, ਪਰ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਦੇ ਅੰਤ ਹੈਗੀਆਂ, ਉਹਨਾਂ ਦੀਆਂ ਸਿਰਜੀਆਂ ਸਥਿਤੀਆਂ ਜਿਹੜੀਆਂ ਹੈਗੀਆਂ ਔਰ ਉਹ ਕੋਈ ਨਾ ਕੋਈ ਜਿਹੜਾ ਹੈਗਾ, ਜਿਵੇਂ ਰੱਬ ਜੀ ਕਹਾਣੀ ਸੀ ਉਹਦੇ ਲਾਸਟ ਤੇ ਜਿਹੜਾ ਉਹ ਕਹਿੰਦਾ ਕਿ ਐਵੇਂ ਵਿਚਾਰੀ ਚੰਗੀ ਔਰਤ ਨੂੰ ਕਟਾਪਾ ਚੜ ਗਿਆ ਮੇਰੇ ਕਰਕੇ। ਉਹ ਇੱਕ ਹਲਕੇ ਫੁਲਕੇ ਵਾਕਾਂ ਦੇ ਰਾਹੀਂ ਹੀ ਜਿਹੜਾ ਹੈਗਾ ਆ ਨਾ ਲੇਖਕ ਉਹ ਕਈ ਕੁਝ ਦੱਸ ਦਿੰਦਾ, ਜਿਹੜਾ ਇੱਕ ਮੈਨੂੰ ਲੱਗਦਾ ਆ ਕਿ ਪ੍ਰਗਤੀਵਾਦੀ ਲੇਖਕ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਉਸ ਤਰੀਕੇ ਦੀਆਂ ਇੱਕੋ ਹੀ ਡਿਮੈਂਸ਼ਨ ਦਿੰਦਾ ਹੋਵੇ। ਇੱਥੇ ਜਿਹੜੀਆਂ ਬਹੁਤ ਸਾਰੀਆਂ ਦਿਸ਼ਾਵਾਂ ਵੱਲ ਜਿਹੜੀ ਗੱਲ ਹੈ ਉਹ ਤੁਰ ਜਾਂਦੀ ਹੈ। ਬਿਲਕੁਲ ਬਿਲਕੁਲ ਮੈਡਮ, ਤੁਸੀਂ ਬੜਾ ਮੌਕੇ ਤੇ ਗੱਲਬਾਤ ਕੀਤੀ। ਜੋ 71-72 ਬੰਦਾ ਹੀ ਅਸੀਂ ਕਹਿ ਸਕਦੇ ਹਾਂ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ, ਉਹਦੀਆਂ ਆਪਣੀਆਂ ਲੋੜਾਂ ਜਿਵੇਂ ਤੁਸੀਂ ਕਿਹਾ ਸੀ ਕਹਾਣੀ ਦੇ, ਪਰ ਮੈਨੂੰ ਲੱਗਦਾ ਵੀ ਇੱਥੇ ਜਿਵੇਂ ਥਿੰਦ ਜੀ ਨੇ ਦਿਖਾਇਆ ਹੈ ਉਹ 71-72 ਬੰਦਾ ਦੁਬਾਰੇ ਆਪਣੀ ਜ਼ਿੰਦਗੀ ਨਵੇਂ ਸਿਰੋਂ ਸ਼ੁਰੂ ਕਰਨ ਦੀ ਵੀ ਹਿੰਮਤ ਰੱਖਦਾ। ਤਾਂ ਚਲੋ ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦਿੰਦਾ। ਮੈਂ ਸੁਖਪਾਲ ਥਿੰਦ ਜੀ ਨੂੰ ਸੱਦਾ ਦਿੰਦਾ, ਉਹ ਆਪਣੀ ਗੱਲਬਾਤ ਕਰਨ। ਡਾਕਟਰ ਸੁਖਪਾਲ ਥਿੰਦ ਜੀ। ਬਸ ਮੈਂ ਤਾਂ ਤੁਹਾਨੂੰ ਵਧਾਈ ਦੇਣੀ ਹੈ, ਟੀਮ ਕਾਫਲਾ ਵਾਲਿਆਂ ਨੂੰ ਔਰ ਸਰਗੀ ਨੂੰ ਵਿਸ਼ੇਸ਼ ਤੌਰ ਤੇ। ਬਹੁਤ ਖੂਬਸੂਰਤ ਗੱਲਾਂ ਬਾਤਾਂ ਹੋ ਰਹੀਆਂ ਸੀ, ਬੜੀ ਡੰਗਾਈ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਮੈਂ ਬਹੁਤ ਧਿਆਨ ਨਾਲ ਸੁਣਿਆ ਸਾਰੀ ਗੱਲਬਾਤ ਨੂੰ ਕਿ ਮੇਰੇ ਸਮਕਾਲੀ ਜਿਹੜੇ ਨੇ, ਸਮਕਾਲੀ ਕਹਾਣੀਕਾਰ ਨੇ, ਉਹ ਆਸੇ ਪਾਸੇ ਦੇ ਸਮਾਜ ਨੂੰ ਕਿਵੇਂ ਸਮਝ ਰਹੇ ਨੇ। ਤੇ ਮੈਨੂੰ ਇਹ ਗੱਲ ਬਹੁਤ ਵਧੀਆ ਲੱਗ ਰਹੀ ਹੈ ਕਿ ਔਰਤ ਕਹਾਣੀਕਾਰ ਦੇ ਤੌਰ ਤੇ ਜਦੋਂ ਸਰਗੀ ਹੋਰੀ ਗੱਲਬਾਤ ਕਰ ਰਹੇ ਨੇ, ਜਾਂ ਦੀਪਤੀ ਬਬੂਟਾ ਜਾਂ ਤ੍ਰਿਪਤਾ ਕੇਸ ਸਿੰਘ, ਤਾਂ ਇਹ ਔਰਤ ਦੇ ਮਨ ਦੀ ਜਿਹੜੀਆਂ ਗੱਲਾਂ ਨੇ ਨਾ ਕਿ ਉਹ ਕੱਲੀ ਬਰਾਬਰੀ ਸਮਾਜ ਦੇ ਵਿੱਚ ਆਪਣੇ ਰੁਤਬੇ ਵਾਈਜ਼ ਨਹੀਂ ਚਾਹੁੰਦੀ, ਉਹ ਸਾਰੇ ਧਰਾਤਲ ਤੇ, ਉਹ ਜਿਸਮਾਨੀ ਧਰਾਤਲ ਹੈ ਜਾਂ ਦੂਸਰਾ ਧਰਾਤਲ ਹੈ, ਉਸ ਤੇ ਵੀ ਉਹਦੇ ਵਿਚਰਨ ਦੀ ਜਿਹੜੀ ਇੱਛਾ ਹੈ ਇਹ ਉਹਨੂੰ ਸਵੀਕਾਰ ਵੀ ਕਰ ਰਹੀਆਂ ਨੇ ਔਰ ਉਹਨੂੰ ਆਪਣੀਆਂ ਕਹਾਣੀਆਂ 'ਚ ਲੈ ਕੇ ਵੀ ਆ ਰਹੀਆਂ ਨੇ। ਤਾਂ ਇਹ ਇੱਕ ਬੜੀ ਵੱਡੀ ਪਲਾਂਘ ਹੈ ਮੈਨੂੰ ਲੱਗਦਾ ਪੰਜਾਬੀ ਕਹਾਣੀ ਦੀ। ਮੈਂ ਸਿਰਫ ਸਰਗੀ ਹੋਰਾਂ ਨੂੰ ਇੱਕ ਹਲਕਾ ਜਿਹਾ ਸਵਾਲ ਪੁੱਛਣਾ ਹੈ, ਹਲਕਾ ਫੁਲਕਾ ਜਿਹਾ ਸਵਾਲ, ਗੜੀਆਂ ਡੂੰਘੀਆਂ ਗੱਲਾਂ ਹੋਈਆਂ। ਉਹ ਸਵਾਲ ਇਹ ਹੈ ਕਿ ਇਹਨਾਂ ਨੇ ਅਕਸਰ ਇਹ ਕਿਹਾ ਜਾਂਦਾ ਵੀ ਔਰਤ ਹੋਣ ਦੇ ਆ ਨੁਕਸਾਨ ਹੋ ਗਿਆ, ਨੁਕਸਾਨ ਹੋ ਜਾਂਦਾ ਹੈ, ਮਰਦ ਕਹਾਣੀਕਾਰ ਨੂੰ, ਮਰਦ ਲੇਖਕ ਨੂੰ ਆ ਫਾਇਦੇ ਨੇ। ਪਰ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਔਰਤ ਹੋਣ ਦੇ ਕਿਤੇ ਫਾਇਦੇ ਵੀ ਹੁੰਦੇ ਹੋਣਗੇ, ਉਹ ਕਹਾਣੀਕਾਰ ਦੇ ਤੌਰ ਤੇ ਉਹ ਕਿਸ ਕਿਸਮ ਦੇ ਫਾਇਦੇ ਨੇ, ਜਾਂ ਲੇਖਕਾਂ ਦੇ ਤੌਰ ਤੇ ਉਹ ਕਿਸਮ ਦੇ ਕੋਈ ਫਾਇਦੇ ਹੈਗੇ ਨੇ ਵੈਸੇ ਪਹਿਲਾਂ ਮੰਨਦੀਆਂ ਨੇ, ਜਾਂ ਉਹ ਹੈਗੇ ਨੇ ਤੇ ਕਿਸ ਕਿਸਮ ਦੇ ਨੇ, ਤੇ ਜੇ ਉਹ ਹੁੰਦੇ ਨੇ ਤੇ ਤੁਹਾਡੀ ਲੇਖਣੀ ਨੂੰ ਕਿਵੇਂ ਜੁੰਬਸ਼ ਦਿੰਦਾ ਹੈ ਉਹ ਸਾਰਾ ਕੁਝ, ਇਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਇਹ ਸਿਰਫ ਤੇ ਸਿਰਫ ਔਰਤ ਕਹਾਣੀਕਾਰਾਂ ਜਾਂ ਔਰਤ ਲੇਖਕਾਂ ਜਿਹੜੀਆਂ ਨੇ ਉਹੀ ਇਸ ਬਾਰੇ ਦੱਸ ਸਕਦੀਆਂ ਨੇ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਬੜਾ ਕਮਾਲ ਦਾ ਸਵਾਲ ਕੀਤਾ ਜੀ ਸੁਖਪਾਲ ਥਿੰਦ ਜੀ ਨੇ, ਤੇ ਗੁਰਮੀਤ ਕੜਿਆਲਵੀ ਜੀ ਬੜੇ ਪ੍ਰਸੰਨ ਦਿਖਾਈ ਦਿੱਤੇ ਮੈਨੂੰ ਇਸ ਸਵਾਲ ਤੇ, ਕਿਉਂਕਿ ਜ਼ਿਆਦਾਤਰ ਅਸੀਂ ਮਰਦਾਂ ਤੇ ਆਰੋਪ ਦਿੰਦੇ ਆ ਵੀ ਔਰਤ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਾਂ ਏਦਾਂ ਹੋ ਰਿਹਾ ਨਾ। ਤਾਂ ਬੜਾ ਕਮਾਲ ਦਾ ਸਵਾਲ ਆ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ, ਧੰਨਵਾਦ ਆ ਸੁਖਪਾਲ ਥਿੰਦ ਜੀ। ਮੈਡਮ ਤੁਸੀਂ ਕੰਟੀਨਿਊ ਕਰੋ। ਹਾਂਜੀ ਸਰ, ਵੇਖੋ ਜਿਹੜਾ ਪਹਿਲਾਂ ਤੇ ਮੈਨੂੰ ਹੁਣ ਔਰਤ ਲੇਖਕ ਤੇ ਮਰਦ ਲੇਖਕ ਜਿਹੜਾ ਉਹ ਗੱਲ ਕਰਨੀ, ਤਾਂ ਫਾਇਦਾ ਇਹਦੇ ਵਿੱਚ ਵੇਖੋ ਜਿਹੜਾ ਲੇਖਕ ਹੁੰਦਾ ਆ ਨਾ, ਜਿਹੜਾ ਭਾਵੇਂ ਉਹ ਮਰਦ ਹੈ ਤੇ ਭਾਵੇਂ ਉਹ ਔਰਤ ਹੈਗੀ ਹੈ, ਤਾਂ ਉਹਨੂੰ ਫਾਇਦਾ ਤੇ ਹੁੰਦਾ ਹੀ ਹੈ ਕਿ ਉਹਦਾ ਨਾਮ ਬਣਦਾ ਹੈ ਉਹਨੂੰ। ਹੁਣ ਅੱਜ ਤੁਸੀਂ ਮੈਨੂੰ ਜੇ ਅਪਰੋਚ ਕੀਤਾ ਤਾਂ ਮੈਂ ਕਹਾਣੀਆਂ ਲਿਖਦੀ ਸੀ ਤੇ ਅਪਰੋਚ ਕੀਤਾ ਨਾ, ਮੇਰੇ ਤੋਂ ਪਹਿਲਾਂ ਤੁਸੀਂ ਕੜਿਆਲਵੀ ਨੂੰ ਅਪਰੋਚ ਕੀਤਾ ਹੈ, ਸੁਖਪਾਲ ਹੋਰ ਵੀ ਕਈਆਂ ਨੂੰ ਅਪਰੋਚ ਕੀਤਾ ਹੈਗਾ, ਤਾਂ ਫਿਰ ਮੇਰਾ ਵੀ ਆ ਗਿਆ ਜ਼ਿਕਰ ਕਿ ਉਹ ਵੀ ਹੈਗੀ। ਤੇ ਔਰਤ ਕਹਾਣੀਕਾਰਾਂ ਨੂੰ ਜੇ ਆਪਾਂ ਫਾਇਦੇ ਫੂਦੇ ਦੀ ਗੱਲ ਕਰੀਏ ਤਾਂ ਮੈਂ ਤਾਂ ਕਦੀ ਰਿਆਇਤੀ ਨੰਬਰ ਲੈਣ ਦੇ ਹੱਕ ਵਿੱਚ ਨਹੀਂ ਹੈਗੀ, ਹੈ ਨਾ। ਤਾਂ ਕੋਈ ਵੀ ਮੈਨੂੰ ਨਹੀਂ ਲੱਗਦਾ ਮੇਰੀਆਂ ਸਮਕਾਲੀ ਔਰਤਾਂ ਵੀ ਇਸ ਤਰ੍ਹਾਂ ਦੇ ਫਾਇਦੇ ਕੋਈ ਚੱਕਦੀਆਂ ਹੋਣਗੀਆਂ।
ਤੇ ਸਿਰਫ ਮੈਂ ਕਹਾਣੀਕਾਰਾਂ ਦੀ ਗੱਲ ਕਰ ਰਹੀ ਹਾਂ। ਤੇ ਜਿਹੜੇ ਫਾਇਦੇ ਜੇ ਆਪਾਂ ਗੱਲ ਕਰੀਏ ਕਿ ਔਰਤਾਂ ਲਿਖਦੀਆਂ ਘੱਟ ਹਨ, ਔਰ ਉਹ ਜੇ ਹੁਣ ਵੀ ਮੈਂ ਵੇਖਾਂ ਇੱਕ ਤ੍ਰਿਪਤਾ ਕੇ ਸਿੰਘ ਹੋ ਰਹੀ ਹੈ, ਮੈਂ ਹੈਗੀ ਹਾਂ, ਤੇ ਦੀਪਤੀ ਬਬੂਟਾ, ਰਵਿੰਦਰ ਧਾਲੀਵਾਲ ਹੁਣਾਂ ਨੇ ਲਿਖਣਾ ਸ਼ੁਰੂ ਕੀਤਾ, ਗੁਰਮੀਤ ਪਨਾਗ, ਜਾਂ ਹੁਣ ਜ਼ਿਆਦਾ ਔਰਤਾਂ ਥੋੜ੍ਹੀਆਂ ਹੈਗੀਆਂ। ਇਸ ਲਈ ਜਿਹੜਾ ਮੈਨੂੰ ਲੱਗਦਾ ਕਿ ਫਾਇਦਾ ਜਿਹੜਾ ਤੁਹਾਡੀ ਜਾਂ ਗੁਰਮੀਤ ਕੜਿਆਲ ਵੀ ਹੁਣੀ ਬੜੇ ਮੁਸਕਰਾਏ ਆ, ਤੇ ਮੈਂ ਉਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਇਹ ਫਾਇਦਾ ਹੁੰਦਾ ਕਿ ਸਾਡੀ ਗਿਣਤੀ ਘੱਟ ਆ ਤੇ ਸਾਨੂੰ ਤੁਸੀਂ ਛੇਤੀ ਬੁਲਾ ਲਿਆ ਆ, ਇਹ ਫਾਇਦਾ ਹੈਗਾ ਆ। ਹੋਰ ਤੇ ਮੈਨੂੰ ਕੋਈ ਫਾਇਦਾ ਨਹੀਂ ਲੱਗਦਾ। ਕਿ ਬਾਕੀ ਜਿਵੇਂ ਦੇ ਫੁੱਲਾਂ ਦੀ ਵਾਰਸ ਕਹਾਣੀ ਨੂੰ ਸਗੋਂ ਜ਼ਿਆਦਾ ਨੰਬਰ ਮਿਲ ਗਏ ਆ, ਤੇ ਮੈਨੂੰ ਤੇ ਮਿਲੇ ਘੱਟ ਆ, ਤੇ ਇਹ ਵੀ ਵੇਖ ਸਕਦੇ ਹੋ। ਜੇ ਔਰਤ ਕਹਾਣੀਕਾਰ ਦਾ ਫਾਇਦਾ ਹੁੰਦਾ ਤਾਂ ਫਿਰ ਮੈਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਜਿਹੜੇ ਵਿਊ ਸੀ ਉਹ ਜ਼ਿਆਦਾ ਆਉਣੇ ਚਾਹੀਦੇ ਸੀ। ਤੇ ਸੁਖਪਾਲ ਸਿੰਘ ਸਰ ਤੇ ਇੱਥੇ ਵੀ ਮੱਲ ਮਾਰ ਗਏ ਜ਼ਿਆਦੇ ਵਾਲੀ। ਨਹੀਂ, ਉਹ ਮੰਨਣਾ ਪਊਗਾ ਜੀ ਆਪਾਂ ਨੂੰ। ਸੁਖਪਾਲ ਸਿੰਘ ਦੀ ਕਹਾਣੀ ਕਾਫੀ ਚਰਚਾ ਦੇ ਵਿੱਚ ਆ ਰਹੀ ਹੈ। ਕਿਤਾਬ ਵੀ ਬੜੀ ਖੂਬਸੂਰਤ, ਬੜੀ ਕਮਾਲ ਦੀ ਆ। ਮੈਂ ਕਿਤਾਬ ਪੜ੍ਹ ਚੁੱਕਿਆ, ਤੇ ਸਾਡਾ ਸੱਚ ਸਮੇਂ ਦਾ ਕਲੈਸ਼ ਨਹੀਂ ਸੀ ਹੋ ਪਾ ਰਿਹਾ ਸੁਖਪਾਲ ਜੀ ਨਾਲ। ਤਾਂ ਬਿਲਕੁਲ ਬੜਾ ਕਾਫੀ ਸਮਾਂ ਹੋ ਗਿਆ, ਮੈਨੂੰ ਲੱਗਦਾ ਸ਼ਾਇਦ ਕੁਛ ਕੁ ਦਰਸ਼ਕਾਂ ਨੇ ਰੋਟੀ ਪਾਣੀ ਛਕਣਾ ਵੀ ਹੋਊਗਾ। ਤਾਂ ਮੈਂ ਬਿਲਕੁਲ ਲਾਸਟ ਦੇ ਗੁਰਮੀਤ ਕੜਿਆਲ ਵੀ ਨੂੰ ਸੱਦਾ ਦੇਵਾਂਗਾ ਜੇ ਉਹ ਦੋ ਗੱਲਾਂ ਕਹਿ ਸਕਣ, ਗੁਰਮੀਤ ਕੜਿਆਲਵੀ ਜੀ। ਤੇ ਉਹਨਾਂ ਤੋਂ ਤੁਰੰਤ ਬਾਅਦ ਮੈਂ ਨਹੀਂ ਸਫਲ ਹੋਊਗਾ, ਮੈਂ ਚਾਹੂੰਗਾ ਬਲਵਿੰਦਰ ਚਹਿਲ ਜੀ ਉਦੋਂ ਬਾਅਦ ਦੀ ਕਾਰਵਾਈ ਨੂੰ ਕਰਨਾ। ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦਿੰਦਾ। ਗੁਰਮੀਤ ਕੜਿਆਲਵੀ ਜੀ। ਸਰ ਆਪਣਾ ਮਾਈਕ ਅਨਮਿਊਟ ਕਰ ਲਓ। ਗੁਰਮੀਤ ਜੀ ਤੁਹਾਡਾ ਮਾਈਕ ਮਿਊਟ ਆ, ਅਨਮਿਊਟ ਕਰ ਲਓ ਪਲੀਜ਼। ਹਾਂਜੀ ਹੋ ਗਿਆ। ਓਕੇ, ਹਾਂਜੀ। ਮੈਂ ਤਾਂ ਸਰਗੀ ਨੂੰ ਇਹ ਪੁੱਛਣਾ ਵੀ ਇੰਨੀਆਂ ਸੋਹਣੀਆਂ ਕਹਾਣੀਆਂ ਲਿਖਣ ਦੇ ਨਾਲ ਨਾਲ ਇੰਨੀਆਂ ਸੋਹਣੀਆਂ ਗੱਲਾਂ ਕਿਵੇਂ ਕਰ ਲੈਂਦੇ ਨੇ? ਇਹ ਨਾ ਸਾਰੇ ਆਉਂਦੇ ਹੁੰਦੇ ਸੀ ਨਾ ਮੇਰੇ ਘਰ, ਜਿਹੜੇ ਮੇਰੇ ਡੈਡੀ ਦੇ ਲੇਖਕ ਦੋਸਤ, ਉਹਨਾਂ ਕੋਲ ਸਿੱਖੀਆਂ ਹੈ। ਨਹੀਂ, ਬਹੁਤ ਵਧੀਆ ਗੱਲਬਾਤ, ਬਹੁਤ ਅੱਛੀ ਗੱਲਬਾਤ ਹੋਈ ਹੈ, ਬੜਾ ਆਨੰਦ ਆਇਆ। ਤੇ ਫਾਇਦੇ ਵਾਲੀ ਗੱਲ ਸੁਣ ਕੇ ਆਨੰਦ ਆਇਆ ਕਿ ਨਹੀਂ? ਉਹ ਥਿੰਦ ਸਾਹਿਬ ਦੀ ਗੱਲ ਸੁਣ ਕੇ ਥੋੜਾ ਜ਼ਿਆਦਾ ਆਨੰਦ ਆਇਆ, ਪਰ ਤੁਸੀਂ ਗੱਲ ਘੁਮਾ ਗਏ ਥੋੜੀ ਜੀ। ਵੇਖ ਲਓ ਫਿਰ, ਥਿੰਦ ਸਰ ਨੂੰ ਵੇਖ ਲਓ, ਤੁਹਾਡੇ ਨਾਲ ਬਹੁਤ ਸਾਰੇ ਨੰਬਰ ਮਿਲ ਗਏ ਆ। ਬਿਲਕੁਲ। ਇੱਥੇ ਫਿਰ ਪੈਟਰੀਆਰਕੀ ਤਾਂ ਦਿਖਾਉਣੀ ਹੈ ਨਾ ਅਸੀਂ। ਔਰਤ ਨਾਲ ਧੱਕਾ ਹੁੰਦਾ ਹੈ। ਥੈਂਕ ਯੂ, ਬਹੁਤ ਵਧੀਆ ਲੱਗਾ ਜੀ। ਬਹੁਤ ਟੀਮ ਕਾਫਲਾ ਦਾ ਬਹੁਤ ਅੱਛਾ ਕੰਮ ਹੈ ਜੀ। ਸ਼ੁਕਰੀਆ ਸਰ, ਸ਼ੁਕਰੀਆ। ਸਾਰੇ ਸਾਡੇ ਸੁਖਪਾਲ ਸਿੰਘ ਜੀ ਦਾ ਵੀ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ, ਕੇ ਤ੍ਰਿਪਤਾ ਜੀ ਦਾ, ਦੀਪਤੀ ਬਬੂਟਾ ਜੀ ਦਾ, ਗੁਰਮੀਤ ਕੜਿਆਲਵੀ ਜੀ ਦਾ, ਤੇ ਆਪਣੇ ਸਰਗੀ ਮੈਡਮ ਦਾ ਵਿਸ਼ੇਸ਼ ਤੌਰ ਤੇ। ਮੈਂ ਇਹ ਗੱਲਬਾਤ ਜ਼ਿਆਦਾ ਲੰਮੀ ਨਹੀਂ ਕਰੂੰਗਾ, ਸਮਾਂ ਸਾਡਾ ਕਾਫੀ ਹੋ ਚੁੱਕਿਆ। ਤਾਂ ਅਗਲੀ ਕਾਰਵਾਈ ਬਲਵਿੰਦਰ ਚਹਿਲ ਜੀ ਕਰਨਗੇ। ਬਲਵਿੰਦਰ ਚਹਿਲ ਜੀ। ਹਾਂਜੀ, ਵੈਸੇ ਤਾਂ ਮੈਮ ਤੁਹਾਡੀਆਂ ਬਹੁਤ ਖੂਬਸੂਰਤ ਗੱਲਾਂ, ਸਾਡਾ ਮਨ ਨਹੀਂ ਕਰਦਾ ਸੀ ਕਿਉਂਕਿ ਪਰ ਟਾਈਮ ਦੀ ਬੰਦਿਸ਼ ਹੈ ਐਪ ਦੇ ਉੱਪਰ ਵੀ, ਤੇ ਵੈਸੇ ਵੀ ਕੁਛ ਕੁ ਦੋਸਤਾਂ ਨੇ ਜੋ ਲੰਬੇ ਸਮੇਂ ਤੋਂ ਸੁਣ ਰਹੇ ਆ, ਹੋ ਸਕਦਾ ਤੁਹਾਨੂੰ ਕੋਈ ਕੰਮ ਹੋਣ, ਪਰ ਅਸੀਂ ਫਿਰ ਤੋਂ ਕਿਸੇ ਦਿਨ ਤੁਹਾਨੂੰ ਦੁਬਾਰਾ ਸੁਣਾਂਗੇ। ਤੇ ਬਹੁਤ ਹੀ ਖੂਬਸੂਰਤ ਗੱਲਾਂ ਸਾਡੇ ਛੋਟੇ ਜਿਹੇ ਸੱਦੇ ਉੱਤੇ ਮੈਡਮ ਸਰਗੀ ਜੀ ਆਏ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ। ਇਸ ਤੋਂ ਬਿਨਾਂ ਮੈਡਮ ਤ੍ਰਿਪਤਾ ਕੇ ਸਿੰਘ ਜੀ ਜੁੜੇ ਸਾਡੇ ਨਾਲ, ਡਾਕਟਰ ਸੁਖਪਾਲ ਸਿੰਘ ਜੀ, ਗੁਰਪ੍ਰੀਤ ਸਿੰਘ, ਪ੍ਰੋਫੈਸਰ ਪ੍ਰਗਟ ਬਰਾੜ, ਚਰਨਜੀਤ ਕੌਰ, ਲਵਪ੍ਰੀਤ ਪੰਕ, ਡਾਕਟਰ ਹਰਿੰਦਰ ਸਿੰਘ ਬਰਾੜ, ਡਾਕਟਰ ਸੁਖਵੀਰ ਕੌਰ ਸੁਖਮਨ, ਗੁਰਪਿਆਰ ਬਰਾੜ, ਵਿੱਕੀ ਜੱਪ, ਸੁਨੀਤਾ ਸਿੰਗਲਾ, ਦੀਪਤੀ ਬਬੂਟਾ ਜੀ, ਰੁਪਿੰਦਰ ਕੌਰ, ਦਲਜੀਤ ਸਿੰਘ, ਸਵੈਗੀ ਜਦਾਰ, ਚਰਨਜੀਤ ਸੰਧੂ, ਵੀਰਪਾਲ ਸਿੱਧੂ, ਗੁਰਮੀਤ ਕੜਿਆਲਵੀ, ਤੇ ਹੋਰ ਕੁਛ ਸਾਥੀ ਮੈਂ ਇੱਥੇ ਜਿੰਨੇ ਕੁ ਨਾਮ ਪੜ੍ਹ ਸਕਿਆ। ਤਾਂ ਇਹ ਜੁੜੇ, ਇਹ ਔਰ ਖੂਬਸੂਰਤ ਜਿੰਨੇ ਸਵਾਲ, ਮਤਲਬ ਜਵਾਬ ਵੀ ਮੈਡਮ ਨੇ ਸ਼ਾਇਦ ਇਸੇ ਕਰਕੇ ਹੋਰ ਵੀ ਖੂਬਸੂਰਤ ਦਿੱਤੇ ਕਿਉਂਕਿ ਸਵਾਲ ਬਹੁਤ ਖੂਬਸੂਰਤ ਸੀ। ਤਾਂ ਇੰਨੇ ਹੀ ਦਰਸ਼ਕਾਂ ਦੀ ਬਦੌਲਤ ਇਹ ਪ੍ਰੋਗਰਾਮ ਸਾਡਾ ਬਹੁਤ ਅੱਛਾ ਹੋਇਆ। ਇਸ ਤੋਂ ਪਹਿਲਾਂ ਵੀ ਅਸੀਂ ਖਾਲਿਦ ਹੁਸੈਨ ਜੀ ਨੂੰ ਬੁਲਾਇਆ, ਜਸਵੀਰ ਰਾਣਾ ਜੀ ਨੂੰ, ਗੁਰਮੀਤ ਕੜਿਆਲਵੀ ਜੀ ਨੂੰ, ਇਸ ਤੋਂ ਬਿਨਾਂ ਆਪਣੇ ਸੀਗੇ ਜਸਵੀਰ ਰਾਣਾ ਜੀ, ਦੀਪਤੀ ਬਬੂਟਾ ਜੀ, ਜਸਪਾਲ ਮਾਨਖੇੜਾ ਜੀ ਨੂੰ, ਤੇ ਅੱਜ ਸਾਡਾ ਇਹ 6ਵਾਂ ਇਸ ਲੜੀ ਦਾ ਇਹ ਪ੍ਰੋਗਰਾਮ ਸੀ। ਅਸੀਂ ਨੈਕਸਟ ਸੈਚਰਡੇ ਫਿਰ ਤੋਂ ਇਸੇ ਲਿੰਕ ਦੇ ਉੱਪਰ ਕਿਸੇ ਇੱਕ ਹੋਰ ਸਮਰਥ ਕਹਾਣੀਕਾਰ ਨੂੰ
ਅਗਲੇ ਸ਼ਨੀਵਾਰ 5:30 ਵਜੇ ਮਿਲਾਂਗੇ। ਤੁਸੀਂ ਸਾਰਿਆਂ ਨੇ, ਸਾਨੂੰ ਉਮੀਦ ਆ ਉਦੋਂ ਵੀ ਜੁਆਇਨ ਕਰੋਗੇ, ਤੇ ਸਾਡੇ ਇਹਨਾਂ ਦਰਸ਼ਕਾਂ ਦਾ ਤੇ ਖਾਸ ਤੌਰ ਤੇ ਮੈਡਮ ਸਰਗੀ ਜੀ ਦਾ, ਜਿਨ੍ਹਾਂ ਨੇ ਇੰਨੀਆਂ ਖੂਬਸੂਰਤ ਗੱਲਾਂ ਸਾਨੂੰ ਦੱਸੀਆਂ ਤੇ ਨਾਲ ਜੋ ਸਵਾਲਾਂ ਦੇ ਜਵਾਬ ਦਿੱਤੇ, ਤੇ ਉਹਨਾਂ ਨੇ ਇੰਨੀਆਂ ਖੂਬਸੂਰਤ ਕਹਾਣੀਆਂ ਲਿਖੀਆਂ, ਅੱਜ ਸਾਡੇ ਨਾਲ ਜੁੜੇ, ਉਹਨਾਂ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ।